Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜਿਨ੍ਹਾਂ ਨੇ ਫਤਿਹ ਸਾਂਝ ਕੀਤੀ ਆ ਉਹਨਾਂ ਦਾ ਨਾਮ ਆ ਸਰਦਾਰ ਪੂਰਨ ਸਿੰਘ ਹੁੰਦਲ। 1968 ਤੋਂ ਉਹ ਵਕੀਲ ਨੇ ਅਤੇ ਵਕਾਲਤ ਦੇ ਤੌਰ 'ਤੇ ਸਿੱਖ ਪੰਥ ਵਿੱਚ ਅਤੇ ਉਂਝ ਵੀ ਸਮਾਜ ਵਿੱਚ ਵਿਚਰ ਰਹੇ ਆ। ਅੱਜ ਗੱਲ ਕਰਨ ਜਾ ਰਹੇ ਹਾਂ 1978 ਦੇ ਸ਼ਹੀਦੀ ਸਾਕੇ ਦੀ। 13 ਅਪ੍ਰੈਲ 1978 ਨੂੰ 13 ਸਿੰਘਾਂ ਦੀ ਸ਼ਹਾਦਤ ਅੰਮ੍ਰਿਤਸਰ ਦੀ ਧਰਤੀ 'ਤੇ ਹੋਈ, ਜਿਹੜੀ ਕਿ ਉਸ ਸ਼ਹਾਦਤ ਦੇ ਜਿਹੜੇ ਦੋਸ਼ੀ ਸਨ ਉਹ ਨਕਲੀ ਨਿਰੰਕਾਰੀ ਸਨ। ਸੰਤ ਜਰਨੈਲ ਸਿੰਘ ਆਪਣੇ ਲੈਕਚਰਸ ਦੇ ਵਿੱਚ, ਆਪਣੀਆਂ ਤਕਰੀਰਾਂ ਦੇ ਵਿੱਚ ਉਹਨਾਂ ਨੂੰ ਨਰਕਧਾਰੀਆਂ ਦੀ ਸੰਗਿਆ ਦਿੰਦੇ ਰਹੇ ਆ। 1978 ਦੇ ਵਿੱਚ ਸੰਤ ਜਰਨੈਲ ਸਿੰਘ ਵਕੀਲ ਸਰਦਾਰ ਪੂਰਨ ਸਿੰਘ ਹੁੰਦਲ ਹੋਣਾ ਨੂੰ ਮਿਲੇ ਅਤੇ ਉਹਨਾਂ ਨੇ ਇਹ ਕੇਸ ਆਪ ਇਹਨਾਂ ਨੂੰ ਸੌਂਪਿਆ। ਇਹ ਕੇਸ ਜਿਵੇਂ ਜਿਵੇਂ ਚੱਲਿਆ, ਉਸ ਕੇਸ ਦਾ ਕੀ ਨਤੀਜਾ ਰਿਹਾ, ਉਸ ਦੌਰਾਨ ਜਿਹੜੀ ਕਾਰਗੁਜ਼ਾਰੀ ਆ, ਸਾਰੇ ਤਰੀਕੇ ਦੇ ਜਿਹੜੇ ਪੁਰਾਣੇ ਪੱਖ ਨੇ ਮੈਂ ਤੁਹਾਡੇ ਤੱਕ ਰੱਖਣ ਦੇ ਲਈ ਸਰਦਾਰ ਪੂਰਨ ਸਿੰਘ ਹੁੰਦਲ ਦੇ ਕੋਲ ਇਸ ਵੇਲੇ ਮੋਹਾਲੀ 'ਚ ਬੈਠਾ ਹੋਇਆ। ਮੈਂ ਦੋਹਰੇ ਉਹਨਾਂ ਨੂੰ ਫਤਿਹ ਗਜਾ ਕੇ ਅਤੇ ਗੱਲਬਾਤ ਦੇ ਵਿੱਚ ਸੱਦਾ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਫਤਿਹ ਜੀ। ਵਕੀਲ ਸਾਹਿਬ, ਤਕਰੀਬਨ 40 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਅੱਧੀ ਸਦੀ ਹੋਣ ਵਾਲੀ ਆ, ਅਤੇ ਇਹ ਮੈਂ ਤੁਹਾਡੇ ਪੁਰਾਣੇ ਤਜਰਬੇ ਜਿਹੜੇ ਰਹੇ ਆ ਉਹਨਾਂ ਬਾਰੇ ਗੱਲਬਾਤ ਕਰਨੀ ਆ। ਆਪਾਂ ਸਾਰੇ ਮੰਨਦੇ ਹਾਂ ਕਿ 1978 ਦੇ ਉਸ ਸ਼ਹੀਦੀ ਸਾਕੇ ਨੇ ਪੰਜਾਬ ਅਤੇ ਸਿੱਖਾਂ ਦਾ ਜਿਹੜਾ ਵਾ ਇੱਕ ਵਿਚਰਨ ਦਾ ਢੰਗ ਹੀ ਬਦਲ ਦਿੱਤਾ। ਉਸ ਸ਼ਹਾਦਤ ਨੇ ਅਤੇ 13 ਸਿੰਘਾਂ ਦੀ ਬੜੀ ਵਡਮੁੱਲੀ ਸ਼ਹਾਦਤ ਆਪਣੀ ਕੌਮ ਦੇ ਪ੍ਰਤੀ, ਸਿੱਖੀ ਦੇ ਪ੍ਰਤੀ ਹੋਈ। ਅਤੇ ਮੈਂ ਇੱਥੋਂ ਗੱਲ ਸ਼ੁਰੂ ਕਰਾਂ ਕਿ ਤੁਹਾਡੇ ਕੋਲ ਇਹ ਕੇਸ ਕਦੋਂ ਆਇਆ? ਵਕਾਲਤ ਦੇ ਰੂਪ ਦੇ ਵਿੱਚ ਤੁਸੀਂ ਉਹਨਾਂ ਸਿੰਘਾਂ ਦੀ ਸ਼ਹਾਦਤ ਦੀ ਜਿਹੜਾ ਇਨਸਾਫ ਦੇ ਲਈ ਕਦੋਂ ਤੁਰੇ ਹੋ? ਅਸਲ 'ਚ ਜਦੋਂ ਇਹ ਕੇਸ 78 'ਚ ਹੋਇਆ, ਉਸ ਤੋਂ ਪਹਿਲਾਂ ਮੈਂ ਐਮਰਜੈਂਸੀ ਲੱਗਣ ਵੇਲੇ ਅਸਤੀਫਾ ਦੇ ਦਿੱਤਾ ਸੀ। ਮੈਂ ਸਰਕਾਰੀ ਵਕੀਲ ਸਾਂ। 78 ਜਦੋਂ ਇਹ ਸਾਕਾ ਆਇਆ ਉਦੋਂ ਮੈਂ ਅੰਮ੍ਰਿਤਸਰ ਹੀ ਸਾਂ। ਉਸ ਤੋਂ ਮਗਰੋਂ ਨਿਰੰਕਾਰੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ, ਕੇਸ ਚੱਲਣਾ ਸ਼ੁਰੂ ਹੋਇਆ। ਭਾਵੇਂ ਮੈਂ ਉਦੋਂ ਇਸ ਕੇਸ ਨਾਲ ਸੰਬੰਧਿਤ ਨਹੀਂ ਸਾਂ, ਪਰ ਫਿਰ ਵੀ ਕਿਉਂਕਿ ਸਿੱਖ ਪੰਥ ਦਾ ਕੇਸ ਹੋਣ ਕਰਕੇ ਜਦੋਂ ਕਚਹਿਰੀ 'ਚ ਕਿਸ ਕਿਸਮ ਦੀ ਉਹਨਾਂ ਦੀ ਪੇਸ਼ੀ ਹੁੰਦੀ ਸੀ, ਕੋਈ ਬਹਿਸ ਹੁੰਦੀ ਸੀ, ਤਾਂ ਮੈਂ ਆਮ ਤੌਰ 'ਤੇ ਹਾਜ਼ਰ ਹੁੰਦਾ ਸਾਂ। ਨਿਰੰਕਾਰੀ ਜਿਹੜਾ ਮੇਨ ਚੀਫ ਹੈ, ਜੋ ਨਰਕਧਾਰੀ ਬਾਬਾ ਗੁਰਬਚਨ ਸਿੰਘ, ਉਹਦੇ ਵੱਲੋਂ ਜਿਹੜਾ ਨਵਜੋਤ ਸਿੱਧੂ ਕ੍ਰਿਕਟਰ ਹੈ, ਇਹਦੇ ਫਾਦਰ ਭਗਵੰਤ ਸਿੰਘ ਸਿੱਧੂ ਫੌਜਦਾਰੀ ਦੇ ਬੜੇ ਚੰਗੇ ਵਕੀਲ ਸੀ ਪਟਿਆਲੇ, ਉਹ ਪੇਸ਼ ਹੁੰਦੇ ਰਹੇ। ਉਹ ਬਾਅਦ 'ਚ ਐਡਵੋਕੇਟ ਜਨਰਲ ਵੀ ਰਹੇ ਪੰਜਾਬ ਦੇ ਕਾਂਗਰਸ ਸਰਕਾਰ 'ਚ। ਉਹ ਪੇਸ਼ ਹੁੰਦੇ ਸੀ। ਮੈਂ ਉਦੋਂ ਕਿਸੇ ਵੱਲੋਂ ਨਹੀਂ ਸਾਂ। ਮੇਰੇ ਕੋਲ ਕੇਸ, ਇਹ ਗੱਲ ਸਤੰਬਰ 1978 ਦੀ ਹੈ। ਉਦੋਂ ਪਹਿਲੋਂ ਇਹ ਕੇਸ ਸੁਪਰੀਮ ਕੋਰਟ 'ਚ ਇਹਨਾਂ ਪਟੀਸ਼ਨ ਕੀਤੀ, ਨਿਰੰਕਾਰੀਆਂ ਨੇ ਕੇਸ ਬਦਲ ਕੇ ਸੁਪਰੀਮ ਕੋਰਟ ਨੇ ਭੇਜਤਾ ਕਰਨਾਲ ਸਹਿਜਾ ਜਿਹੜੇ ਇੰਚਾਰਜ ਸੀ ਆਰਸ਼ ਗੁਪਤਾ, ਉਹਨਾਂ ਦੀ ਕੋਰਟ ਵਿੱਚ ਕਿ ਉਹ ਸੁਣਵਾਈ ਕਰਨਗੇ। ਫਿਰ ਇਹ ਪੰਥ ਵਿੱਚ ਗੱਲ ਆਈ, ਖਾਸ ਤੌਰ 'ਤੇ SGPC ਨੂੰ, ਜਿਹੜੀ ਨੁਮਾਇੰਦਾ ਜਮਾਤ ਹੈ, ਕਿ ਉਸ ਕੇਸ 'ਚ ਕਿੰਨੇ ਕੇਸ ਕਰਨਾ ਹੈ। ਅਜੇ SGPC ਨੇ ਤਾਂ ਮੈਨੂੰ ਉਦੋਂ ਨਹੀਂ ਸੀ ਆਖਿਆ। ਸਤੰਬਰ 78 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਭਾਈ ਅਮਰੀਕ ਸੋਹਣੀ, ਇਹ ਰਾਤ ਦੇ ਅੱਧੀ ਰਾਤ ਵੇਲੇ ਟਰੱਕ ਦੇ ਉੱਪਰ ਨਾਲ 10-12 ਸਿੰਘ ਸੀ, ਉਹ ਮੇਰੇ ਘਰ ਆਏ। ਅਤੇ ਮੈਂ ਜੋ ਬਾਹਰ ਦਰਵਾਜ਼ਾ ਖੋਲ੍ਹਿਆ, ਫਤਿਹ ਬੁਲਾਉਣ ਤੋਂ ਬਾਅਦ ਸੰਤ ਕਹਿਣ ਲੱਗੇ ਵੀ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਲਾਉਣੀ ਹੈ, ਕੇਸ ਨੂੰ ਤੁਹਾਨੂੰ ਪਤਾ ਬਦਲ ਕੇ ਚਲੇ ਗਿਆ। ਮੈਂ ਵੀ ਅਖਬਾਰਾਂ 'ਚ ਪੜ੍ਹਿਆ ਹੋਇਆ ਸੀ, ਕਰਨਾਲ ਰਹਿ ਗਿਆ ਅਤੇ ਕਰਨਾਲ ਇਹ ਕੇਸ ਹੈ, ਦੱਸੋ ਸੇਵਾ ਨਿਭਾਓਗੇ? ਮੈਂ ਕਿਹਾ ਜੀ ਜੋ ਤੁਹਾਡਾ ਹੁਕਮ ਹੈ, ਮੈਂ ਤਾਂ ਸਾਰੀਆਂ ਸੇਵਾ ਨਿਭਾਉਣ ਨੂੰ ਤਿਆਰ ਹਾਂ, ਜਿਸ ਤਰ੍ਹਾਂ ਤੁਸੀਂ ਕਹੋਗੇ। ਉਹ ਕਹਿੰਦੇ ਕਿ ਮੈਨੂੰ ਉਲਾਮਾ ਨਹੀਂ ਆਉਣਾ ਚਾਹੀਦਾ। ਮੈਂ ਕਿਹਾ ਜੀ ਨਹੀਂ, ਐਸੀ ਮੇਰੇ ਵੱਲੋਂ ਉਲਾਮਾ ਨਹੀਂ ਆਏਗਾ। ਔਰ ਵਾਹਿਗੁਰੂ ਨੇ ਨਿਭਾਈ ਵੀ ਚੰਗੀ। ਉਸ ਤੋਂ ਬਾਅਦ ਜਦੋਂ ਇਹ ਕੇਸ ਉੱਥੇ ਸ਼ੁਰੂ ਹੋਣ ਲੱਗਾ, ਇੱਕ ਤਾਂ ਪਹਿਲਾਂ ਇੱਥੇ ਬਦਲ ਕੇ ਜਾਣਾ ਸੀ। 10ਵੇਂ ਮਹੀਨੇ 'ਚ ਅਕਤੂਬਰ ਦੇ ਵਿੱਚ ਉਹ ਕੇਸ ਦੀ ਪਹਿਲੀ ਪੇਸ਼ੀ ਹੋਈ, ਉਸ ਸਮੇਂ ਸ਼ੁਰੂ ਹੋ ਗਿਆ। ਫਿਰ ਇਹ ਕੇਸ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ 'ਚ ਲੈ ਲਿਆ। ਉਹਨਾਂ ਸਾਨੂੰ ਰਣਧੀਰ ਨਗਰ ਕਚਹਿਰੀਆਂ ਦੇ ਨੇੜੇ, ਜਿਹੜੀ ਡਿਸਟ੍ਰਿਕਟ ਕੋਰਟਸ ਕਰਨਾਲ ਹੈ, ਉਹਦੇ ਵਿੱਚ ਇੱਕ ਕੋਠੀ ਲੈ ਦਿੱਤੀ, ਜਿੱਥੇ 2 ਸੇਵਾਦਾਰ ਲੰਗਰ ਪਾਣੀ ਦਾ ਪ੍ਰਸ਼ਾਦਾ ਪਾਣੀ ਰਹਿੰਦੇ ਸਾਡੇ। ਉਦੋਂ ਲੀਗਲ ਐਡਵਾਈਜ਼ਰ SGPC ਦੇ ਸਾਹ ਗੁਰਦਿਆਲ ਸਿੰਘ ਮੌਂਗਾ, ਬਹੁਤ ਵਧੀਆ ਆਫਿਸਰ, ਰਿਟਾਇਰ ਹੋਏ ਸੀ, ਚੀਫ ਸੈਟਲਮੈਂਟ ਕਮਿਸ਼ਨਰ ਪੰਜਾਬ ਦੇ। ਉਹਨਾਂ ਨੂੰ SGPC ਨੇ ਗੱਡੀ ਦੇ ਦਿੱਤੀ, ਡਰਾਈਵਰ ਦੇ ਦਿੱਤਾ। ਤਾਂ ਅਸੀਂ 4 ਦਿਨ ਉੱਥੇ ਕੰਮ ਕਰਦੇ ਸਾਂ ਕਰਨਾਲ ਤੋਂ। ਇੱਥੋਂ ਅਸੀਂ ਸੋਮਵਾਰ ਸਵੇਰੇ ਨਿਕਲਣਾ, ਅਸੀਂ 10 ਵਜੇ ਤੋਂ ਪਹਿਲਾਂ ਕਰਨਾਲ ਪਹੁੰਚ ਜਾਣਾ ਉਸ ਗੱਡੀ 'ਤੇ। ਉਹਨਾਂ ਮੈਨੂੰ ਅੰਮ੍ਰਿਤਸਰੋਂ ਆ ਕੇ ਚੰਡੀਗੜ੍ਹੋਂ ਲੈਣਾ। ਉਹ ਕੇਸ ਸ਼ੁਰੂ ਹੋ ਚੁੱਕਾ ਸੀ। ਸੰਤ ਜਰਨੈਲ ਸਿੰਘ ਤੁਹਾਨੂੰ ਸਤੰਬਰ 1978 'ਚ ਮਿਲਦੇ ਆ 78 ਜੀ, ਅਤੇ ਤੁਰੰਤ ਬਾਅਦ ਤੁਸੀਂ ਛੇਤੀ ਕੇਸ ਆਪਣੇ ਹੈਂਡਲ ਕਰ ਲਿਆ? ਉਸੇ ਵੇਲੇ ਸ਼ੁਰੂ ਹੋ ਗਿਆ, ਕਿਉਂ ਕੇਸ ਚਲੇ ਗਿਆ ਸੀ ਉੱਥੇ। ਅਸੀਂ ਦੋਨਾਂ ਨੇ ਕਾਰ 'ਤੇ ਪਹੁੰਚ ਜਾਣਾ। ਫਿਰ ਸੋਮ, ਮੰਗਲ, ਬੁੱਧ, ਵੀਰਵਾਰ ਦੀ ਜਦੋਂ ਤਰੀਕ ਪੈ ਜਾਣੀ, 4 ਦਿਨ ਲਗਾਤਾਰ ਉੱਥੇ ਤਰੀਕ ਹੁੰਦੀ ਸੀ।
ਵੀਰਵਾਰ ਸ਼ਾਮ ਨੂੰ ਫਿਰ ਅਸੀਂ ਫਿਰ ਅੰਮ੍ਰਿਤਸਰ ਪਹੁੰਚ ਜਾਣਾ। ਸੋ ਇਹ ਕੇਸ ਇਸ ਤਰ੍ਹਾਂ ਚੱਲਦਾ ਰਿਹਾ। ਇਸ ਕੇਸ ਦੀ ਮੇਨ ਪਹਿਲੂ ਹੈ ਕਿ ਸਰਕਾਰ ਨੇ ਉਸ ਵੇਲੇ 3 ਬੜੇ ਟੌਪ ਦੇ ਸਰਕਾਰੀ ਵਕੀਲ ਸੀ। ਸਰਦਾਰ ਡਿਸਟ੍ਰਿਕਟ ਅਟਾਰਨੀ ਉਸ ਵੇਲੇ ਦੇ ਸਰ ਹਰਬੰਸ ਸਿੰਘ ਰਿਆੜ, ਉਹ ਵੀ ਪੂਰੇ ਹੋ ਗਏ। ਸਰ ਦਵਿੰਦਰ ਸਿੰਘ ਚਿਮਨੀ ਡਿਸਟ੍ਰਿਕਟ ਅਟਾਰਨੀ, ਅਤੇ ਤੀਸਰੇ ਜਤਿੰਦਰਪਾਲ ਸਿੰਘ ਮਾਨ। ਤਿੰਨੇ ਬੜੇ ਟੌਪ ਦੇ ਸਰਕਾਰੀ ਵਕੀਲ ਸੀ। ਉਹਨਾਂ ਦੀ ਸੇਵਾਵਾਂ ਲਈਆਂ ਜਦੋਂ ਕਿਤੇ ਲੋੜ ਪੈਂਦੀ ਸੀ ਬਹਿਸ ਕਰਨ ਦੀ, ਕਿਉਂਕਿ ਮੇਰੇ ਤੋਂ ਬਹੁਤ ਸੀਨੀਅਰ ਸੀ, ਮੇਰੀ ਉਦੋਂ 12 ਸਾਲ ਵਕਾਲਤ ਸੀ। ਜਦੋਂ ਫਿਰ ਕੇਸ ਸ਼ੁਰੂ ਹੋਇਆ ਉਸ ਵੇਲੇ ਮੇਰੀ ਡਿਊਟੀ ਇਹ ਲੱਗੀ ਕਿ ਜਿੰਨੇ ਅੰਮ੍ਰਿਤਸਰ ਤੋਂ ਗਵਾਹ ਜਾਂਦੇ ਸੀ ਉਹਨਾਂ ਨੂੰ ਗਵਾਹੀ ਪੜ੍ਹਾਉਣੀ, ਉਹਨਾਂ ਨੂੰ ਤਿਆਰ ਕਰਨਾ ਸਾਰਾ ਮੇਰੀ ਡਿਊਟੀ ਸੀ। ਤਾਂ ਉਸ ਕੋਠੀ ਦੇ ਵਿੱਚ ਉਹ ਜਿਹੜੇ ਸਿੰਘ ਜਾਂਦੇ ਸੀ ਜਿਨ੍ਹਾਂ ਦੀ ਸਵੇਰੇ ਗਵਾਹੀ ਹੋਣੀ ਸੀ, ਉਹ ਵੀ ਉਸ ਕੋਠੀ 'ਚ ਰਾਤ ਰਹਿੰਦੇ ਸੀ। ਉਹਨਾਂ ਨੂੰ ਤਿਆਰ ਵੀ ਕੀਤਾ ਜਾਂਦਾ ਸੀ, ਉਹਨਾਂ ਦਾ ਪ੍ਰਸ਼ਾਦੇ ਪਾਣੀ ਦਾ ਵੀ, ਉਹ ਸਾਰਾ SGPC ਦਾ ਇੰਤਜ਼ਾਮ ਸੀ। ਮੈਂ ਥੋੜ੍ਹੀ ਜਿਹੀ ਜਾਣਕਾਰੀ ਆਪਣੇ ਸੁਣਨ ਵਾਲਿਆਂ ਤੱਕ ਸਾਂਝੀ ਕਰਾਉਣੀ ਚਾਹੁੰਦਾ ਤੁਹਾਡੇ ਰਾਹੀਂ ਕਿ ਕੇਸ ਸਟੇਟ ਵਰਸਸ ਨਿਰੰਕਾਰੀ ਸੀ। ਸਟੇਟ ਵਰਸਸ ਗੁਰਬਚਨ ਸਿੰਘ ਨਿਰੰਕਾਰੀ ਐਂਡ ਅਦਰਸ ਦੀ ਆਵਾਜ਼ ਪੈਂਦੀ ਸੀ। ਇਹ ਟੋਟਲ 64 ਜਾਣੇ ਸੀ। 64 ਜਾਣਿਆਂ 'ਚੋਂ ਬਾਕੀ ਸਾਰੇ ਅੰਦਰ ਸੀ, ਜ਼ਮਾਨਤ 'ਤੇ ਕੋਈ ਵੀ ਨਹੀਂ ਸੀ। ਸਿਰਫ ਨਿਰੰਕਾਰੀ ਚੀਫ ਦੀ ਜ਼ਮਾਨਤ ਹੋਈ ਸੀ ਐਂਟੀਸਪੇਟਰੀ, ਉਹ ਦਿੱਲੀ ਤੋਂ ਆਉਂਦਾ ਸੀ। ਬਾਕੀ ਸਾਰੇ ਕਰਨਾਲ ਡਿਸਟ੍ਰਿਕਟ ਜੇਲ੍ਹ ਕਰਨਾਲ 'ਚ ਸੀ, ਜਿਹਦੇ ਵਿੱਚ IAS ਨਿਰੰਜਨ ਸਿੰਘ ਵੀ ਸੀ, ਉਹ ਵੀ ਉਦੋਂ ਜੇਲ੍ਹ 'ਚ ਸੀ। ਉਸ ਦੀ ਗੁਰਬਚਨ ਦੀ ਗ੍ਰਿਫਤਾਰੀ ਨਹੀਂ ਹੋਈ ਕਿ ਜਾਂ ਜ਼ਮਾਨਤ ਹੋ ਗਈ, ਕੀ ਹੋਇਆ? ਉਹਨੇ ਐਂਟੀਸਪੇਟਰੀ ਬੇਲ ਕਰਾਈ ਜ਼ਮਾਨਤ 'ਤੇ, ਹਾਈ ਕੋਰਟ ਤੋਂ ਜ਼ਮਾਨਤ ਤੋਂ, ਸ਼ਾਇਦ ਸੁਪਰੀਮ ਕੋਰਟ ਤੋਂ ਹੋਈ ਹੋਵੇ। ਗ੍ਰਿਫਤਾਰੀ ਇਸ ਕਰਕੇ ਐਂਟੀਸਪੇਟਰੀ ਬੇਲ ਦੇ ਵਿੱਚ ਹੁੰਦੀ ਨਹੀਂ ਹੈ, ਫਿਰ ਫਾਰਮਲ ਹੋ ਗਈ। ਉਹ ਇਸ ਕਰਕੇ ਬਾਹਰੋਂ ਦਿੱਲੀ ਤੋਂ ਆਉਂਦਾ ਸੀ, ਬਾਕੀ ਸਾਰੇ ਜੇਲ੍ਹ 'ਚੋਂ ਆਉਂਦੇ ਰਹੇ। ਵਕਾਲਤ ਦੇ ਤਜਰਬੇ ਵਜੋਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਅਪ੍ਰੈਲ ਦੀ ਇਹ ਦੁਖਦ ਘਟਨਾ ਵਾ, ਸਿੰਘਾਂ ਦੀ ਜਿਹੜੀ ਸ਼ਹਾਦਤ ਹੋਈ, ਕੌਮ ਦੇ ਜਿਹੜੇ ਜੂਝਣ ਵਾਲੇ ਸੀ ਉੱਥੇ ਸ਼ਹੀਦ ਹੋ ਗਏ। ਸਤੰਬਰ ਤੱਕ ਉਹ ਕੇਸ ਕਰਨਾਲ ਜਾ ਚੁੱਕਾ ਸੀ ਅੰਮ੍ਰਿਤਸਰ ਤੋਂ ਤਬਦੀਲ ਹੋ ਕੇ, ਤੇ ਬੜੀ ਤੇਜ਼ੀ ਨਾਲ ਇਹ ਸਭ ਕੁਝ ਵਾਪਰ ਰਿਹਾ ਸੀ। ਨਹੀਂ, ਕੇਸ ਤਾਂ ਉਸ ਵੇਲੇ ਪੰਜਾਬ 'ਚ ਅਕਾਲੀ ਸਰਕਾਰ ਸੀ। ਜਦੋਂ ਕੋਈ ਚਲਾਨ ਅਦਾਲਤ ਵਿੱਚ ਆ ਜਾਂਦਾ ਫਿਰ ਤਾਂ ਉਸ ਤੋਂ ਮਗਰੋਂ ਕੋਰਟਾਂ 'ਤੇ ਕੋਈ ਡਿਲੇ ਨਹੀਂ ਕਰਦੀਆਂ, ਸਰਕਾਰਾਂ ਡਿਲੇ ਕਰਦੀਆਂ ਜਦੋਂ ਤੱਕ ਅਦਾਲਤ ਵਿੱਚ ਕੇਸ ਨਹੀਂ ਦਿੰਦੇ। ਸਰਕਾਰ ਨੇ ਪੂਰੇ ਟਾਈਮ 'ਤੇ ਆਪਣੇ ਉਸ ਜਦੋਂ ਤਫਤੀਸ਼ ਮੁਕੰਮਲ ਕਰਕੇ ਦੇ ਦਿੱਤੀ ਸੀ। ਜਦੋਂ ਚਲਾਨ ਆ ਗਿਆ ਤਾਂ ਉਹ ਇਮੀਡੀਏਟਲੀ ਉਹ ਭੱਜੇ ਉਸ ਪਾਸੇ, ਕਿਉਂਕਿ ਉਸ ਵੇਲੇ ਹਰਿਆਣਾ ਸਰਕਾਰ ਵੱਖਰਾ ਸੂਬਾ ਸੀ। ਜਦੋਂ ਤੁਸੀਂ ਦੂਜੇ ਥਾਂ ਕਰਨਾ ਹੈ ਤਾਂ ਫਿਰ ਉਹ ਦਿੱਲੀ ਤੋਂ ਉਹਨਾਂ ਸੁਪਰੀਮ ਕੋਰਟ ਕਰਕੇ ਉਦੋਂ ਫੇਵਰੇਬਲ ਆਰਡਰ ਲੈ ਲਿਆ, ਉਹ ਸਾਰਾ ਕੇਸ ਬਦਲ ਕੇ ਕਰਨਾਲ ਚਲੇ ਗਿਆ। ਉਹਨਾਂ ਨੇ ਮੇਨ ਪਲੀ ਇਹ ਲਈ ਸੀ ਕਿ ਦਿੱਲੀ ਪੰਜਾਬ ਦੇ ਵਿੱਚ ਸਿੱਖਾਂ ਦਾ ਜ਼ੋਰ ਹੈ, ਇੱਥੇ ਸਾਨੂੰ ਅਦਾਲਤਾਂ ਨੂੰ ਸਾਡੇ ਨੂੰ ਅਦਾਲਤਾਂ 'ਚ ਪਹੁੰਚਣ ਕੇ ਸਿੱਖਾਂ ਨੂੰ ਦੇਣਾ, ਸਾਡੀ ਜਾਨ ਨੂੰ ਖਤਰਾ ਹੈ, ਸਿਕਿਉਰਿਟੀ ਕਰਕੇ ਬਦਲ ਕੇ ਲੈ ਗਏ। ਸੋ ਅੰਮ੍ਰਿਤਸਰ ਜੇਲ੍ਹ 'ਚੋਂ ਸਾਰੇ ਮੁਲਜ਼ਮ ਵੀ ਜਿਹੜੇ ਆ ਉਹ ਕਰਨਾਲ ਜੇਲ੍ਹ ਚਲੇ ਗਏ। ਇਹ ਤਾਂ ਜੇਲ੍ਹ 'ਚੋਂ ਪੇਸ਼ ਹੁੰਦੇ ਸੀ 63, ਸਿਰਫ ਜਿਹੜਾ ਨਿਰੰਕਾਰੀ ਚੀਫ ਉਹਦੀ ਐਂਟੀਸਪੇਟਰੀ ਬੇਲ ਹੋਈ ਸੀ, ਉਹ ਦਿੱਲੀ ਆਉਂਦਾ ਸੀ ਹਰ ਤਰੀਕ 'ਤੇ। ਕਰਨਾਲ ਜਾਣ ਤੋਂ ਪਹਿਲਾਂ ਤੁਹਾਡੇ ਕੋਲੇ ਤਜਰਬਾ ਸੀ ਕਿ ਪੰਜਾਬ ਤੋਂ ਬਾਹਰ ਜਾ ਕੇ ਕੋਈ ਕੇਸ ਲੜਿਆ ਹੋਵੇ? ਉਸ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਜਾ ਕੇ ਕੇਸ ਨਹੀਂ, ਉਸ ਤੋਂ ਬਾਅਦ ਤਾਂ ਫਿਰ ਸ਼ੁਰੂ ਹੋਏ ਤੋਂ ਬਾਅਦ 'ਚ ਬਹੁਤ ਕੀਤੇ। ਉਹ ਅਸਲ 'ਚ ਜਿੰਨੇ ਸਿੱਖ ਕੌਮ ਦੇ ਕੇਸ ਕਹਿ ਜਾ ਸਕਦੇ, ਜਿਹਦੇ ਨਾਲ ਸਿੱਖ ਕੌਮ ਸਾਰੀ ਸੰਬੰਧਿਤ ਸੀ, ਇਹ ਕੇਸ ਮੇਰੇ ਕੋਲ ਪਹਿਲਾ ਕੇਸ ਸੀ। ਕਿਉਂਕਿ 80 ਦੀ ਗੱਲ ਹੈ, ਉਦੋਂ ਮੇਰੀ 11-12 ਸਾਲ ਸਾਰੀ ਵਕਾਲਤ ਸੀ। ਤੇ ਪੰਜਾਬ ਦੀ ਧਰਤੀ ਤੋਂ ਬਾਹਰ ਜਿਹੜਾ ਇੱਕ ਵੱਖਰਾ ਤਜਰਬਾ ਹੁੰਦਾ, ਕੋਈ ਚੀਜ਼ਾਂ ਮੁਸ਼ਕਲਾਂ ਮੇ ਆਈਆਂ ਹੋਣਗੀਆਂ, ਤੇ ਉਹ ਕਿਹੋ ਜਿਹੀਆਂ ਗੱਲਾਂ ਸਨ ਕਿ ਜਾਂ ਤੁਹਾਨੂੰ ਸਭ ਕੁਝ ਰੈਗੂਲਰ ਆਮ ਵਰਗਾ ਹੀ ਲੱਗ ਰਿਹਾ ਸੀ? ਉਹ ਇਸ ਤਰ੍ਹਾਂ ਕਿ ਜੇ ਤਾਂ ਕੋਈ ਪ੍ਰਾਈਵੇਟ ਕੇਸ ਹੋਵੇ ਉਹਦੇ ਕਈ ਵਾਰ ਫਾਈਨੈਂਸ਼ੀਅਲ ਗੱਲ ਵੀ ਆ ਜਾਂਦੀ ਹੈ ਕਿ ਵਕੀਲ ਨੂੰ ਪੂਰੀ ਉੱਥੇ ਰਹਿਣ ਨੂੰ ਥਾਂ ਨਾ ਹੋਵੇ, ਪਹੁੰਚਣ ਨੂੰ ਥਾਂ ਨਾ ਹੋਵੇ। ਹੁਣ ਵਾਂਗੂ ਨਹੀਂ ਹੈ ਕਿ ਹਰ ਇੱਕ ਬੰਦੇ ਕੋਲ ਕਾਰ ਹੈ, ਉਸ ਵੇਲੇ ਮੇਰੇ ਕੋਲ ਵੀ ਕਾਰ ਨਹੀਂ ਸੀ ਹੁੰਦੀ, ਮੇਰੇ ਕੋਲ ਬਾਅਦ 'ਚ ਲਈ ਹੈ। ਤਾਂ ਇਹ ਸਾਰਾ SGPC ਨੇ ਬਹੁਤ ਸਾਰਾ ਖਰਚਾ ਕੀਤਾ। ਮੁਸ਼ਕਿਲ ਇਸ ਕਰਕੇ ਪੇਸ਼ ਨਹੀਂ ਆਈ ਕਿ ਸਾਨੂੰ ਪੈਸਿਆਂ ਨੂੰ ਕੋਈ ਕਮੀ ਨਹੀਂ ਸੀ, ਕਿ ਇਹ ਸਾਨੂੰ ਜਿੱਦਾਂ ਤੁਹਾਨੂੰ ਦੱਸਿਆ ਵੀ ਕੋਠੀ ਕਿਰਾਏ 'ਤੇ ਲੈਤੀ, ਰਾਸ਼ਨ ਦਾ ਸਾਰਾ, ਸਾਡੇ ਰਹਿਣ ਸਹਿਣ ਦਾ ਪ੍ਰਬੰਧ ਬੜਾ ਆਰਾਮਦਾਇਕ, ਗਵਾਹਾਂ ਦਾ ਵੀ। ਤਾਂ ਇਸ ਕਰਕੇ ਬਹੁਤ ਮੁਸ਼ਕਿਲ ਕਿਧਰੇ ਵੀ ਪੇਸ਼ ਨਹੀਂ ਆਈ, ਕਿਉਂਕਿ ਜਿਹੜਾ ਕੌਮ ਦਾ ਕੇਸ ਹੈ, ਕੌਮ ਦੇ ਕੇਸ ਵੀ ਵੱਡੇ ਕੇਸ ਨੇ, ਉਹ 'ਚ ਜਾਂ ਤਾਂ SGPC ਸੀ ਜਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਦੋਵਾਂ ਵੱਲੋਂ ਕਿਸੇ ਕੇਸ ਵਾਸਤੇ ਕੋਈ ਕਸਰ ਨਹੀਂ ਛੱਡੀ ਗਈ। ਅੱਛਾ, ਜਦੋਂ ਤੁਸੀਂ ਸਤੰਬਰ ਤੋਂ ਗੱਲ ਤੋਰ ਲੈਂਦੇ ਹੋ, ਫਿਰ ਕਰਨਾਲ ਜਾ ਕੇ ਉੱਥੇ ਕੇਸ ਫੜ ਲਿਆ, ਗੱਲ ਕਿੱਦਾਂ ਤੁਰੀ ਫਿਰ? ਉੱਥੇ ਜਾ ਕੇ ਜਦੋਂ ਗਵਾਹੀਆਂ ਤਾਂ ਸਾਰੀਆਂ ਸ਼ੁਰੂ ਹੁੰਦੀਆਂ ਰਹੀਆਂ, ਸਾਨੂੰ ਇਹ ਉਮੀਦ ਸੀ ਅਸਲ 'ਚ ਜਿਹੜਾ ਉਹਨਾਂ ਪਲੀ ਲਈ, ਜਦੋਂ ਸਾਨੂੰ ਪਲੀ ਦਾ ਪਤਾ ਲੱਗ ਜਾਂਦਾ, ਜਦੋਂ ਸਾਡੇ ਪਹਿਲੇ ਗਵਾਹ ਨੂੰ ਉਹ ਕਰਦੇ ਨੇ ਕ੍ਰੋਸ ਜਾਮਨ, ਜਿਹਨੂੰ ਆਪਾਂ ਜਿਹੜਾ ਕਹਿੰਦੇ ਹਾਂ, ਤਾਂ ਉਹਨਾਂ ਕਿਹਾ ਕਿ ਸਿੱਖ ਸਾਨੂੰ ਮਾਰਨ ਆਏ ਸੀ, ਅਸੀਂ ਤਾਂ ਗਏ ਨਹੀਂ, ਕਿ ਸਾਡਾ ਤਾਂ ਸਮਾਗਮ ਚੱਲ ਰਿਹਾ ਸੀ। ਇਹ ਸਿੱਖ ਦਰਬਾਰ ਸਾਹਿਬ ਉਹ ਮੰਜੀ ਸਾਹਿਬ ਤੋਂ ਮੀਟਿੰਗ ਕਰਕੇ ਗਏ ਸਾਨੂੰ ਮਾਰਨ ਦੀ ਖਾਤਰ, ਅਸੀਂ ਜੋ ਕੁਝ ਵੀ ਅੱਗੋਂ ਮਾਰਿਆ ਸੈਲਫ ਡਿਫੈਂਸ 'ਚ ਮਾਰਿਆ ਇਹ ਉਦੋਂ। ਲੇਕਿਨ ਸਾਨੂੰ ਇਹ ਸੀ ਕਿ ਜੇ ਸੈਲਫ ਡਿਫੈਂਸ ਵਾਲਾ ਵੀ ਗੱਲ ਹੋਵੇ, ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ, ਇਹ ਹੈ ਕਿ ਉਹਨਾਂ ਨੇ ਜੇ ਸੈਲਫ ਡਿਫੈਂਸ ਹੈ ਵੀ ਸੀ ਥੋੜ੍ਹਾ ਬੜਾ, ਤਾਂ ਉਹਨਾਂ ਉਹਨੂੰ ਐਕਸੀਡ ਕੀਤਾ, ਉਸ ਤੋਂ ਵੱਧ ਕੰਮ ਕੀਤਾ। 13 ਸਿੰਘ ਸ਼ਹੀਦ ਕਰਨ ਵਾਲੀ ਤਾਂ ਗੱਲ ਕੋਈ ਨਹੀਂ ਸੀ, ਕਿਉਂਕਿ ਜੇ ਤਿਆਰ ਹੋ ਕੇ ਜਾਂਦੇ ਕਿਤੇ ਇਹਨਾਂ ਕੋਲ ਬੰਦੂਕਾਂ ਹੁੰਦੀਆਂ, ਕੁਝ ਹੋਰ ਬੰਦੇ ਵੀ ਹੁੰਦੇ, ਇਹਨਾਂ ਕੋਲ ਕਿਰਪਾਨਾਂ ਸੀ,
ਸਿਰਫ ਇੱਕ ਸਿੰਘ ਜਿਹੜੇ ਨਾਲੋਂ ਪਿੱਛੋਂ ਰਲਿਆ ਕਿਤੇ ਵਿੱਚੋਂ ਕੋਈ, ਕਿਉਂਕਿ ਵਿਸਾਖੀ ਦਾ ਦਿਹਾੜਾ ਸੀ ਤੇ ਉੱਥੇ ਕੋਈ ਬੈਨ ਤਾਂ ਹੈ ਨਹੀਂ ਸੀ, ਇੱਕ ਕੋਲ ਬੰਦੂਕ ਸੀ, ਬਾਕੀ ਸਾਰਿਆਂ ਕੋਲ ਸਿਰਫ ਕਿਰਪਾਨਾਂ ਸੀ। ਇਹਦੇ ਇੰਚਾਰਜ ਭਾਈ ਫੌਜਾ ਸਿੰਘ ਸੀ, ਜਿਹੜੇ ਇੰਸਪੈਕਟਰ ਐਗਰੀਕਲਚਰ ਦੇ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ, ਅਖੰਡ ਕੀਰਤਨ ਜਥੇ ਦੇ, ਉਹ ਇੰਚਾਰਜ ਸੀ। ਸੰਤ ਬਾਬਾ ਜਰਨੈਲ ਸਿੰਘ ਉਦੋਂ ਅੰਮ੍ਰਿਤਸਰ ਸੀ, ਪਰ ਸਿੰਘਾਂ ਨੂੰ ਜਾਣ ਤੋਂ ਰੋਕ ਦਿੱਤਾ ਸੀ। ਤਾਂ 150 ਸਿੰਘ ਸੀ ਜਿਹੜਾ ਉੱਥੇ ਗਿਆ। ਸਾਨੂੰ ਇਹ ਸੀ ਵੀ ਜੇ ਹੋਰ ਕੁਛ ਨਾ ਵੀ ਹੋਵੇ, ਜੇ ਡਿਫੈਂਸ ਵਾਲੀ ਗੱਲ ਵੀ ਹੋ ਜਾਏ ਤਾਂ ਫਿਰ ਤਾਂ ਇਹ ਤਾਂ ਜ਼ਰੂਰੀ ਹੈ, ਪਰ ਉਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਐਕਸੀਡ ਕੀਤਾ, ਫਿਰ ਵੀ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ। ਬਲ 302 ਤੋਂ ਕੇਸ 304 ਚਲੇ ਜਾਂਦਾ ਜੇ ਕੋਰਟ ਉਹਨਾਂ ਨੂੰ ਇਹ ਬੈਨੀਫਿਟ ਦੇ ਦੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ, ਕਿ ਅਸੀਂ ਆਪਣੇ ਵਾਸਤੇ ਕੀਤਾ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਦੇ ਕਿਸੇ ਬੰਦੇ 'ਤੇ ਗੋਲੀ ਦੇ ਨਿਸ਼ਾਨ ਨਹੀਂ ਸੀ। ਕਿਰਪਾਨਾਂ ਦੀਆਂ ਸੱਟਾਂ ਇੱਕ ਦੋ ਬੰਦੇ ਨੂੰ ਹੈਗੀਆਂ ਸੀ, ਜਿਹੜੇ ਉਹਨਾਂ ਮੁੜ ਕੇ ਸਾਬਤ ਵੀ ਕੀਤਾ ਉੱਥੇ ਵੀ ਸਾਨੂੰ ਕਿਰਪਾਨਾਂ ਦੀਆਂ ਸੱਟਾਂ ਵੱਜੀਆਂ। ਜ਼ਖਮੀ ਤਾਂ ਇੱਧਰ ਵੀ ਤਕਰੀਬਨ 70 ਤੋਂ ਵਧੇਰੇ ਸਨ। ਜ਼ਖਮੀ ਬਹੁਤ ਜ਼ਿਆਦਾ ਸੀ, ਸਾਡੇ ਜ਼ਖਮੀ ਬਹੁਤ ਜ਼ਿਆਦਾ ਸੀ, 13 ਸ਼ਹੀਦੀਆਂ ਸੀ। ਮੇਰਾ ਖਿਆਲ 16 ਸਿੰਘ ਜ਼ਖਮੀ ਸੀ ਜਿਨ੍ਹਾਂ ਦੀ ਅਸੀਂ ਅਗਵਾਈ ਕਰਾਈ ਹੈ ਇਸ ਕੇਸ 'ਚ, ਅਤੇ 13 ਸ਼ਹੀਦਾਂ ਦੇ ਪੋਸਟਮਾਰਟਮ ਵੀ ਉਹ ਕਰਾਏ ਸਾਰੇ। ਸਾਡਾ ਕੇਸ ਬੜਾ ਅੱਛਾ ਸੀ। ਇੱਕ ਮੇਨ ਪਹਿਲੂ ਅਸਲ ਕੇਸ ਹਾਰਨ ਦਾ, ਜੋ 4/81 ਨੂੰ ਬਰੀ ਕੀਤੇ ਅਲਟੀਮੇਟਲੀ, ਸਾਨੂੰ ਇਹ ਸਾਰੇ ਬਰੀ ਹੋਣ ਦੀ ਪੋਸੀਬਿਲਿਟੀ ਨਹੀਂ ਸੀ। ਇੱਕ ਤਫਤੀਸ਼ੀ ਅਫਸਰ ਉਸ ਵੇਲੇ ਇੰਸਪੈਕਟਰ ਹੁੰਦਾ ਸੀ ਇੰਚਾਰਜ ਕੋਤਵਾਲੀ, ਇੰਸਪੈਕਟਰ ਅਨੂਪ ਸਿੰਘ, ਉਹ ਬਾਦਲ ਹੋਣਾ ਦੇ ਬੜਾ ਨੇੜੇ ਸੀ, 5 ਵਾਰ ਵਿਆਹਿਆ ਸੀ, ਉਦੋਂ ਬਾਦਲ ਦੀ ਰਿਸ਼ਤੇਦਾਰੀ ਸੀ ਕੋਈ, ਉਹਦੇ ਨਾਲ ਤਾਂ ਨਹੀਂ ਸੀ। ਅਨੂਪ ਸਿੰਘ ਮਨਾਸ ਜਲੰਧਰ ਦੇ, ਉਹ ਉਸ ਕੇਸ ਦੇ ਤਫਤੀਸ਼ੀ ਸੀ, ਅਤੇ ਉਹਨਾਂ ਤੋਂ ਸੀਨੀਅਰ ਤਫਤੀਸ਼ੀ ਸੀ ਸਰਦਾਰ ਗਿੱਲ ਸਾਹਿਬ, DSP। ਇਹ ਉੱਥੇ ਜਾ ਕੇ ਇੱਕ ਸੈਸ਼ਨ ਕੋਰਟ ਦੇ ਸਾਹਮਣੇ ਬੜਾ ਵੱਡਾ ਦਰਖਤ ਬੋਰਡ ਦਾ, ਹੁਣ ਵੀ ਅਜੇ ਹੈਗਾ ਉੱਥੇ ਜਾ ਕੇ ਸਾਰੇ ਬਹਿੰਦੇ ਸੀ ਉਦੋਂ ਆਵਾਜ਼ ਪੈਣ ਤੋਂ ਪਹਿਲਾਂ। ਸਾਨੂੰ ਕਿਸੇ ਨੂੰ ਨਹੀਂ ਪਤਾ, ਜਦੋਂ ਅਸੀਂ ਤਾਂ ਟਾਈਮ ਸਿਰ ਜਾਂਦੇ ਸਾਂ, ਇਹ ਉਹ DSP ਅਤੇ ਪੁਲਿਸ ਵਾਲੇ ਜਾ ਕੇ ਬੈਠੇ ਹੁੰਦੇ ਸੀ, ਕਿਉਂਕਿ ਉਹਨੂੰ ਮੁਲਜ਼ਮਾਂ ਨੂੰ ਦੇਖਣਾ ਹੁੰਦਾ ਵੀ ਸਾਰੇ ਆ ਜਾਂਦੇ ਆ। ਇਹ ਅਜੇ ਤੱਕ ਇਹ ਗੁੱਥੀ ਨਹੀਂ ਸੁਲਝੀ ਕਿ ਉਹਨੇ ਟੇਪ ਦੇ ਵਿੱਚ ਬੜਾ ਕੁਛ ਇੰਨਾ ਕੁਛ ਕਹਿ ਦਿੱਤਾ, ਜਿਹੜੀ ਟੇਪ 'ਚ ਬਾਅਦ 'ਚ ਉਹਨੂੰ ਕਨਫਰੰਟ ਕੀਤਾ ਉਹਨਾਂ, ਜਿਸ ਕੇਸ ਨੂੰ ਸਾਰਾ ਉਲਟ ਪੁਲਟ ਕਰਤਾ ਉਸ ਇੰਸਪੈਕਟਰ ਨੇ। ਕਿਹੜੇ ਇੰਸਪੈਕਟਰ ਨੇ? ਅਨੂਪ ਸਿੰਘ ਨੇ। ਉਹਦੀ ਟੇਪ ਜਿਹੜੀ ਮੇਨ ਐਵੀਡੈਂਸ ਆਈ ਨਾ, ਜਿਹੜੇ ਮੇਨ ਬਰੀ ਇਸ ਗੱਲ 'ਤੇ ਕੀਤਾ ਕਿ ਉਹਨੇ ਜੋ ਕੁਝ ਤਫਤੀਸ਼ ਕੀਤਾ ਸੀ ਆਪ ਹੀ, ਜਾਂ DSP ਨੇ ਤਫਤੀਸ਼ ਕੀਤੀ ਸੀ ਗੁਰਬਚਨ ਨੂੰ, ਨਹੀਂ ਅਨੂਪ ਸਿੰਘ ਇੰਸਪੈਕਟਰ ਅਤੇ DSP ਤਾਂ ਬੜਾ ਸਿਆਣਾ ਬੰਦਾ ਸੀ, ਉਹਨੇ ਤਾਂ ਕੋਈ ਗੱਲ ਨਹੀਂ ਰਿਕਾਰਡ ਕਰਾਈ। ਇਹ ਪਤਾ ਨਹੀਂ ਉਹਨਾਂ ਦਾ ਇੱਕ ਐਡਵੋਕੇਟ ਸੀ ਕੋਈ ਜੂਨੀਅਰ ਉਸ ਟਾਈਮ 'ਤੇ ਨਿਰੰਕਾਰੀਆਂ ਦਾ, ਜਿਹਦੇ ਨਾਲ ਬਹਿ ਕੇ ਗੱਲਾਂ ਕਰਦੇ ਰਹੇ ਉਹ ਸਾਰੀਆਂ। ਹਾਂਜੀ ਉਹ ਬਾਬਾ ਤਾਂ ਉੱਥੇ ਨਹੀਂ ਸੀ ਜੀ, ਫਲਾਣਾ ਉੱਥੇ ਨਹੀਂ ਸੀ, ਉਹ ਜਿੰਨਾ ਕੁਝ ਤਫਤੀਸ਼ ਦੇ ਬਿਲਕੁਲ ਉਲਟ ਗੱਲਾਂ ਸੀ ਉਹਦੇ ਨਾਲ ਕਰਕੇ। ਜਦੋਂ ਜਿਸ ਦਿਨ ਉਸ ਇੰਸਪੈਕਟਰ ਦੀ ਗਵਾਹੀ ਸੀ ਤਾਂ ਸਾਡੇ ਸਵੇਰੇ ਆ ਜਾਂਦੇ ਸੀ ਗਵਾਹੀਆਂ। ਮੈਨੂੰ ਟੇਪ ਬਾਰੇ ਥੋੜ੍ਹੀ ਵਿਸਥਾਰ ਦੱਸੋ। ਇਹ ਕੋਈ ਗੁਪਤ ਰਿਕਾਰਡਿੰਗ ਕੀਤੀ ਗਈ ਸੀ? ਰਿਕਾਰਡਿੰਗ ਕੀਤੀ, ਟੇਪ ਰਿਕਾਰਡ ਹੋਇਆ, ਇਹਨੂੰ ਪਤਾ ਨਹੀਂ ਲੱਗਾ, ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ। ਅਨੂਪ ਸਿੰਘ ਦੀ ਗੁਪਤ ਰਿਕਾਰਡਿੰਗ ਨਕਲੀ ਨਿਰੰਕਾਰੀਆਂ ਨੇ ਕੀਤੀ? ਉਹਨੇ ਕੀਤੀ, ਉਹੀ ਮੇਨ ਪੇਸ਼ ਹੋਈ, ਉਹਦੇ ਕਰਕੇ ਬਰੀ ਹੋਏ ਆ। ਉਹਨਾਂ ਅਦਾਲਤ 'ਚੋਂ ਪੇਸ਼ ਕੀਤੀ? ਉਹਨਾਂ ਅਦਾਲਤ 'ਚ ਪੇਸ਼ ਕੀਤੀ, ਜਿਸ ਨੂੰ ਉਹਦੀ ਗਵਾਹੀ ਸੀ। ਜਿਸ ਤਰ੍ਹਾਂ ਜੇ ਮੈਨੂੰ ਕੋਈ ਇਹ ਪੁੱਛੇ ਕਿ ਉਹਦਾ ਕਸੂਰ ਕਿੰਨਾ ਕੁ ਸੀ, ਹੁਣ ਪਤਾ ਲੱਗਦਾ ਕਸੂਰ ਇਸ ਕਰਕੇ ਗਵਾਹੀ ਹੋਈ ਹੈ। ਮੈਂ ਉਸ ਵੇਲੇ ਦਸਤਾਰ ਸਜਾ ਰਿਹਾ ਸਾਂ, 9:30 ਦੀ ਗੱਲ ਹੈ, ਉਹ 9 ਵਜੇ ਸਾਡੇ ਕੋਲ ਕੇ ਚਾਹ ਦਾ ਕੱਪ ਪੀਂਦੇ ਸੀ ਕਚਹਿਰੀ ਜਾਣ ਤੋਂ ਪਹਿਲਾਂ। ਜਦੋਂ ਮੈਂ ਪੱਗ ਬੰਨਦਾ ਸੀ, ਮੈਨੂੰ ਪੁੱਛਦਾ ਵਕੀਲ ਸਾਹਿਬ, ਜੇ ਕੋਈ ਟੇਪ ਸ਼ੇਪ ਦਾ ਕਿੰਨਾ ਕੁ ਐਡਮਿਸਿਬਲ ਐਵੀਡੈਂਸ ਹੁੰਦਾ? ਜਦ ਪੁਲਿਸ ਅਫਸਰ ਹੈ, ਉਹ ਵੀ ਇੰਸਪੈਕਟਰ ਹੈ, MA ਪਾਸ ਸੀ ਉਹ। ਮੈਂ ਕਿਹਾ ਜੀ ਜੇ ਉਹ ਸਾਬਤ ਕਰ ਦੇਣ ਤਾਂ ਫਿਰ ਤਾਂ ਹੁੰਦਾ, ਟੇਪ ਸਾਬਤ ਕਰਨੀ ਬੜੀ ਔਖੀ ਹੈ ਕਿ ਕਿਹਦੀ ਆਵਾਜ਼ ਹੈ, ਕਿਸ ਹਾਲਾਤ 'ਚ ਹੈ, ਇਹਦੇ ਨਾਲ ਛੇੜਛਾੜ ਤਾਂ ਨਹੀਂ ਹੋਈ, ਇਹ ਸੁਪਰੀਮ ਕੋਰਟ ਦੀ ਜਜਮੈਂਟਸ ਹੈ। ਅਤੇ ਪਤਾ ਉਦੋਂ ਲੱਗਾ ਜਦੋਂ ਗਵਾਹੀ ਸ਼ੁਰੂ ਹੋਈ। ਅਸੀਂ ਤਾਂ ਗਵਾਹੀ ਉਹਦੀ ਕਰਾਤੀ ਜਿਹੜੀ ਤਫਤੀਸ਼ੀ ਅਫਸਰ ਦੀ ਹੁੰਦੀ ਹੈ। ਜਦੋਂ ਉਹਦਾ ਕ੍ਰੋਸ ਐਗਜ਼ਾਮਿਨੇਸ਼ਨ ਸ਼ੁਰੂ ਹੋਇਆ ਤਾਂ ਉਹਨੇ ਆਖਣਾ ਵੀ ਤੁਸੀਂ ਫਲਾਣੇ ਐਡਵੋਕੇਟ ਸਾਹਿਬ ਨਾਲ ਬੈਠੇ ਸੋ ਫਲਾਣੀ ਤਰੀਕ ਨੂੰ। ਉਹਨੇ ਕਿਹਾ ਮੈਨੂੰ ਇਹ ਤਾਂ ਯਾਦ ਨਹੀਂ, ਲੇਕਿਨ ਬਹਿ ਜਾਈਦਾ ਸੀ, ਵੀ ਬੈਠੇ ਹੁੰਦੇ ਸੀ ਕਚਹਿਰੀ ਦੇ ਬਾਹਰ ਹੀ ਬਹਿਣਾ ਨਾ, ਸ਼ਾਮੇ ਬੈਠੇ ਹੁੰਦੇ ਸਨ। ਫਿਰ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ, ਕਹਿੰਦਾ ਹੋ ਸਕਦੀ ਹੋਈ ਹੋਵੇ। ਫਿਰ ਇਹਨਾਂ ਨੂੰ ਟੇਪ ਪੁੱਟ ਕਰਨੀ ਸ਼ੁਰੂ ਕਰਤੀ। ਫਿਰ ਅਸੀਂ ਇਤਰਾਜ਼ ਕੀਤਾ ਕਿ ਜਿਹੜੀ ਟੇਪ ਨਹੀਂ ਪੁੱਟ ਕਰ ਸਕਦੀ, ਪਹਿਲਾਂ ਦੇਖੋ ਟੇਪ ਦੇ ਵਿੱਚ ਕੀ ਹੈ। ਉਹ ਟੇਪ ਜਿਹੜੀ ਹੈ ਡਿਸਪਲੇ ਹੋਈ, ਉਹ 'ਚੋਂ ਸਾਰਾ ਕੇਸ ਜਿਹੜਾ ਸੀ, ਜਿਹੜੇ ਮੇਨ ਫੀਚਰ ਸੀ ਕੇਸ ਦੇ, ਉਹਨੇ ਉਲਟ ਗੱਲਾਂ ਕੀਤੀਆਂ ਸੀ। ਇਹ ਸਾਨੂੰ ਉਦੋਂ ਸ਼ੱਕ ਸੀ ਵੀ ਜਾਣ ਬੁੱਝ ਕੇ, ਪਰ ਉਹ ਅਖੀਰ ਤੱਕ ਉਹ ਇਹ ਗੌਰਮੈਂਟ ਨੂੰ, ਹਾਲਾਂਕਿ ਉਹ ਮੁੜ ਕੇ ਬਾਅਦ 'ਚ SP ਰਿਟਾਇਰ ਹੋਇਆ, ਅਸੀਂ ਉਹਦੇ ਖਿਲਾਫ ਬਹੁਤ ਕੁਝ ਲਿਖਿਆ ਵੀ ਇਹਨੇ ਸਾਰਾ ਕੇਸ ਪੰਜਾਬ ਗੌਰਮੈਂਟ ਜਿਹੜਾ ਖਰਾਬ ਕੀਤਾ, ਇਹਨੇ ਕੀਤਾ। ਹੋਰ ਕੁਝ ਮੇਨ ਫੀਚਰ ਇਸ ਕੇਸ ਦੇ ਵੀ ਹੈ ਕਿ ਜਿਸ ਦਿਨ ਗਵਾਹੀ ਸੀ ਇੱਕ ਤਰਲੋਚਨ ਸਿੰਘ ਦੀ, ਉਹ ਪਿੱਛੇ ਜਲਾਲਾਬਾਦ ਦੇ ਕੋਲ ਰਹਿਣ ਵਾਲਾ, ਜਿਹੜਾ ਫਿਰੋਜ਼ਪੁਰ ਜਲਾਲਾਬਾਦ ਹੈ, ਉਹਨੇ ਉਹਨੂੰ ਨਿਰੰਕਾਰੀ ਨੂੰ ਪਛਾਣਨਾ ਸੀ ਵੀ ਇਹ ਉੱਥੇ ਸੀ ਸਟੇਜ 'ਤੇ। ਉਸ ਦਿਨ ਉਹ ਨਿਰੰਕਾਰੀ ਦੇ 2 ਸਕੇ ਭਰਾ ਹੋਰ ਸੀ, ਜਿਹਦੀਆਂ ਸ਼ਕਲਾਂ ਸਾਰਾ ਕੁਛ, ਦਾੜਾ ਵੀ ਉਸੇ ਤਰ੍ਹਾਂ ਦਾ, ਲੇਕਿਨ ਉਹ ਉਸ ਬਾਣੇ 'ਚ ਨਹੀਂ ਸੀ ਵਿਚਰਦੇ ਜਿਹੜਾ ਇਹ ਪਾਉਂਦਾ ਸੀ।
ਤੇ ਜਦੋਂ ਅਸੀਂ ਕਚਹਿਰੀ ਗਏ ਜਾਂਦਿਆਂ ਨੂੰ ਦੇਖਿਆ ਤੇ ਬਾਕੀ ਸਾਰਿਆਂ ਨੂੰ ਤੇ ਭੁੰਜੇ ਬਿਠਾਉਂਦੇ ਸੀ। ਦਰੀ ਸੀ ਕਚਹਿਰੀ ਦੇ ਵਿੱਚ, 64 ਬੰਦੇ ਬਹੁਤ ਹੁੰਦੇ ਨਾ, ਬੜੀ ਵੱਡੀ ਕਚਹਿਰੀ ਸੈਸ਼ਨ ਦੀ। ਜਿਹੜਾ ਨਿਰੰਕਾਰੀ ਚੀਫ ਹੈ ਇਹਨੂੰ ਪਹਿਲੇ ਦਿਨ ਜਦੋਂ ਇਹ ਪੇਸ਼ੀ ਹੋਈ ਸਾਡੀ, ਉਹਨੂੰ ਕੁਰਸੀ ਦੇ ਦਿੱਤੀ, ਅਦਾਲਤ ਨੇ ਕਹਿ ਤਾ ਲਾਅ ਕਰਤਾ, ਤੇ ਨਿਰੰਕਾਰੀ ਇਹਨੂੰ ਦੇਤੀ ਨੰਜਨ ਸਿੰਘ ਨੂੰ IAS ਕਰਕੇ। ਉਹ ਸਭ ਤੋਂ ਪਹਿਲਾਂ ਮੈਂ ਇਤਰਾਜ਼ ਕੀਤਾ ਹੈ ਵੀ ਜੇ ਜਦੋਂ ਕੋਈ ਗਵਾਹੀ ਦੇਣ ਆਉਂਦਾ, ਜਦੋਂ ਦੇਖਦਾ ਮੁਲਜ਼ਮ ਕੁਰਸੀ 'ਤੇ ਬੈਠੇ ਤਾਂ ਉਹਦੇ ਮਨ 'ਤੇ ਗਵਾਹੀ ਕਿੱਦਾਂ ਦਊਗਾ, ਉਹਦੇ ਮਨ 'ਤੇ ਅਸਰ ਹੁੰਦਾ। ਉਹ ਫਿਰ ਜੱਜ ਨੇ ਆਰਡਰ ਕਰਕੇ ਉਹਨੂੰ ਤਾਂ ਕਹਿ ਤਾ ਵੀ ਤੂੰ ਜਿਹੜਾ IAS ਹੈ ਉਹ ਤਾਂ ਦੂਜੇ ਬੰਦਿਆਂ ਦੇ ਵਿੱਚ ਪੈਂਦਾ ਰਿਹਾ, ਭੁੰਜੇ ਹੀ ਦਰੀ ਦੇ ਉੱਪਰ ਸੁਣਵਾਈ ਦੇ ਦੌਰਾਨ। ਨਿਰੰਕਾਰੀ ਚੀਫ ਨੂੰ ਬੈਂਚ 'ਤੇ ਬਹਿਣ ਦੀ ਇਜਾਜ਼ਤ ਦੇ ਦਿੱਤੀ। ਚਲੋ ਸਾਨੂੰ ਇੰਨਾ ਵੀ ਕੋਈ ਖਾਸ ਗੱਲ ਨਹੀਂ। ਤਾਂ ਜਦੋਂ ਅਸੀਂ ਗਏ ਤਾਂ 3 ਜਣੇ ਨਿਰੰਕਾਰੀ ਬੈਠੇ ਸੀ, ਇੱਕੋ ਜਿਹਾ, ਕੋਈ ਨਹੀਂ ਸੀ ਪਛਾਣ ਸਕਦਾ, ਪਰ ਫਿਰ ਵੀ ਉਹ ਸਿੰਘ ਨੇ ਪਛਾਣ ਲਿਆ। ਅੱਛਾ ਜੀ। ਮਤਲਬ ਤਿੰਨੇ ਭਰਾ ਐਵੇਂ ਸਾਲ 2-2 ਸਾਲ ਇੱਕ ਦੂਜੇ ਨੂੰ ਵੱਧ ਛੋਟੇ ਹੋਣੇ ਆ, ਪੱਗਾਂ ਵੀ ਉਹਦੇ ਨਾਲ ਇੱਕੋ ਜਿਹੀਆਂ ਬਣਾਤੀਆਂ। ਉਹਨਾਂ ਨੇ ਪੂਰਾ ਛਲ ਵਰਤਿਆ। ਉਹਦਾ ਪੂਰਾ ਉਸ ਗੱਲ ਦਾ, ਇਹ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਬਹੁਤ ਚੁੱਕੀ ਸੀ ਵੀ ਇਸ ਤਰ੍ਹਾਂ ਵੀ ਹੋਇਆ ਅਦਾਲਤ ਵਿੱਚ, ਜੋ ਕੁਝ ਹੋਇਆ ਉਹ ਬਾਹਰੋਂ ਆਣ ਕੇ ਅਖਬਾਰਾਂ ਚੁੱਕ ਲੈਂਦੀਆਂ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਸ ਕੇਸ 'ਚ ਹੁੰਦੀਆਂ ਰਹੀਆਂ। ਤੇ 481 ਨੂੰ ਸਿਰਫ ਇੱਕ ਬੰਦਾ ਉਹਨਾਂ 'ਚੋਂ ਜਿਹੜਾ ਨਿਰੰਕਾਰੀ ਸੀ, ਉਹਦੇ ਕੋਲੋਂ ਇਨਵੈਸਟੀਗੇਸ਼ਨ ਦੇ ਦੌਰਾਨ ਇੱਕ ਨਜਾਇਜ਼ ਪਿਸਤੌਲ ਫੜਿਆ ਗਿਆ ਸੀ, ਉਹਨੂੰ 1 ਸਾਲ ਕੈਦ ਕੀਤੀ ਸੀ। ਬਾਕੀ ਸਾਰੇ 4 ਜਨਵਰੀ 1980 ਨੂੰ ਬਰੀ ਕਰਤੇ। 63 ਬੰਦੇ ਉਹਨਾਂ ਬਰੀ ਕਰਤੇ। 63 ਬੰਦੇ ਬਰੀ ਕਰਤੇ, ਜਿਸ 'ਚ ਨਿਰੰਕਾਰੀ ਚੀਫ ਵੀ ਸੀ। ਪਰ ਇਹਦੇ 'ਚ ਮੈਂ ਅਖੀਰ 'ਤੇ ਗੱਲ ਆਪਣੇ ਐਡ ਕਰਦੇ ਹਾਂ, ਜਿਹੜਾ ਉਹਨਾਂ ਨੂੰ ਖਦਸ਼ਾ ਸੀ, ਜਿਹੜਾ ਉਹਨਾਂ ਆਪਣੀ ਟਰਾਂਸਫਰ ਪਟੀਸ਼ਨ ਦੇ ਵਿੱਚ ਪਾਇਆ ਸੀ ਵੀ ਸਾਡੀ ਜਾਨ ਨੂੰ ਖਤਰਾ ਪੰਜਾਬ 'ਚ, ਉਹ 4/1/80 ਤੱਕ ਹੀ ਬਹੁਤ ਸਾਰਾ ਪੂਰਾ ਸੱਚੀ ਗੱਲ ਸਾਬਤ ਹੋ ਗਈ। ਉਹ 64 'ਚੋਂ ਮੇਰਾ ਖਿਆਲ ਹੈ ਸਿੰਘਾਂ 'ਚੋਂ ਕਿਸੇ ਨਾ ਕਿਸੇ ਨੇ ਉਦੋਂ 'ਚੋਂ 20-22 ਤੇ ਸੋਤੇ। ਉਹਨਾਂ 64 'ਚੋਂ? ਹਾਂਜੀ ਹਾਂਜੀ। ਕਿਹੜੀ ਸਾਲ? ਨਿਰੰਕਾਰੀ 80 ਤੋਂ ਬਾਅਦ, 4/1/80 ਤੋਂ ਬਾਅਦ ਉਹ ਕਰਨਲ ਮਾਰਿਆ ਗਿਆ, ਨਿਰੰਕਾਰੀ ਚੀਫ ਮਾਰਿਆ ਗਿਆ, ਹੋਰ ਬਹੁਤ ਸਾਰੇ। ਹਾਂਜੀ, ਉਸ ਕੇਸ 'ਚੋਂ। ਇਹ ਤਾਂ ਹੁਣ ਤੱਕ ਵੀ ਉਹਨਾਂ ਅਦਾਲਤਾਂ ਜਾ ਕੇ ਸਾਡੇ ਖਿਲਾਫ ਦਰਖਾਸਤਾਂ ਦਿੱਤੀਆਂ ਵੀ ਸਿੱਖਾਂ ਨੇ ਸਾਡੇ ਉਹ 64 ਨੂੰ ਇੰਨੇ ਮਾਰਤੇ ਆ। ਹਾਂਜੀ। ਜੇ ਅਦਾਲਤ ਹਾਂਜੀ ਉਹਨਾਂ ਨੂੰ 302 ਦੀ ਸਜ਼ਾ ਦੇ ਦਿੰਦੀ ਤੇ ਕੀ ਉਹ ਸਿੰਘਾਂ ਦੇ ਹੱਥੋਂ ਨਾ ਮਾਰੇ ਜਾਂਦੇ? ਇਹ ਤਾਂ ਖੈਰ ਜਿਹੜੀ ਜੇਬ ਵਾਲੀ ਗੱਲ ਹੈ, ਉਦੋਂ ਕੀ ਹੁੰਦਾ, ਹਾਂ ਇਹ ਜ਼ਰੂਰ ਹੈ ਵੀ ਸਿੱਖਾਂ ਨੂੰ ਕੁਝ ਨਾ ਕੁਝ ਰਾਹਤ ਮਿਲਦੀ ਤੇ ਮਹਿਸੂਸ ਹੁੰਦੀ ਨਾ ਵੀ ਸਾਡੇ ਨਾਲ ਜ਼ਿਆਦਤੀ ਹੋਈ ਹੈ। ਜੇ ਸਿੱਖਾਂ ਨੇ ਮਾਰ ਨਹੀਂ ਜਾਣਾ ਸੀ ਰੇਲਵੇ ਕਾਲੋਨੀ 'ਚ B ਬਲੋਕ 'ਚ ਉੱਥੇ ਅੰਮ੍ਰਿਤਸਰ ਮਾਰਨ ਜਾਂਦੇ, ਫਿਰ ਤਾਂ ਹਥਿਆਰਾਂ ਦੀ ਕਮੀ ਸੀ। 303 ਵੀ ਬਥੇਰੀਆਂ ਸੀ, 315 ਬਥੇਰੀਆਂ ਕਾਰਵਾਈਆਂ ਸਿੱਖਾਂ ਕੋਲ ਵੀ ਹੈਗੀਆਂ ਸੀ। ਮਾਰਨ ਤਾਂ ਗਏ ਨਹੀਂ ਸੀ, ਗਏ ਤੇ ਰੋਕਣ ਤੇ ਸੀ ਵੀ ਤੁਸੀਂ ਆਪਣਾ ਜੋ ਮਰਜ਼ੀ ਕਰੋ, ਸਾਡੇ ਧਰਮ ਦੇ ਖਿਲਾਫ ਨਾ ਕੁਝ ਵੀ ਬੋਲੋ। ਤੁਸੀਂ ਉਹ ਬੜੀ ਦਿਲਚਸਪ ਗੱਲ ਦੱਸੀ ਆ ਕਿ 64 ਦੇ ਵਿੱਚੋਂ 22 ਜਿਹੜੇ ਸੀ ਉਹਨਾਂ ਦਾ ਕਤਲ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਟਾਈਮ 'ਤੇ ਹੁੰਦਾ ਰਿਹਾ। ਉਹ ਅਖਬਾਰਾਂ 'ਚ ਵੀ ਆਉਂਦਾ ਰਿਹਾ ਸਾਰਾ। ਇੱਕ ਉਹ ਉਸ ਗੱਲ ਨੂੰ ਅਦਾਲਤ 'ਚ ਲੈ ਕੇ ਬਾਅਦ 'ਚ ਵੀ ਜਾਂਦੇ ਰਹੇ? ਨਹੀਂ, ਉਹ ਕੇਸ ਤਾਂ ਫਿਰ ਉਸ ਹਿਸਾਬ ਨਾਲ ਚੱਲਦੇ ਰਹੇ। ਕੋਈ ਕੇਸ ਸੈਟਲ ਹੋ ਗਿਆ, ਜਿਸ ਤਰ੍ਹਾਂ ਤਫਤੀਸ਼ਾਂ, ਉਹ ਤਾਂ ਕੇਸ ਤਾਂ ਸਾਰੇ ਹੀ ਜਿਹੜੇ ਤਫਤੀਸ਼ਾਂ ਹੁੰਦੀਆਂ ਹੀ ਨੇ, ਫੈਕਟ ਵਜੋਂ ਲੈਂਦੇ ਰਹੇ। ਫੈਕਟ ਵਜੋਂ ਜਿੱਥੇ ਵੀ ਉਹਨਾਂ ਨੂੰ ਲੋੜ ਪਈ ਉੱਥੇ ਕਹਿੰਦੇ ਰਹੇ। ਤਾਂ ਕਿ ਜਿਹੜਾ 1000 ਉਹ ਜਿਹੜਾ ਸਿਵਲ ਕੇਸ ਵੀ ਕੀਤਾ ਸੀ, ਇਹ ਵੀ ਸਾਰਾ ਦਿੱਲੀੋਂ ਬਾਹਰ ਚਲੇ ਗਿਆ। ਇਹ ਸਾਰੇ ਕੇਸ ਇਹਨਾਂ ਜਿੰਨੇ ਸੀ ਬਾਹਰ ਲੈ ਜਾਂਦੇ ਸੀ। ਬਲਕਿ ਇੱਥੋਂ ਤੱਕ ਜਿਹੜਾ ਉਹ ਕੇਸ ਦੁਰਗ ਹੋਇਆ ਸੀ, ਉਹ ਵੀ ਇਹ ਗੱਲ ਪੰਜਾਬ ਦੀਆਂ ਗੱਲਾਂ ਉਦਾਹਰਣਾਂ ਦੇ ਕੇ ਉਹ ਵੀ ਕੇਸ ਵੀ ਉਹ ਮੰਡਲ ਲੈ ਲਗੇ ਦੁਰਗ ਤੋਂ, ਵੀ ਜਿੱਥੇ ਇੱਥੇ ਸਿੱਖਾਂ ਦਾ ਜ਼ੋਰ ਹੈ। ਇੱਕ ਜਿਹੜੀ ਦਿਲਚਸਪ ਗੱਲ ਇਸ ਕੇਸ ਦੀ ਇਹ ਹੈ ਕਿ ਜਦੋਂ ਇਹ ਵਾਕਿਆ ਹੋਇਆ ਵਿਸਾਖੀ 78 ਵਾਲਾ, ਉਦੋਂ ਲਾਲਾ ਜਗਤ ਨਾਰਾਇਣ ਸਟੇਜ ਦੇ ਉੱਪਰ ਹਾਜ਼ਰ ਸੀ। ਅਤੇ ਇਹਨੂੰ ਉਹਨਾਂ ਨੇ ਜਦੋਂ ਸਾਡੀ ਆਪਣੀ ਗਵਾਹੀ ਬੰਦ ਹੋਈ, ਉਹਨਾਂ ਡਿਫੈਂਸਿਵ ਤੌਰ 'ਤੇ ਸਫਾਈ ਦੇ ਗਵਾਹ ਵੱਲੋਂ ਪੁਤਾਇਆ ਵੀ ਮੈਂ ਅਸੀਂ ਤਾਂ ਮਾਰਨ ਗਏ ਨਹੀਂ, ਨਿਰੰਕਾਰੀ ਮੇਰੇ ਸਾਹਮਣੇ ਨਹੀਂ ਗਏ, ਉਹਨੇ ਕਹਿਣਾ ਸੀ। ਉਸ ਵੇਲੇ ਬਜ਼ੁਰਗ ਸੀ ਕਾਫੀ, ਉਹ ਕਹਿੰਦਾ ਜੀ ਮੈਂ ਉੱਥੇ ਜਾ ਨਹੀਂ ਸਕਦਾ, ਅਤੇ ਨੰਬਰ 2 ਸਿਕਿਉਰਿਟੀ ਕਰਕੇ ਨਹੀਂ ਜਾ ਸਕਦਾ। ਉਹਦੀ ਗਵਾਹੀ ਸੈਸ਼ਨ ਜੱਜ ਨੇ ਆਰਡਰ ਕਰਤੇ, ਕਮਿਸ਼ਨ 'ਤੇ ਹੋਈ, ਤਰਨਤਾਰਨ ਮੈਜਿਸਟਰੇਟ ਦੀ ਕੋਰਟ 'ਚ ਉਹਦੀ ਗਵਾਹੀ ਹੋਈ ਸੀ। ਸਾਡੀ ਵੀ ਟੀਮ ਸਾਰੀ ਉੱਥੇ ਸੀ, ਉਹਨਾਂ ਦੀ ਵੀ ਉੱਥੇ ਸੀ। ਜਦੋਂ ਗਵਾਹੀ ਦੇ ਹਟਿਆ ਸੀ ਕਿ ਮੈਂ ਉੱਥੇ ਸਾਡੇ ਵੱਲੋਂ ਮਾਰਨ ਨਾਲ ਕੋਈ ਹਥਿਆਰ ਕੋਈ ਨਹੀਂ ਸੀ, ਹਾਲਾਂਕਿ ਟਰੱਕ ਭਰ ਕੇ ਹਥਿਆਰਾਂ ਦੇ ਇਹਨਾਂ ਖੜ੍ਹੇ ਸੀ, ਇੱਥੋਂ ਇੰਨੀ ਤਿਆਰੀ ਸੀ ਨਿਰੰਕਾਰੀਆਂ ਦੀ। ਇਹ ਤਫਤੀਸ਼ ਦੇ ਵਿੱਚ ਗੱਲ ਆਈ ਹੈ। ਤੇਜ਼ਾਬ ਦੀਆਂ ਕਹਿੰਦੇ ਬੋਤਲਾਂ ਵੀ ਭਰੀਆਂ ਸੀ। ਉਹ ਤਾਂ ਕਾਫੀ ਕੁਝ ਜੋ ਕੇਸ ਫਾਈਲ 'ਤੇ ਜਿੰਨੀਆਂ ਜ਼ਮੀਨੀਆਂ ਨੇ ਉਹਨਾਂ 'ਚ ਚੀਜ਼ ਆਈ ਹੋਈ ਹੈ। ਇਹਨੂੰ ਜਦੋਂ ਕ੍ਰੋਸ ਐਗਜ਼ਾਮਨ ਸਾਡੇ ਵੱਲੋਂ ਕੀਤਾ ਗਿਆ, ਸਰਕਾਰੀ ਵਕੀਲ ਨੇ ਕੀਤਾ, ਮੈਂ ਤਾਂ ਨਹੀਂ ਕ੍ਰੋਸ ਐਗਜ਼ਾਮਨ ਕੀਤਾ, ਸਰਕਾਰੀ ਵਕੀਲ ਨੇ ਜਿਹੜਾ ਕੀਤਾ ਉਹ ਇਹ ਸੀ, ਉਹਨੂੰ ਪੁੱਛਦੇ ਕਿਉਂਕਿ ਪਿੱਛੋਂ ਜਿਹੜੇ ਉਹਨੂੰ ਤਿਆਰ ਕਰਦੇ ਸਨ, ਉਹ ਤਾਂ ਐਸੀ ਕਰਦੇ ਪੋਲੀਟੀਕਲ ਤੌਰ 'ਤੇ ਵੀ 50 ਸਾਲ ਪੁੱਛਣੇ। ਉਹਨੂੰ ਲਾਲ ਜਗਤ ਨਾਰਾਇਣ ਨੂੰ ਪੁੱਛਿਆ ਗਿਆ ਕਿ ਤੇਰੀ ਮਦਰ ਲੈਂਗੁਏਜ ਕੀ ਹੈ? ਉਹ ਕਹਿੰਦਾ ਹਿੰਦੀ। ਮਦਰ ਲੈਂਗੁਏਜ ਹਿੰਦੀ। ਉਹ ਅਗਲਾ ਸਵਾਲ ਅਸੀਂ ਪੁੱਛਿਆ ਵੀ ਜੇ ਮਦਰ ਲੈਂਗੁਏਜ ਤੁਹਾਡੀ ਹਿੰਦੀ ਹੈ ਤਾਂ ਪੰਜਾਬੀ ਕੀ ਹੈ?
ਇਹ ਲਾਲੇ ਵਾਲਾ ਕੇਸ ਵੱਖਰਾ ਉਸ ਤੋਂ ਕਹਿ ਰਹੇ ਹੋ? ਨਹੀਂ ਜੀ, ਨਹੀਂ ਨਹੀਂ, ਇਸੇ ਕੇਸ 'ਚ ਲਾਲੇ ਦੀ ਅਗਵਾਈ ਸੀ ਐਜ਼ ਡਿਫੈਂਸ ਵਿਟਨਸ ਨੰਬਰ 14। ਜਿਹੜੇ ਸਿੰਘ 13 ਸ਼ਹੀਦ ਹੋਏ ਨੇ ਇਸੇ ਕੇਸ ਦੇ ਵਿੱਚ ਸਫਾਈ 'ਚ ਭੁਗਤਿਆ ਸੀ ਲਾਲਾ ਜਗਤ ਨਾਰਾਇਣ। ਲਾਲਾ ਕੀ ਉੱਥੇ ਹਾਜ਼ਰ ਸੀ? ਉਹ ਸਟੇਜ ਤੇ ਹਾਜ਼ਰ ਸੀ, ਇਨਵਾਈਟ ਕੀਤਾ ਸੀ, ਹੀ ਵਾਜ਼ ਅ ਸਪੈਸ਼ਲ ਇਨਵਾਈਟੀ ਲਾਲਾ ਜਗਤ ਨਾਰਾਇਣ। ਉਹਨੂੰ ਪੁੱਛਿਆ ਵੀ ਜੇ ਤੁਹਾਡੀ ਬੋਲਚਾਲ ਦੀ ਭਾਸ਼ਾ ਹਿੰਦੀ ਹੈ ਤੇ ਪੰਜਾਬੀ ਕੀ ਹੈ, ਮਦਰ ਲੈਂਗੁਏਜ, ਜੇ ਤੁਹਾਡੀ ਮਦਰ ਲੈਂਗੁਏਜ ਜਿਹੜੀ ਹੈ ਉਹ ਤੁਸੀਂ ਆਉਂਦੇ ਹੋ ਸਾਡੀ ਮਦਰ ਲੈਂਗੁਏਜ ਹਿੰਦੀ ਹੈ, ਤਾਂ ਪੰਜਾਬੀ ਤੋਂ ਹਮਾਰੀ ਬੋਲਚਾਲ ਕੀ ਭਾਸ਼ਾ, ਹਿੰਦੀ 'ਚ ਦੇ ਰਿਹਾ ਸੀ ਪੰਜਾਬੀ। ਫਿਰ ਉਹਨੂੰ ਤੀਸਰਾ ਸਵਾਲ ਪੁੱਛਿਆ ਗਿਆ ਵੀ ਮਦਰ ਲੈਂਗੁਏਜ ਤੁਸੀਂ ਕਿਹਨੂੰ ਸਮਝਦੇ ਹੋ? ਕਹਿੰਦਾ ਮਦਰ ਲੈਂਗੁਏਜ ਉਹ ਹੁੰਦੀ ਹੈ ਜਿਸ ਕਿਸੇ ਕੌਮ ਦੇ ਧਾਰਮਿਕ ਗ੍ਰੰਥ ਹੋਣ। ਦੇਖੋ ਕਿੰਨਾ ਉਲਟ ਜਵਾਬ ਸੀ। ਇਹ 'ਤੇ ਕਾਫੀ ਬਹਿਸ ਵੀ ਹੁੰਦੀ ਜੀ ਬਾਅਦ 'ਚ, ਲੇਕਿਨ ਉਹਦੇ ਜਵਾਬ ਸੁਣਨ ਵਾਲੇ ਸੀ ਕਿ ਮਦਰ ਲੈਂਗੁਏਜ ਉਹ ਨਹੀਂ ਜਿਹੜਾ ਬੱਚਾ ਬੋਲਦਾ ਜਦੋਂ ਬੋਲਣ ਲੱਗਦਾ, ਜਿਹੜਾ ਮਾਂ ਤੋਂ ਸਿੱਖਦਾ, ਉਹਦੀ ਮਦਰ ਲੈਂਗੁਏਜ ਉਹ ਹੁੰਦੀ ਹੈ ਜੇ ਤੁਹਾਡੇ ਧਾਰਮਿਕ ਗ੍ਰੰਥ, ਤੇ ਸਾਡੇ ਧਾਰਮਿਕ ਗ੍ਰੰਥ ਸਾਰੇ, ਇਹਦਾ ਮਤਲਬ ਇਹ ਹੈ। ਉਹਦੇ ਕਰਕੇ ਬਾਅਦ 'ਚ ਜਦੋਂ ਮਰਦਮਸ਼ੁਮਾਰੀ ਹੁੰਦੀ ਰਹੀ ਤੇ ਜਦੋਂ 61 ਦੀ ਹੋਈ ਹੈ, ਉਦੋਂ ਇਹ ਸਾਰਾ ਕੰਮ ਸੀ ਇਹਨਾਂ ਦਾ, ਇਹ ਕਹਿਣ ਦਾ ਪ੍ਰੈਸ ਦਾ, ਕਿ ਸਾਰੇ ਹਿੰਦੂ ਆਪਣੀ ਮਦਰ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਨਾ ਲਿਖਾਓ, ਹਿੰਦੀ ਲਿਖਾਓ। ਅਤੇ ਬਾਅਦ 'ਚ ਜਦੋਂ ਦੇਖੋ ਕਿਸੇ ਕੌਮ ਨੂੰ ਸਾਰੀ ਨੂੰ ਚੰਗੀ ਮਾੜੀ ਨਹੀਂ ਆਖਿਆ ਜਾ ਸਕਦਾ, ਜਦੋਂ 81 'ਚ ਹੋਈ ਹੈ ਉਹਦੇ ਆਧਾਰ 'ਤੇ ਫਿਰ ਸਾਰਾ ਕੁਛ ਠੀਕ ਹੋ ਗਿਆ। ਫਿਰ ਜਿਹੜੇ ਸਿਆਣੇ ਹਿੰਦੂ ਸੀ ਉਹਨੇ ਆਖਿਆ ਨਹੀਂ ਜੇ ਸਾਡੀ ਮਦਰ ਲੈਂਗੁਏਜ ਪੰਜਾਬੀ ਹੈ, ਜਿਸ ਕਿਸੇ ਦੀ ਹਿੰਦੀ ਇੱਕ ਅੱਧੇ ਦੀ ਉਹਨੇ ਹਿੰਦੀ ਲਿਖਾਈ। ਲੇਕਿਨ ਉਹ ਲਾਲਾ ਜਗਤ ਨਾਰਾਇਣ ਨੇ ਆਪਣਾ ਸਾਰਾ ਜ਼ੋਰ ਲਾ ਲਿਆ ਕਹਿਣ 'ਤੇ ਕਿ ਸਾਰਾ ਪੰਜਾਬ ਦਾ ਹਿੰਦੂ ਜਦੋਂ ਵੀ ਮਰਦਮਸ਼ੁਮਾਰੀ ਹੁੰਦੀ ਹੈ अपनी मदर लैंग्वेज पंजाबी ना लिखाओ, हिंदी लिखाओ। पंजाबी तो हमारी बोलचाल की भाषा है, तो मदर लैंग्वेज उसको कहते हैं जिसमें उस कौम के धार्मिक ग्रंथ लिखे हों। ये गवाही करनाल च होई कि तरन ताਰਨ ਹੋਈ ਜੀ ਐਸ ਡਿਫੈਂਸ। ਕੱਲੇ ਲਾਲੇ ਦੀ ਉੱਥੇ ਉਹਨੇ ਕਿਹਾ ਜੀ ਉੱਥੋਂ ਮੈਨੂੰ ਮੇਰੀ ਜਾਨ ਨੂੰ ਖਤਰਾ, ਮੈਂ ਬਜ਼ੁਰਗ ਹਾਂ, ਮੈਂ ਜਾ ਨਹੀਂ ਸਕਦਾ। ਹਾਂਜੀ, ਇਹ 79 ਦੇ ਐਂਡ 'ਚ 70 ਉਹ ਜੋ ਮਰਡਰ ਤਾਂ 81 'ਚ ਹੋਇਆ, ਬਾਅਦ 'ਚੋਂ 4 ਇੱਕ 80 ਨੂੰ ਬਰੀ ਹੋਏ, ਬਾਕੀ ਸਾਰੇ। ਹੁਣ ਉਹ ਮੇਨ ਗਵਾਹ ਸੀ। ਉਹ ਜਦੋਂ ਲੁਧਿਆਣੇ ਮਰਡਰ ਹੋਇਆ ਉਹ ਕੇਸ ਵੀ ਮੇਰਾ ਕੀਤਾ ਲੁਧਿਆਣੇ, ਅਤੇ ਬਿੰਦਰਾ ਸਾਹਿਬ ਨੰਬਰ 1 'ਤੇ ਸੀ, ਮੈਂ ਉਹਨਾਂ ਦਾ ਜੂਨੀਅਰ ਸਾਂ। ਸੰਤਾਂ ਦਾ ਭਤੀਜਾ ਉਹ 'ਚੋਂ ਬਰੀ ਹੋਇਆ ਅਤੇ 7900 ਨੂੰ ਉਮਰ ਕੈਦ ਹੋਈ ਸੀ। ਨਛੱਤਰ ਸਿੰਘ ਰੋਡਿਆਂ ਦਾ ਸੰਤਾਂ ਦੇ ਪਿੰਡ ਦਾ ਬੰਦਾ ਸੀ। ਜਦੋਂ ਕਰਨਾਲ ਦੇ ਵਿੱਚ ਨਿਰੰਕਾਰੀ ਬਰੀ ਹੋ ਗਏ, ਫਿਰ ਤੁਸੀਂ ਸੰਜਨੈਲ ਸਿੰਘ ਉਹਨਾਂ ਨੂੰ ਮਿਲੇ ਹੋਵੋਗੇ, ਕੀ ਕਹਿਣਾ ਸੀ ਉਹਨਾਂ ਦਾ? ਉਸ ਤੋਂ ਬਾਅਦ ਰੋਜ਼ ਫਿਰ ਹੋਰ ਬੜੇ ਕੇਸ ਸ਼ੁਰੂ ਹੋ ਗਏ। ਉਹਨਾਂ ਨੂੰ ਜਿਹੜੀ ਕੇਸ ਦੀ ਜਿਉਂ ਚੱਲਦਾ ਜਾਂਦਾ ਨਾ, ਉਹ ਕੇਸ ਦੀ ਹਰ ਸਟੇਜ 'ਤੇ ਉਹਨਾਂ ਨੂੰ ਤਾਂ ਰੋਜ਼ ਦਾ ਰੋਜ਼ ਪਤਾ ਹੁੰਦਾ ਸੀ। ਜਦੋਂ ਅਸੀਂ ਹਫ਼ਤੇ ਬਾਅਦ 4 ਦਿਨ 'ਤੇ ਲਗਾਤਾਰ ਉਹ ਕੇਸ ਚੱਲਦਾ ਸੀ ਹਰ ਹਫ਼ਤੇ। ਜਦੋਂ ਵਾਪਸ ਆਉਂਦੇ ਸਨ ਸੰਤਾਂ ਨੂੰ ਮਿਲ ਕੇ ਸਾਰਾ ਗੱਲ ਦੱਸਦੇ ਵੀ ਆਹ ਕੁਛ ਹੋਇਆ। ਹਾਂਜੀ, ਤੇ ਉਹਨਾਂ ਦਾ ਵਕੀਲਾਂ ਨੂੰ ਆਰਗੇਨਾਈਜ਼ ਕਰਨਾ ਡਿਫੈਂਸ ਵਜੋਂ ਕਿੱਦਾਂ ਦਾ ਤਰੀਕਾ ਸੀ? ਇਸ ਕੇਸ ਵਿੱਚ ਸੰਤਾਂ ਨੇ ਮੈਨੂੰ ਤਾਂ ਜਦੋਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਰਾਤ ਘਰ ਆਇਆ ਸੀ, ਮੈਨੂੰ ਉਹਨੂੰ ਕਹਿ ਤਾ, ਲੇਕਿਨ ਸਾਰਾ ਜਿਹੜਾ ਪ੍ਰਬੰਧ ਸੀ ਉਹ SGPC ਦਾ ਸੀ। ਉੱਥੇ ਕੋਠੀ ਦਾ ਕਿਰਾਇਆ, ਉੱਥੇ ਸਾਰਾ ਖਾਣ ਪੀਣ ਦਾ ਖਰਚਾ, ਕਾਰ ਦਾ ਆਉਣ ਜਾਣ ਦਾ ਖਰਚਾ ਸਾਰਾ SGPC ਦਾ ਸੀ। ਕਾਰ ਵੀ SGPC ਦੀ ਹੁੰਦੀ ਸੀ, ਡਰਾਈਵਰ ਵੀ SGPC ਦਾ ਹੁੰਦਾ ਸੀ। ਹਾਂਜੀ, ਇੱਕ ਇਹਦੇ ਵਿੱਚ ਐਂ ਵੀ ਮੰਨਦੇ ਹੋ ਕਿ ਇੱਕ ਤਾਂ ਉਹ ਜਿਹੜੀ ਗੱਲ ਆ ਗਈ ਅਨੂਪ ਸਿੰਘ ਮਨਹਾਸ ਦੀ, ਦੂਸਰਾ ਜਿਹੜਾ ਕੋਈ ਸਟੇਟ ਦਾ ਵੀ ਆਪਣਾ ਪੱਖ ਹੁੰਦਾ ਕਿ ਇਸ ਕੇਸ ਨੂੰ ਕਿਹੜੇ ਪਾਸੇ ਲੈ ਕੇ ਜਾਣਾ, ਅਦਾਲਤਾਂ ਦੇ ਉੱਤੇ ਕੋਈ ਸਰਕਾਰੀ ਪ੍ਰਭਾਵ? ਐਜ਼ ਐਡਵੋਕੇਟ ਮੈਂ ਇਹ ਇਸ ਕਰਕੇ ਨਹੀਂ ਕਹਿ ਸਕਦਾ। ਇਸ ਕੇਸ ਦੇ ਵਿੱਚ ਜ਼ਾਹਰਾ ਤੌਰ 'ਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ। ਸ਼ੁਰੂ 'ਚ ਇਹ ਗੱਲ ਕਹੀ ਜਾ ਸਕਦੀ ਹੈ ਵੀ ਉਹਨੂੰ ਉਸ ਵੇਲੇ ਫੜਿਆ ਕਿ ਉਹਨੂੰ ਜਦੋਂ ਪਤਾ ਲੱਗਾ ਵੀ 13 ਸਿੱਖ ਸ਼ਹੀਦ ਹੋ ਗਿਆ, ਜਿੰਨੇ ਨਿਰੰਕਾਰੀ ਸੀ ਉਸ ਵੇਲੇ ਫੜ ਲੈਣੇ ਚਾਹੀਦੇ ਸੀ ਪੁਲਿਸ ਨੂੰ, ਜੇ ਪੁਲਿਸ ਹਰਕਤ 'ਚ ਆਉਂਦੀ। ਪੁਲਿਸ ਨੇ ਬੜੀ ਸਿਆਣੇ ਆਪਣੇ ਪੋਲੀਟੀਕਲ ਤੌਰ 'ਤੇ ਸੋਚ ਕੇ ਉੱਪਰ ਤੱਕ ਫਿਰ ਇਹ ਪਰਚਾ ਦਰਜ ਕੀਤਾ। ਫਿਰ ਉਹਨੇ 'ਚ ਉਹਨੂੰ ਨਿਰੰਕਾਰੀ ਨਿਕਲ ਚੁੱਕੇ ਸਾਰੇ। ਉਸ ਵੇਲੇ ਦੀ ਜਿਹੜੀ ਮੌਕੇ ਦੀ ਬਾਦਲ ਸਰਕਾਰ ਸੀ, ਬਾਦਲ ਸਰਕਾਰ ਸੀ, ਚਾਹੀਦਾ ਇਹ ਸੀ ਵੀ ਜਦੋਂ ਹੋਇਆ ਬਾਹਰ ਨਿਕਲਣਾ ਦਿੰਦੇ ਕਿਸੇ ਨੂੰ। ਆਮ ਕੇਸਾਂ 'ਚ ਤਾਂ ਇਹ ਹੁੰਦਾ, ਇੰਨਾ ਇੰਪੋਰਟੈਂਟ ਕੇਸ ਹੋਵੇ। ਇਹ ਤਾਂ ਹਰ ਇੱਕ ਨੂੰ ਪਤਾ ਸੀ ਵੀ ਉੱਥੇ ਸਿੱਖ ਗਿਆ, ਉਹਨਾਂ ਨੂੰ ਕਹਿਣ ਵੀ ਸਾਡੇ ਖਿਲਾਫ ਨਾ ਬੋਲੋ। ਇਹ ਵੀ ਚਰਚਾ ਕਿ ਉਹਨੂੰ ਤਾਂ ਬੜਾ ਸੇਫਲੀ ਉੱਥੋਂ ਕੱਢਿਆ ਗਿਆ। ਸੇਫਲੀ ਕੀ ਕੀਤਾ ਜਾ ਸਕਦਾ, ਹੀ ਵਾਜ਼ ਅਲਾਊਡ ਟੂ ਗੋ। ਇਹ ਬੜੀ ਵੱਡੀ ਗੱਲ ਹੈ ਵੀ ਉਹਨੂੰ ਜਾਣ ਦਿੱਤਾ ਗਿਆ। ਇਹ ਤਾਂ ਨਹੀਂ ਹੈ ਵੀ ਸਾਡੇ ਕੋਲ ਐਵੀਡੈਂਸ ਹੈਗਾ ਵੀ ਬਾਦਲ ਦੀ ਕਾਰ 'ਤੇ ਗਿਆ, ਲੇਕਿਨ ਸਰਕਾਰ ਦੇ ਖਿਲਾਫ ਇੰਨਾ ਕਿ ਹੀ ਵਾਜ਼ ਅਲਾਊਡ ਟੂ ਗੋ, ਇਹ ਬੜੀ ਵੱਡੀ ਗੱਲ ਹੈ। ਇੱਕ ਬੰਨੇ ਇੰਨਾ ਕਹਿਰ ਹੋਇਆ ਹੋਵੇ। ਹਾਂਜੀ, ਨਹੀਂ ਐਜ਼ ਐਡਵੋਕੇਟ ਜੋ ਕੁਝ ਦੇਖਿਆ ਫਾਈਲ 'ਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਦੋਂ ਕੇਸ ਦਰਜ ਹੋ ਗਿਆ ਫਿਰ ਤਫਤੀਸ਼ ਵੀ ਆਈ, ਫਿਰ ਗ੍ਰਿਫਤਾਰੀਆਂ ਵੀ ਹੋਈਆਂ, ਫਿਰ ਉਹਨੂੰ ਚਲਾਨ ਵੀ ਟਾਈਮ ਸਿਰ ਦਿੱਤਾ। ਫਿਰ ਤਾਂ ਨਹੀਂ ਕਿਹਾ ਜਾ ਸਕਦਾ ਵੀ ਗੌਰਮੈਂਟ ਵੱਲੋਂ ਕੋਈ ਗੱਲ ਹੋਈ ਹੈ। ਕੇਸ ਦਰਜ ਹੋਣ ਦੇ ਵਿੱਚ ਵੀ ਦੇਰੀ ਹੋਈ? ਦੇਰੀ ਤਾਂ ਹੋਈ ਇਸ ਕਰਕੇ, ਨਹੀਂ ਤਾਂ ਉਸੇ ਵੇਲੇ ਸਾਰੇ ਫੜੇ ਜਾਣੇ ਸੀ। ਹਾਂਜੀ, ਜਿਹੜੇ ਉਹਨਾਂ ਦੇ ਲੀਡਰ ਨੇ ਸਾਰੇ ਉੱਥੇ ਹਾਜ਼ਰ ਸੀ, ਸਾਰੇ ਫੋਟੋ 'ਚ ਹਾਜ਼ਰ ਸੀ। ਹਾਂਜੀ, ਆਪਾਂ ਹੁਣ ਫਿਰ 1978 ਦੀ ਗੱਲ 'ਤੇ ਜਾਂਦੇ ਹਾਂ ਜੀ। ਉਸ ਟਾਈਮ ਜਦੋਂ ਇਹ ਗੱਲ ਵਾਪਰੀ ਤੁਸੀਂ ਅੰਮ੍ਰਿਤਸਰ 'ਚ ਹੀ ਹੋਵੋਗੇ? ਮੈਂ ਅੰਮ੍ਰਿਤਸਰ, ਮੇਰਾ ਘਰ ਉੱਥੇ ਸੀ, ਮੇਰੀ ਰਿਹਾਇਸ਼ ਉੱਥੇ ਸੀ। ਹਾਂਜੀ, ਤੁਹਾਡੇ ਤੱਕ ਇਹ ਗੱਲ ਇੱਕ ਸਿੱਖ ਵਜੋਂ ਕਿੱਦਾਂ ਪਹੁੰਚੀ?
ਨਹੀਂ, ਇਹ ਤਾਂ ਜਦ ਉਸ ਵੇਲੇ ਜਦੋਂ ਇਹ ਸਾਕਾ ਹੋਇਆ ਨਾ, ਰੇਡੀਓ, ਟੀਵੀ ਉਸੇ ਵੇਲੇ ਫੈਲ ਗਈ ਸਾਨੂੰ ਸਾਰਿਆਂ ਨੂੰ, ਦਿਨੇ ਹੀ ਪਤਾ ਲੱਗ ਗਿਆ ਸੀ। ਮੈਂ ਆਪਣੇ ਵਿਸਾਖੀ ਵਾਲੇ ਦਿਨ ਮੈਂ ਆਪਣੇ ਘਰ ਆਇਆ, ਮੇਰਾ ਬੱਚਾ ਜਿਹੜਾ ਐਡਵੋਕੇਟ ਆ ਛੋਟਾ ਜਿਹਾ ਸੀ, ਅਸੀਂ ਤਾਂ ਘਰ 'ਚ ਖਾਣਾ ਖਾਣ ਲੱਗੇ ਹਾਂ ਦੁਪਹਿਰੇ, 1 ਵਜੇ ਤੋਂ ਪਹਿਲਾਂ ਇਹ ਭਾਣਾ ਵਾਤਰਿਆ, ਉਹ 1 ਵਜੇ ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਅਤੇ ਫਿਰ ਰੌਲਾ ਬਹੁਤ ਸੀ, ਲੋਕਾਂ ਦਾ ਇਕੱਠ, ਦਰਬਾਰ ਸਾਹਿਬ ਉੱਧਰ, ਪੁਲਿਸ ਵੀ ਬਹੁਤ ਸੀ। ਇਹਨਾਂ ਦੇ ਸੰਸਕਾਰ ਵਿੱਚ ਬਹੁਤ ਅੰਮ੍ਰਿਤਸਰ ਦੀ ਜਿਹੜੀ ਸੰਗਤ ਹੈ ਦੂਰ ਦੂਰ ਤੱਕ ਵੇਖੀ ਜਾ ਸਕਦੀ ਸੀ। ਬੜਾ ਵੱਡਾ ਜਲੂਸ ਸੀ, ਜਦੋਂ ਮੈਂ ਆਪ ਉਸ ਜਲੂਸ ਸ਼ਾਮਿਲ ਵੀ ਸਾਇਆ ਦੇ ਸਿੱਖ। ਸਿੱਖਾਂ ਦੇ ਚਿਹਰਿਆਂ ਦੇ ਭਾਵ ਕਿੱਦਾਂ ਦੇ ਸਨ? ਬਹੁਤ ਗੁੱਸੇ ਵਾਲੇ, ਜਿਸ ਤਰ੍ਹਾਂ ਭਾਈ ਜਦੋਂ ਜਥਾ ਦਮਦਮੀ ਟਕਸਾਲ ਵਾਲੇ ਭਾਈ ਅਮਰੀਕ ਸਿੰਘ ਖੁੱਲੀ ਜੀ ਦੇ ਵਿੱਚ ਮੇਨ ਜਿੱਦਾਂ ਸ਼ਬਦ ਪੜ੍ਹਦੇ ਜਾ ਰਹੇ, ਮੇਰਾ ਸਿਰ ਜਾਵੇ ਤਾਂ ਜੇ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਬਹੁਤ ਜੋਸ਼ ਸੀ। ਲੇਕਿਨ ਉਸ ਵੇਲੇ ਉਹ ਉਸ ਜਲੂਸ ਦੇ ਵਿੱਚ ਕੋਈ ਭੰਨ ਤੋੜ ਜਾਂ ਕੋਈ ਕਿਸੇ ਦੇ ਪੱਥਰ ਦੁਕਾਨ 'ਤੇ ਜਾਂ ਕਿਸੇ ਇਹੋ ਜਿਹੀ ਗੱਲ ਕੋਈ ਨਹੀਂ ਹੋਈ। ਲੇਕਿਨ ਬਹੁਤ ਵੱਡੀ ਗਿਣਤੀ ਸੀ ਸੰਗਤ ਦੀ ਔਰ ਬੜਾ ਜੋਸ਼ ਸੀ ਸਾਰਿਆਂ 'ਚ। ਮੈਂ ਉਹਦੇ ਵਿੱਚ ਸ਼ਾਮਿਲ ਸਾਂ। ਅਪ੍ਰੈਲ 1978 ਤੋਂ ਕੁਝ ਸਮੇਂ ਬਾਅਦ ਸੰਤ ਜਰਨੈਲ ਸਿੰਘ ਤੁਹਾਨੂੰ ਘਰੇ ਆਣ ਕੇ ਮਿਲਦੇ ਆ, ਅਤੇ ਉਹ ਤੋਂ ਪਹਿਲਾਂ ਕਦੇ ਸੰਤਾਂ ਨਾਲ ਕੋਈ ਵਾਹ ਵਾਸਤਾ, ਕਦੇ ਕੋਈ ਮੁਲਾਕਾਤ? ਹਾਂ, ਮੈਂ ਤਾਂ ਕਦੇ ਗੁਰਦੁਆਰਾ ਸਾਹਿਬ ਉਹਨਾਂ ਦੇ ਗਿਆ ਸਾਂ, ਸਿਰਫ ਅਖਬਾਰਾਂ 'ਚ ਹੀ ਪੜ੍ਹੀਦਾ ਸੀ। ਹਾਂਜੀ, ਉਸ ਤੋਂ ਪਹਿਲਾਂ ਮੇਰੀ ਕੋਈ ਵਾਕਫੀ ਨਹੀਂ ਸੀ। ਮੈਂ ਗੱਲ ਨੂੰ ਥੋੜ੍ਹਾ ਜਿਹਾ ਹੋਰ ਸੰਤ ਜਰਨੈਲ ਸਿੰਘ ਜੀ ਦੇ ਰਿਲੇਟ 'ਚ ਅੱਗੇ ਗੱਲ ਤੋਰਨਾ ਚਾਹੁੰਦਾ। 1978 ਤੋਂ ਲੈ ਕੇ 1980 ਤੱਕ ਇਹ ਕੇਸ ਜਿਹੜਾ ਸੀ ਨਿਬੜ ਚੁੱਕਾ ਸੀ, ਹੈ ਨਾ? 4/81 ਨੂੰ ਨਿਬੜ ਗਿਆ ਜੀ। ਹਾਂਜੀ, 4/81 ਤੋਂ ਬਾਅਦ ਫਿਰ ਤੁਸੀਂ ਲਗਾਤਾਰ 1984 'ਚ ਸੰਤਾਂ ਦੀ ਸ਼ਹੀਦੀ ਤੱਕ। ਅਪ੍ਰੈਲ ਮਾਰਚ 80 'ਚ, ਮਾਰਚ, ਇਹ ਤਾਂ ਗੱਲ 4 ਜਨਵਰੀ ਦੀ ਹੈ। ਫਿਰ ਤਾਂ ਚੱਲ ਇਸ ਤਰ੍ਹਾਂ ਹੋਇਆ, ਇਹ ਨਿਰੰਕਾਰੀ ਚੀਫ ਜਿਹੜਾ ਬਾਅਦ 'ਚ ਮਰਡਰ ਹੋਇਆ ਦਿੱਲੀ, ਇਹਨਾਂ ਦਾ ਜਥਾ ਭਲਾਈ ਤੋਂ ਦੁਰਗ ਨੂੰ ਜਾ ਰਿਹਾ ਸੀ। ਭਲਾਈ ਤੋਂ ਦੁਰਗ ਨੇੜੇ ਹੀ ਹੈ। ਇਹ 'ਚ ਬਾਬੇ ਦੀ ਕਾਰ ਸਭ ਤੋਂ ਅੱਗੇ ਸੀ। ਦੁਰਗ ਦੇ ਸਰਦਾਰ ਨੇ ਕੀਤਾ ਵੀ ਇਹਨੂੰ ਅੱਜ ਛੱਡਣਾ ਨਹੀਂ। ਇਹ ਉਸ ਤੋਂ ਕਿੰਨੇ ਕੁ ਸਮੇਂ ਬਾਅਦ? ਨਹੀਂ ਜੀ, 19 ਮਾਰਚ, 4/1 ਤੋਂ 15 ਦਿਨ ਬਾਅਦ। ਨਹੀਂ, ਮਾਰਚ ਦਾ ਮਤਲਬ 4 ਮਾਰਚ ਸਵਾ ਕੁ 2 ਮਹੀਨੇ, ਸਵਾ 2 ਮਹੀਨੇ ਬਾਅਦ। ਇੱਕ ਉੱਥੇ ਮੈਂ ਬਾਅਦ 'ਚ ਮੌਕਾ ਵੀ ਦੇਖਿਆ ਜਾ ਕੇ ਉਸ ਕੇਸ 'ਚ, ਇੱਕ ਬ੍ਰਿਜ ਆਉਂਦਾ ਸੀ ਛੋਟੇ ਜਿਹੇ ਨਾਲੇ ਦਾ, ਦਰਿਆ ਵਰਗਾ, ਜਦੋਂ ਪੰਜਾਬ 'ਚ ਨਿੱਕੇ ਨਿੱਕੇ ਨਾਲੇ ਹੈਗੇ ਆ, ਉਹਦੇ ਨਾਲ ਟਰੱਕ ਰੱਖਿਆ ਸੀ। ਜਦੋਂ ਗੱਡੀ ਆਈ ਤਾਂ ਟਰੱਕ ਲਾ ਕੇ ਅੱਗੇ ਸਿੱਖਾਂ ਨੇ, ਡਰਾਈਵਰ ਮੁਸਲਮਾਨ ਸੀ ਸੁੱਚਾ ਸਿੰਘ ਦਾ, ਉਹਨਾਂ ਫਿਰ ਇੱਕ ਗੋਲੀ ਮਾਰੀ ਸੁੱਚਾ ਸਿੰਘ ਦੇ ਭਣੋਈਏ ਨੇ, ਅਵਤਾਰ ਸਿੰਘ ਨੌਜਵਾਨ ਸੀ, ਤਾਂ ਉਹ 315 ਬੋਰ ਦੀ ਮਾਰੀ ਤੇ ਬਾਬੇ ਦੇ। ਲੇਕਿਨ ਬਾਬਾ ਜਾਂ ਅੱਗੇ ਹੋ ਗਿਆ ਸੀਟ ਤੋਂ ਜਾਂ ਪਿੱਛੇ ਹੋ ਗਿਆ। ਉਹਦੇ ਨਾਲ ਬੈਠੀ ਸੀ ਨੀਲਮ, ਇਹਨਾਂ ਨਿਰੰਕਾਰੀਆਂ ਦੇ ਭਜਨ ਗਾਉਣ ਵਾਲੀ ਸੀ ਲੇਡੀ, ਉਹਦੇ ਸਿਰ 'ਚ ਗੋਲੀ ਵੱਜੀ ਅਤੇ ਉਹ ਉੱਥੇ ਹੀ ਡੈਥ ਹੋ ਗਈ ਉਹਦੀ। ਉਹਦੇ ਵਿੱਚ ਇੱਕ ਉਹ ਮੁਸਲਮਾਨ ਡਰਾਈਵਰ ਟਰੱਕ ਦਾ ਅਤੇ 15 ਸਿੱਖ ਦੁਰਗ ਦੇ ਚਲਾਨ ਹੋਏ, 16। ਇਹ ਗੱਲ ਹੈ 19 ਮਾਰਚ 80 ਦੀ। ਉਹਦੇ ਸਭ ਤੋਂ ਪਹਿਲਾਂ 2-3 ਮਹੀਨੇ ਬਾਅਦ, 1 ਸਾਲ ਵਾਸਤੇ, ਉਹ ਜਿਹੜਾ ਸੁੱਚਾ ਸਿੰਘ ਹੈ ਜਿਹਨੇ ਸਾਰਾ ਪੈਸਾ ਖਰਚਿਆ ਸੀ ਇਸ ਗੱਲ 'ਤੇ, ਉਹ ਜੱਲੋ ਕੇ ਖੇੜਾ ਪਿੰਡ ਹੈ ਰੀਏ ਕੋਲ, ਉੱਥੋਂ ਦਾ ਸੀ। ਉਹਦਾ ਪਿਓ ਸੂਰਤਾ ਸਿੰਘ ਮਸ਼ਹੂਰ ਸੀ, ਜੱਲੂਪੁਰ ਖੇੜਾ ਉੱਥੋਂ ਦੇ, ਉੱਥੇ ਸੈਟਲ ਹੋਏ ਸੀ। ਦੁਰਗ ਦੇ ਉਹ ਇੰਚਾਰਜ ਸੀ। ਔਰ ਮੱਧ ਪ੍ਰਦੇਸ਼ ਦਾ ਉਹ ਲਿਕਰ ਕਿੰਗ ਜਿੰਨੇ ਠੇਕੇ ਨੇ ਸਾਰੇ, ਉਹਨਾਂ ਕੋਲ ਇਸ ਸਭ ਬੰਬੇ ਬੜੀ ਜਾਇਦਾਦ ਸੀ। ਉਹਨੂੰ ਇੱਥੋਂ ਜਾ ਕੇ ਮਿਹਨਤ ਬੜੀ ਕੀਤੀ। ਸੁੱਚਾ ਸਿੰਘ ਡਿਪਟੀ ਮੇਅਰ ਸੀ ਉਸ ਵੇਲੇ, ਅਤੇ ਪੁਲਿਸ ਨੇ ਇਹਦਾ, ਹਾਲਾਂਕਿ ਜਦੋਂ ਇਹ ਵਾਕਿਆ ਹੋਇਆ ਸੁੱਚਾ ਸਿੰਘ ਆਪ ਵਿੱਚ ਸ਼ਾਮਲ ਨਹੀਂ ਸੀ, ਲੇਕਿਨ ਕੌਂਸਪੀਰੇਸੀ ਵਿੱਚ ਉਹਨੂੰ ਸ਼ਾਮਲ ਕਰਕੇ ਅਤੇ ਉਹਨੂੰ ਭਗੌੜਾ ਕਰਾਰ ਦੇ ਦਿੱਤਾ। 1 ਸਾਲ ਬਾਅਦ ਉਹਦਾ ਆਪਣਾ ਹੀ ਹੋਟਲ ਸੀ, ਉੱਥੇ ਫੜਿਆ ਗਿਆ। ਉੱਥੋਂ ਜਦੋਂ ਉਹਦਾ ਪੁਲਿਸ ਰਿਮਾਂਡ ਲੈਣਾ ਸੀ 1 ਸਾਲ ਤੋਂ ਬਾਅਦ, 19 ਮਾਰਚ ਨੂੰ ਹੋਇਆ, ਅਤੇ ਮੁੜ ਕੇ ਅਪ੍ਰੈਲ ਦੇ ਵਿੱਚ ਚੀਫ ਬਾਬਾ ਇਹ ਮਰਡਰ ਹੋ ਗਿਆ ਉੱਥੇ ਦਿੱਲੀ। ਸਿੱਖਾਂ ਨੂੰ ਇਹ ਸੀ ਵੀ ਹੁਣ ਸੁੱਚਾ ਸਿੰਘ ਫੜਿਆ ਗਿਆ, ਇਹਨੂੰ ਦਿੱਲੀ ਵਾਲੇ ਕੇਸ ਨਾ ਪਾ ਦੇਣ, ਇਹਦਾ ਪੁਲਿਸ ਰਿਮਾਂਡ ਨਹੀਂ ਮਿਲਣਾ ਚਾਹੀਦਾ। ਉਹਦੇ 'ਚ ਜਦੋਂ ਉਹਨੂੰ ਪੁਲਿਸ ਰਿਮਾਂਡ ਵਾਸਤੇ ਪੇਸ਼ ਹੋਣਾ ਸੀ, ਉਹਨਾਂ ਨਿਰੰਕਾਰੀਆਂ ਨੇ ਆਪਣਾ ਕੇਸ ਲੜਨ ਦੀ ਖਾਤਰ ਦਿੱਲੀੋਂ ਵਕੀਲ ਨੂੰ ਬਾਈ ਏਅਰ ਸੱਦਿਆ। ਉਹ ਸਿੱਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਕੀਤਾ ਟੈਲੀਫੋਨ, ਤਾਂ ਸਾਨੂੰ ਵੀ ਆਪਣਾ ਭੇਜੋ। ਸਿੱਖਾਂ ਨੇ, ਮੈਂ ਉਦੋਂ ਦਿੱਲੀ ਬੈਠਾ, ਸਾਨੂੰ ਨਿਰੰਕਾਰੀ ਮਰਡਰ ਕੇਸ ਹੋ ਚੁੱਕਾ ਸੀ। ਉਹ ਸਾਲ ਬਾਅਦ ਦੀ ਗੱਲ ਹੈ। ਉਹਨਾਂ ਮੈਨੂੰ ਕਿਹਾ ਜੀ ਹੁਣੇ ਤੁਸੀਂ ਉੱਥੇ ਪਹੁੰਚੋ। ਉੱਥੇ ਪਹੁੰਚੇ, ਉਹਦਾ ਰਿਮਾਂਡ ਨਹੀਂ ਹੋਇਆ, ਸਾਡੇ ਹੱਕ 'ਚ ਹੋ ਗਿਆ। ਸੋ 3000 ਸਿੱਖ ਸੀ, ਉਹਨਾਂ ਨੇ ਬੜਾ ਮੁਜ਼ਾਹਰਾ ਕੀਤਾ, ਜਲੂਸ ਕੱਢਿਆ ਸਾਰੇ ਸ਼ਹਿਰ 'ਚ ਵੀ ਸੁੱਚਾ ਸਿੰਘ ਦਾ ਰਿਮਾਂਡ ਨਹੀਂ ਮਿਲਿਆ। ਉਸ ਤੋਂ ਬਾਅਦ ਉਹਨਾਂ ਨੇ ਸਾਰੀਆਂ ਫੋਟੋ ਲਈਆਂ ਸੀ ਨਿਰੰਕਾਰੀਆਂ ਨੇ, ਉਹ ਫੋਟੋ ਨਾਲ ਲੈ ਕੇ ਉਹਨਾਂ ਨੂੰ ਕੇਸ ਬਦਲਵਾ ਕੇ ਸਾਰਾ 16 ਬੰਦੇ ਦੇ, ਅਤੇ ਉਹ ਲੈ ਗਏ ਮੰਡਲਾ ਨਾ MP ਦਾ। ਹੁਣ ਉਹ ਅੱਜ ਕੱਲ੍ਹ ਛੱਤੀਸਗੜ੍ਹ ਦਾ, ਦੁਰਗ ਵੀ ਛੱਤੀਸਗੜ੍ਹ ਆ ਗਿਆ। ਇੱਥੋਂ ਤਾਂ ਹੋਏਗਾ ਘੱਟੋ ਘੱਟ 22 ਕਾਰ 12 ਘੰਟੇ ਦਾ ਰਨ ਦੁਰਗ ਤੋਂ, ਕਿਉਂ ਮੱਧ ਪ੍ਰਦੇਸ਼ ਬਹੁਤ ਵੱਡਾ ਸੂਬਾ ਹੈ।
ਉੱਥੇ ਉਹਦਾ ਟਰਾਇਲ ਚੱਲਿਆ। ਫਿਰ ਉਸ ਟਰਾਇਲ 'ਚ ਮੈਂ ਰਿਹਾ ਡੇਢ ਸਾਲ ਸੰਤ ਬਾਬਾ ਜਰਨੈਲ ਸੁਣਾ ਲਓ। ਉਹ ਸਾਰਾ ਜਿਹੜਾ ਮੈਨੂੰ ਜਿਹੜਾ ਖਰਚਾ ਆਉਣ ਜਾਣ ਦਾ ਵੀ ਸਾਰਾ ਕਿਰਾਏ ਦਾ ਵੀ ਸੰਤ ਦਿੰਦੇ ਸੀ। ਉਹ ਫਿਰ ਉਹ 'ਚੋਂ ਬਾਕੀ ਸਿੰਘ ਦੋ ਸਿੰਘਾਂ ਨੂੰ ਹੋਈ ਉਮਰ ਕੈਦ, ਹਾਈ ਕੋਰਟ ਤੋਂ ਇੱਕ ਨੂੰ ਰਹਿ ਗਈ। ਇਸ ਤਰ੍ਹਾਂ ਉਹ ਕੇਸ ਵੀ ਠੀਕ ਜੋ ਉਹਦਾ ਫੈਸਲਾ ਹੁੰਦਾ ਹੈ ਗਵਾਹੀਆਂ ਤੋਂ ਬਾਅਦ, ਗਵਾਹੀਆਂ ਸਾਡੇ ਖਿਲਾਫ ਭੁਗਤੀਆਂ ਸੀ ਕਿਉਂਕਿ ਡੈਥ ਹੋਈ ਸੀ। ਉਹ ਹੋ ਗਿਆ। ਫਿਰ ਇਹ ਫੜੇ ਗਏ ਸਿੰਘ ਜਿਹੜੇ ਕੁੰਦਨ ਸੋਹਣੀ ਬੰਬਈ ਵਾਲੇ। ਫਿਰ ਮੈਨੂੰ ਕਰੀਬ 1 ਸਾਲ ਲਗਾਤਾਰ ਹੀ ਰਹਿਣਾ ਪਿਆ ਉੱਥੇ ਦਿੱਲੀ। ਹਾਂਜੀ। ਤੁਰੰਤ ਬਾਅਦ ਤੇ ਫਿਰ ਇਹ ਆ ਗਿਆ ਦੁਰਗ ਵਾਲਾ ਕੇਸ ਆ ਗਿਆ। ਦੁਰਗ ਵਾਲਾ ਕੇਸ ਆ ਗਿਆ ਜੀ। ਦੁਰਗ ਵਾਲੇ ਕੇਸ ਤੋਂ ਬਾਅਦ ਦਿੱਲੀ ਵਾਲਾ ਕੇਸ ਆ ਗਿਆ। ਉਹਦੇ ਕਤਲ ਦਾ ਉਸ ਤੋਂ ਬਾਅਦ ਫਿਰ ਹੋਰ ਛੋਟੇ ਇੰਨੇ ਕੇਸ ਸੀ, ਜਿਸ ਤਰ੍ਹਾਂ ਜਿਹੜੇ ਵੀ ਸਿੰਘ ਨੂੰ ਫੱਤੂ ਢਿੰਗੇ ਦੇ ਕੇਸ ਸੀ, ਮਰਡਰ ਕੇਸ ਤੇ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋ ਗਈ, ਬਾਬਾ 1800 ਦੀ ਗ੍ਰਿਫਤਾਰੀ ਹੋ ਗਈ। ਇਹ ਸਾਰੇ ਅੰਮ੍ਰਿਤਸਰ ਕੇਸ ਇਹ ਸਾਰੇ ਮੇਰੇ ਕੀਤੇ ਹੋਏ ਆ। ਹਾਂਜੀ। ਜਾਣਕਾਰੀ ਵਜੋਂ ਮੈਂ ਚਾਹੁੰਦਾ ਕਿ ਉਸ ਵੇਲੇ ਜਿਹੜੇ ਤੁਹਾਡੇ ਫਿਰ ਇਹ ਲਾਲਾ ਜਗਟਨ ਮਰਡਰ ਹੋ ਗਏ, ਇਹ ਟਰਾਇਲ ਸ਼ੁਰੂ ਹੋ ਗਿਆ ਲੁਧਿਆਣੇ। ਹਾਂਜੀ। ਮੈਂ ਚਾਹੁੰਦਾ ਕਿ ਜਿਹੜੇ ਉਸ ਵੇਲੇ ਦੇ ਤੁਹਾਡੇ ਵਕੀਲ ਸਾਥੀ ਸਨ, ਕੁਛ ਇਸ ਜਾਂਚ 'ਚ ਨਹੀਂ ਵੀ ਹੋਣਗੇ, ਤੁਸੀਂ ਉਹਨਾਂ ਦਾ ਪ੍ਰਮੁੱਖ ਸਹਿਯੋਗੀਆਂ ਦੇ ਨਾਮ ਦੱਸ ਦਿਓ ਜਾਣਕਾਰੀ ਵਜੋਂ, ਅਸੀਂ ਉਹ ਨਾਮ ਤਾਂ ਸਾਂਭ ਸਕੀਏ। ਅਤੇ ਜਦੋਂ ਜੋਧਪੁਰ ਕੇਸ ਹੈ, ਜੋਧਪੁਰ ਕੇਸ ਵਿੱਚ ਮੇਰੇ ਨਾਲ ਕਸ਼ਮੀਰ ਸਿੰਘ ਪੱਟੀ ਸੀ। ਉਹ ਪੂਰੇ ਹੋ ਗਏ। ਉਹਨਾਂ ਦੇ 2 ਲੜਕੇ ਐਡਵੋਕੇਟ ਨੇ, ਲੇਕਿਨ ਉਹ ਸੰਬੰਧਿਤ ਨਹੀਂ SGPC ਨਾਲ। ਇੱਕ ਬਲਬੀਰ ਸਿੰਘ ਜੰਜੂਆ ਗੁਰਦਾਸਪੁਰ ਦੇ ਸੀ, ਮੈਂ ਉਸ ਕੇਸ ਦਾ ਇੰਚਾਰਜ ਸਾਂ। ਉਹਨਾਂ ਦੀ ਵੀ ਡੈਥ ਹੋ ਗਈ ਹੈ। ਇਹਦੇ 'ਚੋਂ ਸਭ ਤੋਂ ਜੂਨੀਅਰ ਸੀ ਉਦੋਂ, ਜਿਹੜੇ ਉਦੋਂ 2-3 ਸਾਲ ਦੀ ਵਕਾਲਤ ਸੀ, ਸਰ ਲਖਬੀਰ ਸਿੰਘ ਧਾਮੀ। ਉਹ ਬੜੇ ਗੁਰਮੁਖ ਆਦਮੀ ਨੇ, ਉਹ ਜਲੰਧਰ ਵਕਾਲਤ ਕਰਦੇ ਆ। ਤੋ ਉਹ ਜਿਹੜੇ ਅਸੀਂ ਜੋਧਪੁਰ ਕੇਸ ਕੀਤਾ, ਮੇਰੇ ਤੋਂ ਬਾਅਦ ਫਿਰ ਉਹ ਧਾਮੀ ਸਾਹਿਬ ਅਜੇ ਹਨ। ਉਹ ਵੀ ਉਹਨਾਂ ਬੜੀ ਸੇਵਾ ਉਹਨਾਂ ਦੀ। ਜਿਸ ਤਰ੍ਹਾਂ ਮੈਨੂੰ ਤਾਂ ਇਹ ਸੀ ਕਿ ਮੈਂ ਤਰੀਕ ਤੋਂ 1-ਅੱਧਾ ਦਿਨ ਹੀ ਪਹਿਲਾਂ ਜਾਣਾ ਸਾਂ। ਉਹਨਾਂ ਨੂੰ ਇਹ ਸੀ ਵੀ ਉਹ ਘੱਟੋ ਘੱਟ 15 ਦਿਨ ਉੱਥੇ ਰਹਿਣਗੇ। ਉੱਥੇ ਪ੍ਰੋਬਲਮ ਹੁੰਦੀ ਸੀ ਸਿੰਘਾਂ ਨੂੰ, ਉਹ ਰੋਜ਼ ਦਾ ਰੋਜ਼ ਉਹਨਾਂ ਦਾ ਰਾਬਤਾ ਸੁਪਰਡੈਂਟ ਜੇਲ੍ਹ ਨਾਲ, ਕਿਸੇ ਨੂੰ ਕੋਈ ਚੀਜ਼ ਨਹੀਂ ਮਿਲ ਰਹੀ, ਅੰਦਰ ਭੇਜਣੀ, ਦਰਖਾਸਤ ਦੇ ਕੇ ਮਨਜ਼ੂਰੀ ਲੈ ਕੇ, ਕੰਮ ਬੜੇ ਹੁੰਦੇ ਆ। ਤੋ ਇਸ ਤਰ੍ਹਾਂ ਸਰ ਸੁਰਜੀਤ ਸਿੰਘ ਸੂਦ ਸਿਵਲ ਦੇ ਬੜੇ ਅੱਛੇ ਵਕੀਲ ਸੀ, ਲੇਕਿਨ ਉਹ ਵੀ ਇਸ ਕੇਸ ਜੋਧਪੁਰ ਜਾਂਦੇ ਰਹੇ। ਉਹ ਵੀ ਪੂਰੇ ਹੋ ਚੁੱਕੇ। ਵਕੀਲ ਬਿੰਦਰਾ ਸਾਹਿਬ ਵੀ? ਬਿੰਦਰਾ ਸਾਹਿਬ ਸਿਰਫ ਇੱਕ ਕੇਸ 'ਚ ਸਾਡੇ ਨਾਲ ਸੀ, ਜਿਹੜਾ ਉਹ ਇੰਚਾਰਜ ਸੀ ਉਸ ਕੇਸ ਦੇ। ਬਹੁਤ ਵਧੀਆ ਗੁਰਮੁਖ ਪਿਆਰੇ, ਬੜੀ ਸੇਵਾ ਉਹਨਾਂ ਦੀ। ਲਾਲਾ ਜਗਤ ਮਰਡਰ ਕੇਸ 'ਚ ਉਹ ਨੰਬਰ 1 'ਤੇ ਸੀ। ਮੈਂ ਉਦੋਂ 12 ਸਾਲ ਦਾ ਵਕੀਲ ਸਾਂ, ਮੈਂ ਨੰਬਰ 2 'ਤੇ ਸਾਂ। ਤੋ ਉਹ ਕੇਸ 'ਚ ਨਛੱਤਰ ਸਿੰਘ ਨੂੰ ਉਮਰ ਕੈਦ ਹੋਈ। ਸੰਤਾਂ ਦਾ ਸਕਾ ਭਤੀਜਾ ਸਵਰਨ ਸਿੰਘ ਸੀ, ਉਹ ਬਰੀ ਹੋ ਗਿਆ ਸੀ। ਜੋ ਬਰੀ ਹੋ ਗਿਆ, ਮੈਂ ਨਾਲ ਲੈ ਕੇ ਗਿਆ ਉਹਨੂੰ। ਸੰਤ ਬੜੇ ਖੁਸ਼ ਪਏ। ਭਾਈ ਅਮਰੀਕ ਸਿੰਘ ਹੋਣਾ 'ਤੇ 2 ਸਾਲ ਮੁਕੱਦਮਾ ਚੱਲਦਾ ਰਿਹਾ ਜੇਲ੍ਹ 'ਚ, ਗੁਰਦਾਸਪੁਰ ਜੇਲ੍ਹ 'ਚ ਵੀ ਰਹੇ। ਫਿਰ ਉਹ ਵੀ ਬਰੀ ਹੋ ਗਏ। ਇਹ ਗੱਲ 83 'ਚੋਂ ਬਰੀ ਹੋਏ। ਫਿਰ 84 ਤੋਂ ਉਹ ਫਾਊਂਡੇਸ਼ਨ ਦੇ ਸਿੰਘਾਂ ਦੇ ਪਤਾ ਨਹੀਂ ਕਿੰਨੇ ਕੁ ਮਰਡਰ ਕੇਸ ਸਾਰੇ। ਅਤੇ ਉਹ ਮਗਰੋਂ ਜੋ ਚੱਲ ਹੀ ਰਿਹਾ ਫਿਰ ਸਾਰਾ। ਫਿਰ ਇਹ 6 ਕਰੋੜ ਡਕੈਤੀ ਜਿਹੜੀ ਲੁਧਿਆਣੇ ਹੋਈ, ਇਹ ਵੀ ਸਾਰੇ ਫਾਊਂਡੇਸ਼ਨ ਵਾਲੇ ਉਹ ਵੀ ਸਾਰੇ ਬਰੀ ਹੋਏ। 11 ਸਾਲ ਇਹ ਕੇਸ ਚੱਲਿਆ 6 ਕਰੋੜ ਦੀ ਡਕੈਤੀ ਵਾਲਾ, ਜਿਹਦੇ 'ਚ ਬੜੇ ਬਜ਼ੁਰਗ ਸਰਦਾਰ ਆਸਾ ਸਿੰਘ ਆਸਾ ਸਿੰਘ ਹਾਂ, ਉਹ ਵੀ ਪੂਰੇ ਹੋ ਗਏ ਹੁਸ਼ਿਆਰਪੁਰ ਦੇ। ਨਹੀਂ, ਉਹ ਤਾਂ ਇਹਨਾਂ ਨੂੰ ਪਾਇਆ ਹੀ ਗਿਆ ਸੀ। ਇਹਦੇ ਵਿੱਚ ਮਥਰਾ ਸਿੰਘ ਸੀ, ਜਿਹੜਾ ਬਾਅਦ 'ਚ ਪੁਲਿਸ ਨੇ ਸ਼ਹੀਦ ਕਰਤਾ। ਫਿਰ ਆਪਣਾ ਜਿਹੜੇ ਵੈਦਿਆ ਕੇਸ ਵਾਲੇ, ਹਾਂ ਸੁੱਖਾ ਭਾਈ ਹਰਜਿੰਦਰ ਸਿੰਘ ਜਿਹੜਾ ਨਾ, ਉਹ ਇਸ ਕੇਸ 'ਚ ਫੜਿਆ ਗਿਆ ਸੀ ਲੁਧਿਆਣੇ, ਲੇਕਿਨ ਉਹ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਿਆ। ਉਹ 'ਤੇ ਕੇਸ ਚੱਲਿਆ ਨਹੀਂ ਸੀ। ਉਹ ਇਸ ਕੇਸ ਵਿੱਚ ਉਹ ਪੁਲਿਸ ਦੇ ਮੁਤਾਬਕ ਉਹਦੀ ਸ਼ਮੂਲੀਅਤ ਸੀ, ਲੇਕਿਨ ਉਹ ਫਿਰ ਉਸ ਕੇਸ ਦੇ ਵਿੱਚ ਫਾਂਸੀ ਹੋ ਗਏ ਪੂਨੇ ਵਾਲੇ ਕੇਸ 'ਚ। ਅਤੇ ਇਹਦੇ 'ਚ ਮੇਨ ਸੀ ਦਲਜੀਤ ਸਿੰਘ ਬਿੱਟੂ ਫਾਊਂਡੇਸ਼ਨ ਦੇ, ਗੁਰਸ਼ਰਨ ਸਿੰਘ ਗਾਮਾ, ਅਤੇ ਜਿੱਦਾਂ ਬਾਪੂ ਆਸਾ ਸਿੰਘ ਹੋਣੀ ਸੀ, ਇਸ ਤਰ੍ਹਾਂ ਹੋਰ ਸਿੰਘ ਸੀ, ਹਰਜਿੰਦਰ ਸਿੰਘ ਕਾਲੀਆ, ਇਹ ਸਾਰੇ ਬਰੀ ਹੋ ਗਏ। ਬਾਕੀ 11 ਸਾਲ ਲਗਾਤਾਰ ਉਹ ਇਸ ਕੇਸ ਦਾ ਇੰਚਾਰਜ ਮੈਂ ਸਾਂ। ਮੈਂ ਮੁੜ ਤੁਹਾਨੂੰ ਉਸੇ ਕੇਸ 'ਤੇ ਲੈ ਕੇ ਜਾਣਾ ਚਾਹੁੰਦਾ, ਜਿਹੜਾ ਤੁਸੀਂ 1980 ਤੱਕ ਕਰਨਾਲ ਜਾ ਕੇ ਅਤੇ ਪੰਥ ਵੱਲੋਂ ਜਾਂਦੇ ਰਹੇ ਹੋ। ਉਸ ਵੇਲੇ ਤੁਸੀਂ ਦੱਸਿਆ ਕਿ 64 ਜਿਹੜੇ ਦੋਸ਼ੀ ਸਨ, ਜਿਹੜੇ ਨਕਲੀ ਨਿਰੰਕਾਰੀ, ਉਹ ਪੇਸ਼ ਹੋਣ ਲਈ ਆਇਆ ਕਰਦੇ ਸਨ। ਕਰਨਾਲ ਜੇਲ੍ਹ 'ਚ ਅਤੇ ਪੰਥ ਵੱਲੋਂ ਵੀ ਵਕੀਲ ਵਜੋਂ ਤੁਸੀਂ ਜਾਂਦੇ ਸੀ, ਸਿੱਖ ਸੰਗਤ ਜਾਇਆ ਕਰਦੀ ਸੀ? ਸਿੱਖ ਸੰਗਤ ਨਹੀਂ ਸੀ ਉੱਥੇ ਜਾਂਦੀ, ਨਾ ਤਾਂ ਕੋਈ ਅੰਮ੍ਰਿਤਸਰ ਤੋਂ ਜਾਂਦੇ ਰਹੇ, ਨਾ ਹਰਿਆਣੇ ਵੱਲੋਂ ਕੋਈ ਉੱਥੋਂ। ਕੋਈ ਬਹੁਤਾ ਇੰਟਰਸਟ ਨਹੀਂ ਕਿਸੇ ਉਸ ਕੇਸ ਸ਼ੋਅ ਕੀਤਾ। ਵੀ ਕਦੀ ਕਚਹਿਰੀ ਆਇਆ, ਉਹਨੂੰ ਜਿਹੜੀ ਡਿਸਟ੍ਰਿਕਟ ਕੋਰਟ ਦੀ ਕਚਹਿਰੀ ਹੈ, ਬੜਾ ਖੁੱਲ੍ਹਾ ਥਾਂ ਸੀ ਅੱਗੇ। ਜਾਂ ਨੰਕਾਰੀਆਂ ਦੇ ਵਕੀਲ ਹੁੰਦੇ ਸੀ, 1-2 ਬੰਦੇ ਨੰਕਾਰੀ ਹੁੰਦੇ ਜਿਹੜੇ ਕੇਸ 'ਚ ਨਹੀਂ ਸੀ, ਜਾਂ ਸਾਡੇ ਵੱਲੋਂ ਜਿੱਦਾਂ 3 ਡਿਸਟ੍ਰਿਕਟ ਅਟਾਰਨੀ ਸੀ। ਲੇਕਿਨ ਪੰਜਾਬ ਸਰਕਾਰ ਨੇ ਇੰਨਾ ਜ਼ਰੂਰ ਕੀਤਾ, ਇੱਕ ਟੋੜਾ ਸਾਹਿਬ ਦੇ ਬੜੇ ਨੇੜੇ ਉਹ ਮੁੜ ਕੇ ਹਾਈਕੋਰਟ ਜੱਜ ਵੀ ਬਣੇ, ਟਵਾਣਾ ਸਾਹਿਬ। ਉਹ ਉਦੋਂ ਡਿਪਟੀ ਐਡਵੋਕੇਟ ਜਨਰਲ ਸੀ। ਜੋ ਚਾਰਜ 'ਤੇ ਬਹਿਸ ਹੋਈ ਤਾਂ ਉਹਨਾਂ ਕਰਨਾਲ ਸੈਸ਼ਨ ਜੱਜ ਦੇ ਟਵਾਣਾ ਸਾਹਿਬ ਨੂੰ ਜਾ ਕੇ ਕੀਤੀ। ਇਸ ਤੋਂ 3 ਡਿਸਟ੍ਰਿਕਟ ਅਟਾਰਨੀ ਸੀ। ਉਸ ਤੋਂ ਬਾਅਦ ਫਿਰ ਮੈਂ ਤਾਂ SGPC ਵੱਲੋਂ ਉਦੋਂ ਵੀ
ਐਸਸੀਪੀਸੀ ਵੱਲੋਂ ਇੱਕ ਤਾਂ ਤੁਸੀਂ ਜਰਨੈਲ ਸਿੰਘ ਜੀ ਨੇ ਤੁਹਾਨੂੰ ਪ੍ਰੇਰਿਆ ਕਿ ਤੁਸੀਂ ਕੇਸ ਲਾਓ ਤੇ ਕੇਸ ਪੂਰੀ ਤਨਦੇਹੀ ਨਾਲ ਨਿਭਾਓ, ਤੇ ਐਸਸੀਪੀਸੀ ਵੱਲੋਂ ਨਿਰਦੇਸ਼ ਕੌਣ ਦੇ ਰਿਹਾ ਸੀ, ਇਸ ਚੀਜ਼ ਨੂੰ ਹੈਂਡਲ ਕੌਣ ਕਰ ਰਹੇ ਸਨ? ਇਹ ਮੇਨ ਤੇ ਸਾਹਿਬ ਭਾਨ ਸਿੰਘ ਤੇ ਅਵਿਨਾਸ਼ੀ ਸਿੰਘ, ਕਿਉਂਕਿ ਹੋਰ ਕਿਸੇ ਦਾ ਬਹੁਤਾ ਰੋਲ ਨਹੀਂ ਉਹਦੇ 'ਚ। ਇਹ ਕਿਉਂਕਿ ਇਹਨਾਂ ਖਰਚਾ ਵੀ ਉਹਨਾਂ ਸਾਰਾ ਦੇਣਾ ਹੁੰਦਾ ਸੀ, ਪ੍ਰਬੰਧ ਵੀ ਸਾਰਾ ਇਹਨਾਂ ਦੇ ਸੀ। ਸਾਹਿਬ ਭਾਨ ਸਿੰਘ ਸੈਕਟਰੀ ਸੀ ਤੇ ਮੀਤ ਸਿੰਘ ਅਵਿਨਾਸ਼ੀ ਸਿੰਘ ਸਾਹਿਬ, ਅਵਿਨਾਸ਼ੀ ਸਿੰਘ ਉਮੀਦ ਸਕੱਤਰ ਸੀ ਪ੍ਰਧਾਨ ਦੇ। ਤਾਂ ਮਿਹਨਤ ਸਾਡਾ ਇਹਨਾਂ ਨਾਲ ਵਾਹ ਪੈਂਦਾ ਰਿਹਾ, ਲੇਕਿਨ ਇਹਨਾਂ ਪੂਰੀ ਤਨਦੇਹੀ ਨਾਲ ਕੀਤਾ, ਸਾਨੂੰ ਕੋਈ ਤਕਲੀਫ ਨਹੀਂ ਹੋਣੀ ਉਹ ਸਾਰੇ ਕੇਸ 'ਚ। ਹਾਂਜੀ, ਤੁਹਾਡੀ ਵਕਾਲਤ ਦਾ ਲੰਮਾ ਤਜਰਬਾ ਦਹਾਕਿਆਂ ਦਾ, ਇਹਦੇ ਵਿਚਾਲੇ ਕਦੇ ਕੋਈ ਤੁਹਾਨੂੰ ਕੋਈ ਥ੍ਰੈਟ, ਕੋਈ ਜਾਨ 'ਤੇ ਹਮਲਾ, ਕੋਈ ਖੌਫ, ਕੁਛ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਹੋਵੇ? ਮੈਂ ਮਹਿਸੂਸ ਕਰਦਾ ਕਿ ਵਕੀਲ ਤਾਂ ਆਪਣੀ ਡਿਊਟੀ ਕਰਦਾ, ਇਹੋ ਜਿਹੀ ਗੱਲ ਹੁੰਦੀ ਨਹੀਂ। ਜੇ ਕੋਈ ਜ਼ਾਤੀ ਤੌਰ 'ਤੇ ਕਿਸੇ ਦਾ ਕੋਈ ਜ਼ਾਤੀ ਮੁਕੱਦਮਾ ਹੋਵੇ ਤਾਂ ਉਹਦੇ 'ਚ ਕੋਈ ਥ੍ਰੈਟ ਕਰੇ ਤਾਂ ਕਈ ਵਾਰ ਬੰਦਾ ਸਮਝਦਾ ਕਿ ਪਬਲਿਕਲੀ ਮੇਰੇ ਉਸ ਕੇਸ ਕਰਕੇ ਹੈ। ਇੰਨੇ ਅੱਜ ਜਿਹੜੇ ਸਾਰੇ ਕੇਸ ਦੱਸੇ ਬੜੇ ਇੰਪੋਰਟੈਂਟ ਕੇਸ ਸੀ ਸਾਰੇ, ਮੈਨੂੰ ਕਿਸੇ ਪੁਲਿਸ ਵੱਲੋਂ ਕੋਈ ਧਮਕੀ ਨਹੀਂ ਮਿਲੀ, ਕਿਸੇ ਗਵਾਹ ਵੱਲੋਂ ਨਹੀਂ ਮਿਲੀ, ਕਿਸੇ ਨਿਰੰਕਾਰੀਆਂ ਵੱਲੋਂ ਨਹੀਂ ਮਿਲੀ। ਸਿਰਫ ਇੱਕ ਵਾਰ ਮੈਨੂੰ ਕਨਫਰੰਟ ਕੀਤਾ, ਉਹ ਜਿਹੜੇ ਭੁੱਲਰ ਬ੍ਰਦਰਜ਼ ਨੇ, ਭੁੱਲਰ ਭਰਾ ਦੋਨੋਂ ਉਦੋਂ DIG IG ਦੇ ਰੈਂਕ 'ਚ ਸੀ। ਜਦੋਂ ਸੰਤ ਬਾਬਾ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੋਈ ਮਹਿਤੇ 81 'ਚ, ਉਸ ਵੇਲੇ ਮਹਿਤੇ ਸਿੱਖਾਂ ਨੂੰ 11 ਸਿੱਖ ਸ਼ਹੀਦ ਹੋਏ, ਸ਼ਾਇਦ ਤੁਹਾਨੂੰ ਯਾਦ ਹੋਵੇ। ਮਹਿਤਾ ਚੌਕ ਤੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੰਡੀ ਦੇ ਵਿੱਚ ਜਿੱਦਣ ਸੰਤ ਗ੍ਰਿਫਤਾਰ ਹੋਏ ਨੇ। ਖੈਰ ਮੈਨੂੰ ਤੇ ਸੰਤਾਂ ਵੱਲੋਂ ਵੀ ਇਹ ਸੀ ਕਿ ਮੈਂ ਤਾਂ ਨਾਲ ਹੀ ਰਿਹਾ ਜਦੋਂ ਚਿਰ ਉਹ ਸੰਤ ਬਾਹਰ ਨਹੀਂ ਆ ਗਏ। ਉਸ ਕੇਸ ਦਾ ਇੱਕ ਕਮਿਸ਼ਨ ਬਣਿਆ ਸੀ, ਸਰਦਾਰ ਹਾਈ ਕੋਰਟ ਦੇ ਜੱਜ ਦਾ ਕਮਿਸ਼ਨ ਆਫ ਇਨਕੁਆਇਰੀ 11 ਮੌਤਾਂ ਦਾ। ਉਹਦੇ ਇੰਚਾਰਜ ਸੀ ਉਸ ਵੇਲੇ ਸਰ ਪ੍ਰੀਤਮ ਸਿੰਘ ਪੱਤੜ, ਕਦੇ ਅੰਮ੍ਰਿਤਸਰ ਸੈਸ਼ਨ ਜੱਜ ਸੀ, ਉਹ ਪੰਜਾਬ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ ਸੀ। ਇਹ ਸਾਰੀ ਜਿਹੜੀ ਕਾਰਵਾਈ ਹੈ ਕਮਿਸ਼ਨ ਦੀ, ਜਲੰਧਰ ਹੋਈ ਰੈਸਟ ਹਾਊਸ 'ਚ। ਮੈਂ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਜਿੰਨੇ ਐਫੀਡੇਵਿਟ ਅਸੀਂ ਫਾਈਲ ਕੀਤੇ ਨੇ, ਸਾਡੇ ਵੀ ਇਹਨਾਂ ਜ਼ਿਆਦਤੀ ਕੀਤੀ ਹੈ। ਉਹ ਸਾਰਾ ਕਮਿਸ਼ਨ, ਉਹ ਪਹਿਲਾ ਕਮਿਸ਼ਨ ਉਹ ਸੀ ਜਿਹੜਾ ਮੈਂ ਟੀਮ ਮੈਂਬਰ ਹੋਰ ਪੁੱਛਣਾ ਚਾਹੁੰਦਾ, ਹੋਰ ਵਕੀਲ ਕੌਣ ਸਨ ਨਾਲ? ਉਸ ਕੇਸ 'ਚ ਹੋਰ ਕੋਈ ਨਹੀਂ ਸੀ, ਇਕੱਲੇ ਮੈਂ ਹੀ ਸਾਂ। ਉਹਦੇ ਵਿੱਚ ਜਿਹੜਾ ਉਹਨੇ ਫੈਸਲਾ ਕੀਤਾ ਕਮਿਸ਼ਨ ਇਨਕੁਆਇਰੀ, ਜਿੱਦਾਂ ਹੁਣ ਰਣਜੀਤ ਸਿੰਘ ਦਾ ਫੈਸਲਾ ਆਇਆ ਨਾ ਬਾਈਬਲ ਕਲਾਣਾ ਵੇ, ਬੜਾ ਇੰਪੋਰਟੈਂਟ ਫੈਸਲਾ ਸੀ। ਉਹਨਾਂ ਨੇ ਕੀਤਾ ਕਿ ਜਿਹੜਾ ਫਾਇਰਿੰਗ ਠੀਕ ਹੋਈ ਹੈ ਲੇਕਿਨ ਲੋੜ ਤੋਂ ਵੱਧ ਹੋਈ ਹੈ, ਲੋੜ ਤੋਂ ਵੱਧ, ਮਤਲਬ ਪੁਲਿਸ ਫਾਇਰਿੰਗ ਵਾਸ ਜਸਟੀਫਾਈਡ ਬਟ ਐਕਸੈਸਿਵ। ਉਹਦੇ ਖਿਲਾਫ, ਪੁਲਿਸ ਵਾਲਿਆਂ ਦੇ ਖਿਲਾਫ ਸਾਰਾ ਕੁਝ ਹੋ ਸਕਦਾ ਸੀ, ਲੇਕਿਨ ਉਹ ਸਰਕਾਰ ਨੇ ਮੇਜ਼ 'ਤੇ, ਵਿਧਾਨ ਸਭਾ ਦੇ ਮੇਜ਼ 'ਤੇ ਰੱਖਣੀ ਹੁੰਦੀ ਹੈ, ਉਹ ਅੱਜ ਤੱਕ ਕਿਸੇ ਨੂੰ ਦਿਖਾਈ ਵੀ ਨਹੀਂ, ਦਬ ਲਈ ਗਈ। ਉਸ ਕੇਸ 'ਚ ਮੈਨੂੰ ਇਸ ਤਰ੍ਹਾਂ ਹੋਇਆ, ਮੈਨੂੰ ਮਹਿਸੂਸ ਹੋਇਆ ਕਿ ਮੈਂ ਜਦੋਂ ਆਪਣੀ ਕਾਰ 'ਤੇ ਮੇਰੇ ਨਾਲ ਸਰਦਾਰ ਦਲੀਪ ਸਿੰਘ SGPC ਦਾ ਬਾਅਦ 'ਚ ਮੈਨੂੰ ਭਰਤੀ ਵੀ ਕਰਾਇਆ ਉੱਥੇ, ਉਹ ਡਰਾਈਵਰ ਸੀ। ਅਤੇ ਇਹ ਜਿਹੜੇ ਭੁੱਲਰ ਬ੍ਰਦਰਜ਼ ਨੇ ਉਸ ਵੇਲੇ ਇਹਨਾਂ ਦੇ ਜ਼ਿਲ੍ਹਾ ਕਰਨੀ ਸੀ, ਇਹ ਮੇਨ ਇੰਚਾਰਜ ਸੀ ਉੱਥੇ DIG ਭੁੱਲਰ। ਇਹ ਜਿਹੜਾ ਭੁੱਲਰ ਅੱਜ ਕੱਲ੍ਹ ਜਲੰਧਰ SSP ਹੈ ਨਾ, ਗੁਰਪ੍ਰੀਤ ਸਿੰਘ, ਇਹਦੇ ਫਾਦਰ। ਜਿਸ ਤਰ੍ਹਾਂ ਪੁਲਿਸ ਵਾਲੇ ਮੇਰੀ ਕਾਰ ਦਾ ਅੰਮ੍ਰਿਤਸਰੋਂ ਲੈ ਕੇ ਜਲੰਧਰ ਤੱਕ ਪਿੱਛਾ ਕਰਦੇ ਆ, ਫੋਲੋ ਕਰਦੇ ਆ, ਮੈਨੂੰ ਇੱਕ ਖਦਸ਼ਾ ਹੋਇਆ। ਮੈਂ ਐਂਟੀਸਿਪੇਟਰੀ ਬੇਲ ਦੀ ਦਰਖਾਸਤ ਦਿੱਤੀ ਹਾਈ ਕੋਰਟ 'ਚ। ਹਾਈ ਕੋਰਟ ਨੇ ਇੰਨਾ ਖੂਬਸੂਰਤ ਆਰਡਰ ਕੀਤਾ, SS ਕੰਗ ਸਾਹਿਬ ਮੁੜ ਕੇ ਉਹ JNK ਦੇ ਚੀਫ ਜਸਟਿਸ ਵੀ ਰਿਟਾਇਰ ਹੋਏ, ਉਹ ਸਾਡੇ ਪੰਜਾਬ ਹਾਈ ਕੋਰਟ 'ਚ ਵਕਾਲਤ ਕਰਦੇ ਸੀ, ਬਾਅਦ ਜੱਜ ਇੱਥੇ ਉਹ ਜੱਜ ਸੀਗੇ। ਉਹਨਾਂ ਸਾਰੀ ਪੰਜਾਬ ਪੁਲਿਸ ਦੇ ਜਿੰਨੇ ਸਾਰੇ ਪੰਜਾਬ ਦੇ ਥਾਣੇ ਅਤੇ ਚੌਂਕੀਆਂ ਨੇ, ਉਹਨਾਂ ਨੂੰ ਆਰਡਰ ਕਰਤਾ ਕਿ PS ਹੁੰਦਲ ਨੂੰ ਜਦੋਂ ਕਿਸੇ ਨੇ ਗ੍ਰਿਫਤਾਰ ਕਰਨਾ ਹੋਵੇ ਉਸ ਤੋਂ ਪਹਿਲਾਂ ਨੋਟਿਸ ਦਿਓਗੇ। ਉਹ ਕਾਪੀ ਮੇਰੇ ਕੋਲ ਅਜੇ ਵੀ ਹੈਗੀ ਹੈ ਇਹਦੀ, ਸਰਟੀਫਿਕੇਟ ਕਾਪੀ। ਉਸ ਤੋਂ ਬਿਨਾਂ ਮੈਨੂੰ ਅੱਜ ਤੱਕ ਕਦੇ ਨਹੀਂ ਖਦਸ਼ਾ ਹੋਇਆ ਵੀ ਮੇਰਾ ਕਿਸੇ ਨੇ ਪਿੱਛਾ ਕੀਤਾ, ਕਿਸੇ ਨੇ, ਜਾਂ ਮੈਨੂੰ ਕੋਈ ਧਮਕੀ ਵਾਲਾ ਟੈਲੀਫੋਨ ਆਇਆ। ਮੈਂ ਜੋਧਪੁਰ ਵੀ ਜਾਂਦਾ ਰਿਹਾ, ਬਾਈ ਏਅਰ ਵੀ, ਇਕੱਲਾ ਵੀ ਜਾਂਦਾ ਰਿਹਾ, ਕਦੇ ਕਿਸੇ ਨੂੰ ਉੱਥੇ ਵੀ ਜੋਧਪੁਰ ਜੇਲ੍ਹ 'ਚ ਵੀ, ਸ਼ਹਿਰ ਦੇ ਵਿੱਚ ਕੋਠੀ ਲੈ ਦਿੱਤੀ SGPC ਨੇ, ਕਦੇ ਕੋਈ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਈ। ਬਲਕਿ ਸੁਪਰਡੈਂਟ ਜੇਲ੍ਹ ਜਿਹੜਾ ਜੋਧਪੁਰ ਸੀ ਉਹ ਵੀ ਸ਼ਰਮਾ ਸੀ, ਲੇਕਿਨ ਜੋ ਉਹਦੇ ਕੋਲ, ਜਿਸ ਤਰ੍ਹਾਂ ਹੁਣ ਜੋਧਪੁਰੀ ਕੀਰਤਨ ਵਾਲੇ ਨੇ, ਇਹਨਾਂ ਨੂੰ ਜਿੱਦਾਂ ਹਾਰਮੋਨੀਅਮ, ਢੋਲਕੀਆਂ, ਸਾਜ਼, ਸਾਰੇ ਐਪਲੀਕੇਸ਼ਨ ਦੇਣੀ ਉਹਨੇ ਮਨਜ਼ੂਰ ਕਰਨ ਦੇਈ ਜਾਓ ਅੰਦਰ। ਹੋਰ ਵੀ ਜਿਹੜੀ ਲੋੜ ਪਈ, ਜਿੱਦਾਂ ਸਹਿਨ ਜੱਜ ਸੀ ਉਹ ਤੁਹਾਨੂੰ ਦੱਸਿਆ ਸ਼ਰਮਾ ਜੀ, ਉਹ ਵੀ ਸੀ, ਬੜੇ ਫਰੈਂਡਲੀ ਰਿਲੇਸ਼ਨ ਉਹਨਾਂ। ਸਭ ਤੋਂ ਜਿਹੜਾ ਇਸ ਕੇਸ ਦਾ, ਜੋਧਪੁਰ ਕੇਸ ਦਾ ਅਹਿਮ ਇੱਕੋ ਹੀ ਗੱਲ ਤੁਹਾਨੂੰ ਦੱਸਣੀ ਚਾਹਾਂਗਾ। ਇੱਕ ਜਦੋਂ ਸਾਨੂੰ ਉਹਨਾਂ ਕਾਪੀਆਂ ਦਿੱਤੀਆਂ ਅਤੇ ਗਵਾਹਾਂ ਦੇ ਉੱਪਰੋਂ ਨਾਂ ਕੱਟ ਲਏ, ਤਾਂ ਮੈਂ ਇੱਕ ਦਰਖਾਸਤ ਦਿੱਤੀ ਜੀ ਵੀ ਇਹਨਾਂ ਨੂੰ ਆਖੋ CBI ਨੂੰ, CBI ਦਾ ਕੇਸ ਸੀ ਦਰਬਾਰ ਸਾਹਿਬ ਵਾਲਾ, ਆਪਰੇਸ਼ਨ ਬਲੂ ਸਟਾਰ ਦਾ, ਕਿ ਸਾਨੂੰ ਗਵਾਹਾਂ ਦਾ ਨਾਂ ਤਾਂ ਦਿਓ। ਦਰਖਾਸਤ ਦਿੱਤੀ, ਜੱਜ ਨੇ ਬੜੀ ਲੰਬੀ ਚੌੜੀ 2-3 ਦਿਨ ਬਹਿਸ ਹੁੰਦੀ ਜੀ। ਬਹਿਸ ਹੋਣ ਤੋਂ ਬਾਅਦ ਆਰਡਰ ਕੀਤਾ ਕਿ ਜਿਹੜੀ ਆਰਮੀ ਹੈ ਅਤੇ CBI ਹੈ, ਗਵਾਹਾਂ ਦੇ ਨਾਂ ਦਿਓ ਇਹਨਾਂ ਨੂੰ। ਉਹਦੇ ਅਖੀਰ 'ਤੇ ਮੈਨੂੰ ਉਹਨਾਂ ਇੱਕ ਹਦਾਇਤ ਕਰਤੀ ਕਿ ਤੁਸੀਂ ਗਵਾਹਾਂ ਦੇ ਨਾਂ ਆਪਣੇ ਮੁਲਜ਼ਮਾਂ ਨੂੰ ਨਹੀਂ ਦੱਸੋਗੇ,
ਤੁਹਾਡੇ ਕੋਲ ਹੀ ਰਹਿਣਗੇ। ਇਹ ਫੈਸਲਾ ਬੜਾ ਅਹਿਮ ਸੀ, ਉਹਨਾਂ ਨੂੰ ਨਾਂ ਦੇਣੇ ਸੀ, ਨਾਂ ਦਾ ਪਤਾ ਲੱਗ ਜਾਣਾ ਸੀ ਵੀ ਕਿਹੜਾ ਕਿਹੜਾ ਜਰਨੈਲ ਆ, ਬਰਾੜ ਆਇਆ ਕਿ ਦੂਜਾ ਆਇਆ, ਉਹ ਵਿੱਚ ਗਵਾਹ ਨਹੀਂ ਰੱਖੇ ਤੇ ਕਿਉਂ ਨਹੀਂ ਰੱਖੇ। CBI ਨੇ ਉਹਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕਰਤੀ। ਉਸ ਵੇਲੇ ਸਪੈਸ਼ਲ ਕੋਰਟ ਐਕਟ ਦੇ ਵਿੱਚ ਉਹ ਟਰਾਇਲ ਹੋ ਰਿਹਾ ਸੀ, ਸਪੈਸ਼ਲ ਕੋਰਟ 'ਚੋਂ ਹਾਈ ਕੋਰਟ ਦੇ ਅਧਿਕਾਰ ਖੋਹ ਲਏ ਸੀ। ਹਰਿਮੰਦਰ ਸਾਹਿਬ ਵਾਲੇ ਕੇਸ 'ਚ ਪੰਜਾਬ ਗੌਰਮੈਂਟ ਨੇ ਗੌਰਮੈਂਟ ਆਫ ਇੰਡੀਆ ਨੇ, ਕਿਉਂਕਿ CBI ਦਾ ਕੇਸ ਸੀ ਨਾ, ਪੰਜਾਬ ਗੌਰਮੈਂਟ ਦਾ ਨਹੀਂ ਸੀ, ਉਹ ਕੇਸ ਬਣ ਗਿਆ CBI। ਜਦੋਂ CBI ਕੋਲ ਚਲ ਜਾਂਦੀ ਕੇਂਦਰ ਦਾ ਸਰਕਾਰ, ਉਹਨਾਂ ਨੇ ਜੋ ਸਿੱਧੀ ਫਿਰ ਹਾਲਾਂਕਿ ਉਹਦੇ ਫੈਸਲੇ ਦੇ ਖਿਲਾਫ ਹਾਈ ਕੋਰਟ 'ਚ ਹੋ ਸਕਦੀ ਸੀ, ਲੇਕਿਨ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਦੇਖੋ ਪਤਾ ਨਹੀਂ ਸਿੱਖਾਂ ਦੀ ਵੀ ਕਿਸਮਤ ਚੰਗੀ ਸੀ, ਉਹ ਸਟੇ ਨਹੀਂ ਕੀਤਾ, ਲੇਕਿਨ ਫਾਈਲ ਸਮਨ ਕਰ ਲਈ ਜੋਧਪੁਰ ਕੇਸ ਦੀ, ਫਾਈਲ ਸਮਨ ਕਰ ਲਈ, ਅਜੇ ਤੱਕ ਵੀ ਉੱਥੇ ਪਈ ਹੈ ਸੁਪਰੀਮ ਕੋਰਟ 'ਚ। ਉਹ 4 ਸਾਲ ਫਾਈਲ ਉੱਥੋਂ ਵਾਪਸ ਮੁੜੀ ਨਹੀਂ। 89 ਦੇ ਵਿੱਚ ਜਦੋਂ ਸਮਝੌਤਾ ਹੋਇਆ ਲੌਂਗੋਵਾਲ ਦਾ ਰਾਜੀਵ ਗਾਂਧੀ ਨਾਲ, ਉਦੋਂ ਇਹ ਕੇਸ ਗੌਰਮੈਂਟ ਆਫ ਇੰਡੀਆ ਨੇ ਵਿਡਰਾ ਕੀਤਾ ਸੀ। ਬਹੁਤ ਸਾਰੇ ਸਿੱਖ ਲੀਡਰ ਨੂੰ ਪਤਾ ਹੀ ਨਹੀਂ ਹੈ ਵੀ ਇਸ ਕੇਸ ਦਾ ਆਊਟਕਮ ਕੀ ਹੋਇਆ। 4.5 ਸਾਲ ਜ਼ਰੂਰ ਉੱਥੇ ਰਹੇ ਆ, ਉੱਥੇ ਛੋਟੇ ਮੋਟੇ ਹੋਰ ਪ੍ਰੋਬਲਮ ਸੀ, ਲੇਕਿਨ ਕੇਸ ਇਹ ਚੱਲਿਆ ਹੀ ਨਹੀਂ। ਮੈਂ ਹਰ ਤਰੀਕ 'ਤੇ ਜਾਂਦਾ ਰਿਹਾ, ਜਾਣਾ ਪੈਣਾ ਸੀ, ਲੇਕਿਨ ਉਹ ਨਾ ਸੁਪਰੀਮ ਕੋਰਟ ਦਾ ਫੈਸਲਾ ਹੋ ਕੇ ਆਇਆ ਅਤੇ ਨਾ ਉਹ ਕੇਸ ਦੀ ਸੁਣਵਾਈ, ਫਾਈਲ ਤਾਂ ਉੱਥੇ ਪਈ ਸੀ। ਜਿਹੜੇ ਜੋਧਪੁਰ ਦੇ ਬੰਦੀ ਸਨ ਉਹਨਾਂ ਨੂੰ ਫਿਰ ਮਿਲਣ ਦਾ ਮੌਕਾ ਮਿਲਦਾ ਸੀ? ਨਹੀਂ, ਜਦੋਂ ਹਰ ਤਰੀਕ 'ਤੇ ਇਕੱਠੇ ਹੁੰਦੇ ਸਾਂ, ਸਾਡੇ ਤੋਂ ਉਹਨਾਂ ਦੇ ਦਰਮਿਆਨ 'ਚ 6 ਫੁੱਟ ਦਾ ਫਾਸਲਾ ਹੁੰਦਾ ਸੀ। ਬੜੀ ਵੱਡੀ ਜਿਹੜੀ ਬੈਰਕ ਹੁੰਦੀ ਹੈ ਨਾ, ਲੰਬੀ ਚੌੜੀ, ਉਹਦੇ 10 ਫੁੱਟ ਜੱਜ ਦੀ ਡਾਇਸ ਛੱਡ ਕੇ ਫਿਰ ਸਾਹੀਂ ਅਤੇ ਜੱਜ ਤਾਂ ਇਕੱਠੇ ਹੀ ਸਾਂ। ਉਦੋਂ ਮਤਲਬ ਸਿੱਖਾਂ ਦਾ ਉਹਨਾਂ ਬਣਾਇਆ ਹੁੰਦਾ ਸੀ, ਬਰਾਂਡਾ ਜਿਹਾ ਬਣਾਇਆ, ਉਦੋਂ ਮਤਲਬ ਮੈਂ ਕੋਈ ਚੀਜ਼ ਦੇਣੀ ਹੁੰਦੀ ਸੀ ਕੋਰਟ 'ਚ ਨਹੀਂ ਸੀ ਦੇ ਸਕਦਾ। ਕੋਰਟ ਦੀ ਸਾਹਮਣੇ ਸਿੱਖਾਂ 'ਚ ਉਹ ਵੀ ਸਾਰੇ ਦੇਖ ਰਹੇ ਸਿੰਘ, 364 ਇੱਕ ਛੱਤ ਹੇਠਾਂ, ਇੰਨੇ ਜ਼ਿਆਦਾ। ਅਤੇ ਜਦੋਂ ਮੁਕੱਦਮਾ ਖਤਮ ਹੋ ਜਾਂਦਾ ਸੀ, ਅਗਲੀ ਤਰੀਕ ਪੈ ਜਾਂਦੀ ਸੀ, ਫਿਰ ਉਹ ਇੱਕ ਮੈਂ ਦਰਖਾਸਤ ਦੇ ਕੇ ਜਿੰਨੇ ਮੁਖੀ ਆਦਮੀ ਸੀ ਜਾਂ ਜੇ ਕਿਸੇ ਨੂੰ ਆਪਣੇ ਘਰ ਦਾ ਕੋਈ ਪ੍ਰੋਬਲਮ ਹੋਣਾ, ਉਹਨਾਂ ਨਾਲ ਮੁਲਾਕਾਤ ਪਾਉਣੀ। ਫਿਰ ਉਹ ਉਸੇ ਹੀ ਬੈਰਕ ਦੇ ਵਿੱਚ ਥੱਲੇ ਦਰੀਆਂ ਹੁੰਦੀ ਸੀ ਬੈਠਣ ਨੂੰ, ਉੱਥੇ ਬੈਠ ਕੇ ਸਾਰਿਆਂ ਦੀ ਗੱਲਬਾਤ ਸੁਣਨੀ, ਉਹਨੂੰ ਘਰ ਵਾਲਿਆਂ ਨੂੰ ਦੱਸ ਦੇਣੀ ਵੀ ਆਹ ਤੁਹਾਡੇ ਪ੍ਰੋਬਲਮ ਹੈ, ਕੋਈ ਮੈਸੇਜ ਦੇਣਾ ਜ਼ਬਾਨੀ ਉਹ ਦੱਸ ਦੇਣਾ। ਜਦੋਂ ਭਾਈ ਮਨਜੀਤ ਸੋਹਣੀ ਨੇ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਆ ਜਿਹੜੇ MLA ਰਹੇ, ਇਹ ਸਾਰੇ ਜਿਹੜੇ ਉਹਨਾਂ ਸਰ ਰਜਿੰਦਰ ਸਿੰਘ ਮਹਿਤਾ, ਇਹ ਵੀ ਉੱਥੇ ਸੀਗੇ। ਇਸ ਤਰ੍ਹਾਂ ਸਾਰਿਆਂ ਨਾਲ ਉਹਨੇ ਮੁਲਾਕਾਤ ਕਰਨੀ। ਸੋ ਜੱਜ ਦੀ ਤਰੀਕ ਤੋਂ ਬਾਅਦ ਮੁਲਾਕਾਤ ਕਰਨੀ, ਫਿਰ ਖੁੱਲ੍ਹ ਕੇ ਘੰਟਾ 2 ਘੰਟੇ ਬੈਠੇ। ਫਿਰ ਇਹਨਾਂ ਸਾਰਿਆਂ ਨੇ ਕੀਤਾ, ਪੜ੍ਹਨਾ ਸ਼ੁਰੂ ਕਰਤਾ। ਇੱਥੋਂ ਪ੍ਰੋਫੈਸਰ ਜਾ ਕੇ ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉੱਥੇ ਪੇਪਰ ਦੇਣ ਜਾਂਦੇ ਰਹੇ, ਇਹਨਾਂ ਨੂੰ ਫੈਸਿਲੀਟੇਟ ਕਰਨਾ, ਜੱਜ ਤੋਂ ਇਜਾਜ਼ਤ ਲੈਣੀ ਵੀ ਜਿਹੜਾ ਐਗਜ਼ਾਮੀਨਰ ਉਹ ਅੰਦਰ ਜਾਵੇ। ਫਿਰ ਉੱਥੇ ਬੈਠਿਆਂ ਜਿਹੜਾ ਸਰ ਜਸਵੀਰ ਸਿੰਘ ਘੁੰਮਣ ਹੈ, ਉਹਨਾਂ ਵੀ MA ਕਰ ਲਈ, ਹਰਮਿੰਦਰ ਸੰਧੂ ਨੇ ਇੱਕ ਹੋਰ MA ਕਰ ਲਈ। ਇਸ ਤਰ੍ਹਾਂ ਭਾਈ ਸਾਰੇ ਹੀ MA, ਹਰਮਿੰਦਰ ਗਿੱਲ ਨੇ MA ਕਰ ਲਈ। ਇਹ ਸਾਰਾ ਜੋਧਪੁਰ ਜੇਲ੍ਹ 'ਚ ਪੜ੍ਹਦੇ ਰਹੇ। ਤਾਂ ਫੈਸਿਲਿਟੀ ਜਿਹੜੀ ਸੀ ਉਹ ਮਨਜ਼ੂਰੀ ਲੈ ਕੇ ਦੇਣੀ ਹੁੰਦੀ ਹੈ, ਫਿਰ ਉਹਨੂੰ ਪੜ੍ਹਨ ਦੀ ਇਹ ਫੈਸਿਲਿਟੀ ਚਾਹੀਦੀ ਹੈ, ਉਹ ਦਰਖਾਸਤ ਦੇਣੀ, ਜੱਜ ਨਾਲ ਠੀਕ ਸੀ ਉਹਨੇ ਮਨਜ਼ੂਰ ਕਰ ਦੇਣੀ, ਸੁਪਰਡੈਂਟ ਨਾਲ ਬਣਾ ਕੇ ਰੱਖਣੀ ਪਈ, ਬਣਾ ਕੇ ਰੱਖਣੀ ਚਾਹੀਦੀ। ਸਾਨੂੰ ਉਹਨਾਂ ਕੋਈ ਇਹੋ ਜਿਹਾ ਮਹਿਸੂਸ ਨਹੀਂ ਹੁੰਦਾ ਕਿ ਇਹ ਇਸ ਕਰਕੇ ਵੀ ਹੋਇਆ ਕਿ ਰਾਜਸਥਾਨ ਦੇ ਲੋਕ ਬੜੇ ਚੰਗੇ ਆ। ਸਾਡੇ ਰਾਜਸਥਾਨ ਦੇ ਲੋਕਾਂ ਨੇ, ਵਕੀਲਾਂ ਨੂੰ, ਅਸੀਂ ਕਾਲੇ ਕੋਟ ਪਾ ਕੇ ਫਿਰਦੇ ਰਹੇ ਬਾਜ਼ਾਰਾਂ 'ਚ, ਕਿਸੇ ਨੇ ਇਹ ਨਹੀਂ ਆਖਿਆ ਵੀ ਇਹ ਦਰਬਾਰ ਸਾਹਿਬ ਵਾਲੇ ਹਮਲੇ ਦੇ ਵਕੀਲ ਨੇ। ਬੜੇ ਮਾਨ ਸਤਿਕਾਰ ਨਾਲ ਬੋਲਦੇ ਸੀ, ਦੁਕਾਨ 'ਤੇ ਬੈਠੀ ਦਾ ਸੀ, ਕਿਤੋਂ ਚਾਹ ਪੀਤੀ, ਕਿਤੋਂ ਕੁਝ ਖਰੀਦਣਾ। ਜਦ ਕਿ ਫਿਜ਼ਾ ਵਿੱਚ ਪੂਰੀ ਤਰ੍ਹਾਂ ਇੱਕ ਜ਼ਹਿਰ ਵੀ ਕੁੜੀ ਹੋਈ ਸੀ ਸਾਡੇ ਖਿਲਾਫ। ਪੰਜਾਬ ਦੀ ਤਾਂ ਬਹੁਤ ਜ਼ਿਆਦਾ ਸੀ। ਇੱਕ ਦਿਨ ਐਸਾ ਵੀ ਹੋਇਆ ਜਿਸ ਦਿਨ ਉੱਥੇ ਇੱਕ ਤਰੀਕ ਸੀ ਜੋਧਪੁਰ ਜੇਲ੍ਹ ਦੀ, ਅਖਬਾਰਾਂ 'ਚ ਆਇਆ ਕਿ ਬੱਸ 'ਚੋਂ ਲਾ ਕੇ ਸਿੱਖ ਨੌਜਵਾਨਾਂ ਨੇ ਹਿੰਦੂ ਮਾਰਤੇ ਆ। ਉਸ ਦਿਨ ਵੀ ਕੋਈ ਰਿਐਕਸ਼ਨ ਨਹੀਂ ਸੀ ਉੱਥੇ ਜੋਧਪੁਰ। ਹਾਂਜੀ, ਇਹੋ ਜਿਹਾ ਤਾਂ ਹੁੰਦਾ ਰਿਹਾ ਸਭ ਕੁਛ। ਆਖਰ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਕਿ ਜਦੋਂ ਤੁਹਾਡਾ ਸਨ ਜਰਨੈਲ ਸਿੰਘ ਜੀ ਨਾਲ ਨੇਤਾ ਪ੍ਰਤੀ ਵੀ ਜਾਂ ਖਾਸ ਮੌਕਿਆਂ 'ਤੇ ਮਿਲਾਪ ਹੁੰਦਾ ਰਿਹਾ, ਕੋਈ ਕਿਸੇ ਕੇਸ ਦੇ ਸੰਬੰਧ ਵਿੱਚ ਕੋਈ ਵੱਡੀ ਗੱਲ ਚੇਤੇ ਹੋਵੇ ਸਨ ਜਰਨੈਲ ਸਿੰਘ ਨਾਲ ਸੰਬੰਧਿਤ? ਮੇਨ ਗੱਲ ਇਹ ਹੈ ਕਿ ਜਿੰਨਾ ਕੋਈ ਜਿਸ ਤਰ੍ਹਾਂ ਗੁਰਬਾਣੀ ਦੇ ਬੜੇ ਕਥਿਤ ਤੁਕਾਂ ਨੇ ਬੜੀਆਂ ਪਵਿੱਤਰ, ਤਖਤ ਬਹੇ ਤਖਤੇ ਕੇ ਲਾਇਕ। 1-2 ਫੈਡਰੇਸ਼ਨ ਦੇ ਨੌਜਵਾਨ, ਉਹਨਾਂ ਦਾ ਕੇਸ ਸੀ ਮੇਰੇ ਕੋਲ, ਪਿਸਤੌਲ ਦੇ 2 ਕੋ ਫੜੇ ਗਏ ਅੰਮ੍ਰਿਤਸਰ ਸੰਤਾਂ ਦੇ ਵੇਲੇ। ਤਾਂ ਉਹ 6 ਮਹੀਨੇ ਤੋਂ ਬਾਅਦ ਟਾਈਮ ਹੋ ਗਿਆ, ਚਲਾਨ ਨਹੀਂ ਸੀ। ਚਲਾਨ ਦਾ ਆਉਂਦਾ ਵੀ ਚਲਾਨ ਆਵੇ ਅਤੇ ਕੇਸ ਮੁੱਕੇ। ਹੁਕਮ ਚੰਦ ਇੱਕ ਹਰੀਜਨ ਮੈਜਿਸਟਰੇਟ ਸੀ, ਬੜਾ ਚੰਗੇ ਸੁਭਾਅ ਦਾ ਜੁਡੀਸ਼ਲ ਮੈਜਿਸਟਰੇਟ, ਉਹਦੀ ਕੋਰਟ ਸੀ। ਮੈਂ ਕਿਸੇ ਹੋਰ ਕੇਸ ਛਾਂ 'ਤੇ ਉਹ ਪੇਸ਼ ਕੀਤਾ ਅਤੇ ਉਹਨਾਂ ਨੇ ਮਿਸਬਿਹੇਵ ਕੀਤਾ ਜੱਜ ਨਾਲ ਵੀ ਕਿਉਂ ਨਹੀਂ ਤੂੰ ਮੰਗਵਾਉਂਦਾ, ਸਾਡਾ ਚਲਾਨ ਕਿਉਂ ਨਹੀਂ ਆਉਂਦਾ। ਉਹਨੇ ਆਖਿਆ ਵੀ ਮੈਂ ਹੁਣ ਕੀ ਲੜਨਾ। ਉਹਨੇ ਵਿਚਾਰੇ ਨੇ ਉਹ ਨਾਇਬ ਕੋਰਟ ਨੂੰ ਕਹਿੰਦਾ ਵੀ ਇਹਨਾਂ ਨੂੰ ਠਹਿਰ ਕੇ ਜਦੋਂ ਅੰਦਲ ਸਾਹਿਬ ਆਉਣਗੇ ਫਿਰ ਪੇਸ਼ ਕਰਿਓ। ਮੇਰੇ ਬਾਰੇ ਜਾਣਦੇ ਹੀ ਸਾਰੇ। ਮੈਂ ਆਇਆ ਅਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਸੌਰੀ ਕਹਿ ਦਿਓ ਜੱਜ ਨੂੰ,
ਵੀ ਕੋਰਟ 'ਚ ਇੱਦਾਂ ਨਹੀਂ ਬੋਲੀ ਦਾ, ਤੁਹਾਡਾ ਤਕਲੀਫ ਹੈ, ਤੁਹਾਨੂੰ ਮੁਕੱਦਮੇ ਝੂਠੇ 'ਚ ਪਾਇਆ, ਸੱਚੇ 'ਚ ਪਾਇਆ, ਪੁਲਿਸ ਨੇ ਪਾਇਆ, ਕਿਸੇ ਕੋਰਟ ਦਾ ਤਾਂ ਕਸੂਰ ਕੋਈ ਨਹੀਂ। ਉਹ ਆਕੜ ਗਏ ਦੋਨੋਂ ਵੀ ਅਸੀਂ ਨਹੀਂ ਸੌਰੀ ਨਹੀਂ ਕਹਿਣਾ। ਮੈਂ ਸ਼ਾਮ ਨੂੰ ਸੰਤਾਂ ਕੋਲ ਗਿਆ, ਮੈਂ ਸੰਤਾਂ ਨੂੰ ਦੱਸਿਆ, ਮੈਂ ਕਿਹਾ ਵੀ ਇਹ 2 ਸਿੰਘ ਨੇ, ਇਹ ਗੱਲ ਅੰਮ੍ਰਿਤਸਰ ਅਦਾਲਤ ਦੀ ਹੈ? ਅੰਮ੍ਰਿਤਸਰ ਦੀ ਅਦਾਲਤ ਦੀ ਹੈ। ਅਤੇ ਉਹ ਨਾ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਅਗਲੇ ਦਿਨ ਉਹਨੇ ਮਾਂ ਪਿਓ ਨੂੰ ਬੁਲਾਇਆ, ਇੱਕ ਵੇਰਕੇ ਦਾ ਸੀ, ਇੱਕ ਅੰਮ੍ਰਿਤਸਰ ਸ਼ਹਿਰ ਦਾ ਸੀ। ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਕੇਸ ਵੀ ਸਾਡੇ ਵਕੀਲ ਸਾਹਿਬ ਨਹੀਂ ਲੜਨਗੇ, ਮੇਰੇ ਬਾਰੇ ਕਹਿ ਤਾ, ਕਿਉਂਕਿ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ। ਇੱਥੋਂ ਤੱਕ ਉਸੂਲਨ ਤੌਰ ਤੇ ਜਿਹੜੀ ਗੱਲ ਸੀ। ਅਦਾਲਤਾਂ ਨੂੰ ਹਮੇਸ਼ਾ ਹੀ ਉਹ ਇੱਜ਼ਤ ਨਾਲ ਹੀ ਬੁਲਾਉਂਦੇ ਰਹੇ, ਜਦੋਂ ਕਿਤੇ ਰੈਫਰ ਵੀ ਕਰਨਾ ਕੁਛ ਅਦਾਲਤਾਂ ਦਾ ਕਿਸੇ, ਕਿਉਂਕਿ ਉਹਨਾਂ ਨੂੰ ਇਹ ਜ਼ਰੂਰ ਗੱਲ ਦੱਸੀ ਸੀ ਵੀ ਆਪਣੇ ਜਿਹੜੇ ਸਿੰਘ ਨੇ ਇਹਨਾਂ ਆਖੋ ਜੀ ਕਿਸੇ ਅਦਾਲਤ ਨਾਲ ਮਿਸਬਿਹੇਵ ਕਰਨ ਦਾ ਅਤੇ ਕੋਈ ਤੁੱਕ ਨਹੀਂ ਨਾ ਬਣਦੀ ਅਦਾਲਤ। ਫਿਰ ਉਹਨੂੰ ਮੈਂ ਦੱਸਿਆ ਵੀ ਸਾਡੇ ਜਦੋਂ ਮੈਂ ਜਿਹੜੇ ਕੇਸਾਂ 'ਚ ਵੀ ਮੈਂ ਪੇਸ਼ ਹੋਇਆ, ਜ਼ਮਾਨਤਾਂ ਵੀ ਹੁੰਦੀਆਂ, ਸਾਡੇ ਬਰੀ ਵੀ ਹੁੰਦੇ ਆ, ਸਾਡੇ ਕਿਤੇ ਕਿਤੇ ਕੋਈ ਸਜ਼ਾ ਵੀ ਹੁੰਦਾ। ਸੋ ਸਾਡੀਆਂ ਅਜੇ ਵੀ ਮੈਂ ਮਹਿਸੂਸ ਕਰਦਾ ਵੀ ਹਿੰਦੁਸਤਾਨ 'ਚ ਮਾੜੀ ਮੋਟਾ ਰੱਬ ਹੈਗਾ ਨਾ, ਤਾਂ ਅਦਾਲਤਾਂ 'ਚ ਹੈ। ਅਦਾਲਤਾਂ 'ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ। ਜਿਹੜੇ ਹੁਣ ਤੁਸੀਂ ਕੋਈ ਪੋਲੀਟੀਕਲ ਲੀਡਰ ਬਿਆਨ ਦੇਣ ਪਏ, ਫਲਾਣੇ ਕੇਸ 'ਚ ਅਦਾਲਤ ਨੇ ਇਹ ਕਰਤਾ, ਕਿੰਨੇ ਕੇਸ ਹੋਣਗੇ? ਬਾਈ ਐਂਡ ਲਾਰਜ ਅਦਾਲਤਾਂ ਦੇ ਫੈਸਲੇ ਠੀਕ ਹੁੰਦੇ ਆ, ਬਾਈ ਐਂਡ ਲਾਰਜ। ਜੇ ਹੁਣ 80% ਜਾਂ 90% ਕੇਸ ਠੀਕ ਹੁੰਦੇ ਆ, ਜੇ 10% ਕੇਸ ਦੇ ਵਿੱਚ ਕੋਈ ਇਹ ਵੀ ਪਤਾ ਨਹੀਂ ਵੀ ਉਹ 'ਚ ਗਵਾਹੀ ਕੀ ਹੁੰਦੀ ਹੈ। ਮਤਲਬ ਪੋਲੀਟੀਕਲ ਨੇਤਾਵਾਂ ਦੇ ਬਿਆਨ ਹੋਰ ਗੱਲ ਹੈ, ਅਦਾਲਤਾਂ ਜਿਹੜੀ ਗੱਲ ਹੁੰਦੀ ਹੋਰ ਹੈ। ਸਾਡੀਆਂ ਅਦਾਲਤਾਂ ਜਦੋਂ ਮੈਂ ਕੰਪੇਅਰ ਕਰਦਾ, ਕਿਉਂਕਿ ਮੈਂ ਯੂਰਪ ਵੀ ਘੁੰਮ ਆਇਆ, USA ਵੀ ਜਾ ਆਇਆ, ਸਾਡੀਆਂ ਅਦਾਲਤਾਂ ਬੈਟਰ ਨੇ। ਪਰ ਸਰਦਾਰ ਸਾਹਿਬ ਬੇਸ਼ੱਕ ਤੁਸੀਂ ਕਹਿ ਰਹੇ ਹੋ ਗੱਲ, ਪਰ ਜੋ 1980 'ਚ ਹੋਇਆ ਉਹਦੇ ਬਾਰੇ ਤਾਂ ਫਿਰ ਇਹ ਟਿੱਪਣੀ ਰਲਦੀ ਨਹੀਂ ਨਾ ਤੁਹਾਡੀ? ਨਹੀਂ, ਉਹਦੀ ਟਿੱਪਣੀ ਇਸ ਤਰ੍ਹਾਂ ਰਲਦੀ ਹੈ। ਇੱਕ ਤਾਂ ਮੈਂ ਟੇਪ ਦੀ ਗੱਲ ਸੁਣਾਈ ਹੈ, ਇੱਕ ਹੈ ਕਿ ਜੇ ਮੈਂ ਐਜ਼ ਐਡਵੋਕੇਟ ਗੱਲ ਕਰਦਾ, ਐਜ਼ ਸਿੱਖ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਇਸ ਗੱਲ 'ਚ। ਐਜ਼ ਐਡਵੋਕੇਟ ਇਹ ਹੈ ਕਿ ਉਹ ਉੱਥੇ ਕਰ ਰਿਹਾ ਹੈ, ਸਾਨੂੰ ਉੱਥੇ ਜਾਣਾ ਨਹੀਂ ਸੀ ਬਣਦਾ ਸਿੱਖਾਂ ਦਾ, ਇਕੱਠੇ ਹੋ ਕੇ 150 ਸਿੱਖ ਕਿਰਪਾਨਾਂ ਉਹਨਾਂ ਨੂੰ ਖਦਸ਼ਾ ਤਾਂ ਹੋ ਗਿਆ। ਜੇ ਸਪੋਜ਼ ਕਰੋ ਇਸ ਕੇਸ 'ਚ ਮੈਂ ਜੱਜ ਹੁੰਦਾ ਤਾਂ ਮੈਂ ਫੈਸਲਾ ਉਹਨਾਂ ਨੂੰ 302 'ਚ ਨਹੀਂ ਸੀ ਕਰਨੀ ਸਜ਼ਾ, 304 'ਚ ਸਜ਼ਾ ਕਰਨੀ ਸੀ ਵੀ ਇਹਨਾਂ ਜਿਹੜੇ ਸਿੰਘ ਮਾਰੇ ਆ ਨੇ, ਸਿੰਘ ਮਾਰਨੇ ਨਹੀਂ ਸੀ ਬਣਦੇ, ਅੱਗੋਂ ਆਪਣਾ ਬਚਾਅ ਕਰਨਾ ਤਾਂ ਬਣਦਾ ਸੀ। ਇਹਨਾਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਜਿਹੜਾ ਐਕਸੀਡ ਕੀਤਾ। ਸੋ ਆਪਾਂ ਅਦਾਲਤ ਦੇ ਫੈਸਲੇ ਨੂੰ ਫਿਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਪੋਲੀਟੀਕਲੀ ਮੋਟੀਵੇਟਡ ਸੀ। ਇਹਦੇ ਵਿੱਚ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਇਹ ਫੈਸਲਾ ਗਲਤ ਸੀ ਜਾਂ ਠੀਕ ਸੀ। ਅਦਾਲਤ ਨੇ ਜਿੰਨੀਆਂ ਮੌਕੇ ਦੀਆਂ ਗਵਾਹੀਆਂ ਉਹਦੇ ਮੁਤਾਬਕ ਫੈਸਲਾ ਦੇਣਾ ਹੁੰਦਾ। ਮਸਲਨ ਇੱਕ ਹੱਸਣ ਵਾਲੀ ਗੱਲ ਹੈ, ਮਾਈ ਕਿਸੇ ਜੱਜ ਕੋ ਗਈ, ਸਾਡੇ ਅੰਮ੍ਰਿਤਸਰ ਦੀ ਗੱਲ ਹੈ ਜੀ, ਸਾਡੇ ਨਾਲ ਮੇਰੇ ਨਾਲ ਇਨਸਾਫ ਨਹੀਂ ਹੋਇਆ। ਉਹ ਕੋਈ ਜੱਜ ਹੱਸ ਕਹਿੰਦਾ, ਬੀਬੀ ਤੈਨੂੰ ਕਹਿ ਵੀ ਅਦਾਲਤਾਂ ਇਨਸਾਫ ਕਰਦੀਆਂ? ਅਦਾਲਤਾਂ ਇਨਸਾਫ ਨਹੀਂ ਕਰਦੀਆਂ, ਅਦਾਲਤਾਂ ਫਾਈਲਾਂ ਡਿਸਪੋਜ਼ ਕਰਦੀਆਂ। ਜੋ ਕੁਝ ਫਾਈਲ 'ਤੇ ਗਵਾਹੀ ਬਾਈ ਤੇਰੇ ਹੱਕ 'ਚ ਆਈ, ਅਸੀਂ ਤੇਰੇ ਹੱਕ 'ਚ ਕਰ ਦੇਣਾ, ਤੇਰੇ ਖਿਲਾਫ ਆ ਗਈ ਤੇਰੇ ਖਿਲਾਫ ਕਰ ਦੇਣਾ। ਅਦਾਲਤਾਂ ਨੇ ਜਿਹੜੀ ਗਵਾਹੀ ਹੈ, ਆਪਾਂ ਸਿਰਫ ਇੰਨਾ ਹੈ ਕਿ ਇਸ ਜਾਤੀ ਉਹਨਾਂ ਜਿਹੜੇ ਸਿੰਘ ਸ਼ਹੀਦ ਕੀਤੇ, ਇਹ ਜਾਤੀ ਕੀਤੀ ਹੈ। ਵੈਸੇ ਸਿੰਘਾਂ ਦਾ ਉੱਥੇ ਜਾਣਾ ਨਹੀਂ ਸੀ ਬਣਦਾ। ਬਕਾਇਦਾ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਮਤਲਬ ਸਪੀਚਾਂ ਹੋਈਆਂ, ਇਹ ਸਾਰਾ ਕੁਝ ਅਖਬਾਰਾਂ 'ਚ ਆਇਆ, ਸਾਰਾ ਕੁਝ ਉਹਨਾਂ ਨਾਲ ਵੀ ਲਾਇਆ, ਸਾਰਾ ਕੁਝ ਡਿਫੈਂਸ ਵਿੱਚ ਵੀ ਲਾਇਆ। ਉਹਦੇ ਵਿੱਚ ਪਿੱਛੇ ਸਾਡਾ ਸਿਧਾਂਤ ਹੈ ਨਾ, ਗੁਰ ਕੀ ਨਿੰਦਾ ਸੁਣੇ ਨਾ ਕਾਨ। ਉਹਦੇ ਫਿਰ ਜਦੋਂ ਦਾ ਇਹ ਸਿਧਾਂਤ ਹੈ, ਸਿਧਾਂਤ ਅਜੇ ਵੀ ਉੱਦਾਂ ਠੀਕ ਹੈ ਬਿਲਕੁਲ, ਲੇਕਿਨ ਉਦੋਂ ਅਦਾਲਤਾਂ ਇਸ ਤਰ੍ਹਾਂ ਨਹੀਂ ਸੀ ਹੁੰਦੀਆਂ। ਹੁਣ ਤਾਂ ਇਹ ਹੈ ਵੀ ਜੇ ਤੁਹਾਨੂੰ ਤੁਹਾਡੇ ਧਰਮ 'ਤੇ ਕੋਈ ਉਂਗਲੀ ਉਠਾਉਂਦਾ ਹੈ, ਕਿਸੇ ਕਿਸਮ ਦਾ ਮਹਿਸੂਸ ਕਰਦੇ ਵੀ ਸਾਡਾ ਕੋਈ ਜੁਰਮ ਕੀਤਾ ਹੈ, ਤਾਂ ਆਪਣੇ ਕੋਲ ਅਦਾਲਤਾਂ ਹੈਗੀਆਂ। ਹੁਣ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ 'ਚ ਉਮਰ ਕੈਦ ਵਾਲਾ ਕਾਨੂੰਨ ਬਣਾ ਤਾ। ਹੁਣ ਜਦੋਂ ਕੱਲ੍ਹ ਨੂੰ ਗੱਲ ਹੋਏਗੀ, ਮੁਕੱਦਮਾ ਚੱਲੇਗਾ, ਹੋਏਗਾ, ਲੇਕਿਨ ਇਹ ਬਿਲਕੁਲ ਠੀਕ ਹੈ ਵੀ ਸੁਣੇ ਨਾ, ਲੇਕਿਨ ਉਸ ਹੱਦ ਤੱਕ ਰਹਿਣਾ ਚਾਹੀਦਾ ਜਿੱਥੋਂ ਅੱਗੇ ਵੀ ਆ ਨਾ ਭੇਟਾ ਸੰਕਰੇ ਕਿਰਪਾਨ। ਉਹ ਫਿਰ ਉਹ ਕਾਨੂੰਨੀ ਦਾਇਰਿਆਂ ਤੋਂ ਵੱਖਰੀਆਂ ਗੱਲਾਂ ਨੇ, ਕਾਨੂੰਨੀ ਦਾਇਰਿਆਂ ਤੋਂ ਉਹ ਆਪਣੇ ਨਾਲ ਠੀਕ ਨੇ। ਉਹ ਸਿੱਖ ਦੀ ਜਿਹੜੀ ਸੋਵਰਨ ਰੂਹ ਆ ਉਹਦੀਆਂ ਗੱਲਾਂ, ਉਹ ਵੀ ਗੱਲਾਂ ਨਹੀਂ, ਉਹ ਸਰਕਮਸਟੈਂਸ 'ਤੇ ਹੈ ਵੀ ਸਰਕਮਸਟੈਂਸ ਕੀ ਕਹਿੰਦੇ ਆ। ਇਹ ਤੁਸੀਂ ਇੱਕ ਨਿਹੰਗ ਸਿੰਘ ਹੈ, ਗੱਡੀ 'ਚ ਸਫ਼ਰ ਕਰ ਰਿਹਾ, ਦੂਜਾ ਬੰਦਾ ਉਹਦੇ ਮੂੰਹ 'ਤੇ ਧੂੰਆਂ ਮਾਰਦਾ, ਅਤੇ ਫਿਰ ਇਹ ਨਿਹੰਗ ਸਿੰਘ ਇਹ ਥੋੜ੍ਹਾ ਵੀ ਉਹਨੂੰ ਅਦਾਲਤ ਜਾਏਗਾ। ਇਹੋ ਜਿਹੇ ਥਾਂ ਜਸਟੀਫਾਈਡ ਹੈ, ਕਾਨੂੰਨ ਉੱਥੇ ਵੀ ਨਿਹੰਗ ਸਿੰਘ ਦੀ ਰੱਖਿਆ ਕਰੇਗਾ ਵੀ ਜਿਹੜਾ ਪ੍ਰੋਵੋਕੇਟ ਕਰਦਾ ਨਾ, ਉਹ ਕੋਈ ਜੁਰਮ ਨਹੀਂ ਫਿਰ ਵੀ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਮੈਂ ਕੀਤਾ। ਇਹ ਸਾਰਾ ਕਾਨੂੰਨ ਦੇ ਵਿੱਚ ਕਹਿਣ ਦਾ ਨੁਕਤਾ ਫਿਰ ਇਹ ਵੀ ਹੋਇਆ ਕਿ ਕੱਲ੍ਹ ਨੂੰ ਜੇ ਸਿੱਖਾਂ ਦੀ ਆਪਣੀ ਸਟੇਟ ਹੋਵੇ ਤਾਂ ਕਾਨੂੰਨ ਦਾ ਰਾਜ ਤਾਂ ਫਿਰ ਵੀ ਰਹਿਣਾ, ਕਾਨੂੰਨ ਦਾ ਰਾਜ ਫਿਰ ਵੀ ਰਹਿਣਾ, ਕਾਨੂੰਨ ਦਾ ਰਾਜ ਰਹਿਣਾ ਵੀ ਚਾਹੀਦਾ। ਨਹੀਂ ਤਾਂ ਉਹ ਹੋਣੀ ਨਹੀਂ। ਦੇਖ ਲਓ ਤਕੜਾ ਬੰਦਾ ਮਾੜੇ ਨੂੰ ਰਹਿਣ ਨਹੀਂ ਦੇ ਰਿਹਾ। ਅੱਜ ਕੱਲ੍ਹ ਸਾਰੇ ਇਹ ਚੱਲ ਰਿਹਾ ਨਾ, ਸਾਰੀ ਦੁਨੀਆ 'ਚ ਹੀ ਚੱਲ ਰਿਹਾ। ਜਿੰਨੇ ਛੋਟੇ ਮੁਲਕ ਨੇ ਉਹਨਾਂ ਦੇ ਤੁਸੀਂ ਅੱਜ ਕੱਲ੍ਹ ਦੀ ਅੱਜ ਅਖਬਾਰ ਪੜ੍ਹ ਲਓ, ਹਿੰਦੁਸਤਾਨ ਦੇ ਜਿਹੜੇ ਪਾਣੀਆਂ ਦੇ ਵਿੱਚ ਜਹਾਜ਼ ਲਈ ਫਿਰਦੇ ਅਮਰੀਕਾ ਵਾਲਿਆਂ ਨੂੰ ਬਗੈਰ ਪੁੱਛੇ ਤੋਂ ਲਿਆ, ਅੱਜ ਫਿਰ ਅਖਬਾਰਾਂ ਭਰੀਆਂ ਪਈਆਂ। ਤਕੜਾ ਜਿਹੜਾ ਮਾੜੇ ਨੂੰ, ਉਹ ਤਾਂ ਜੋ ਗੁਰਬਾਣੀ ਨੇ ਜਿਹੜੀ ਮੋਹਰ ਲਾਈ ਉਹ ਚੱਲਣੀ ਆ, ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਹੁਣ ਆਪਾਂ ਨੂੰ BJP 'ਤੇ ਬਹੁਤਾ ਸਾਨੂੰ ਗੁੱਸਾ ਕਰਨ ਦੀ ਲੋੜ ਨਹੀਂ, ਜਿਹੜੀ ਵੀ ਸਰਕਾਰ ਉਹ ਇੱਦਾਂ ਹੀ ਕਰੂਗੀ, ਕੋਈ ਵੀ
ਕੋਈ ਵੀ ਆ ਜਾਏ। ਜੋ ਸਾਡੀ ਆਪਣੀ ਸਰਕਾਰ ਹੈ ਉਹ ਵੀ ਇੱਦਾਂ ਕਰਦੀ ਰਹੀ ਹੈ। ਜਿਹਨੂੰ ਅਸੀਂ ਅਕਾਲੀ ਸਰਕਾਰ ਕਹਿੰਦੇ ਉਹਨੂੰ ਸਿੱਖਾਂ ਦੀ ਸਰਕਾਰ ਤਾਂ ਨਹੀਂ ਕਹਿ ਸਕਦੇ, ਅਕਾਲੀ ਸਰਕਾਰ ਕਹਿ ਸਕਦੇ ਹਾਂ। ਅਕਾਲੀ ਪਾਰਟੀ ਹੈ, ਸਿੱਖ ਤਾਂ ਕੋਈ ਪਾਰਟੀ ਨਹੀਂ, ਅਕਾਲੀ ਇੱਕ ਪੋਲੀਟੀਕਲ ਪਾਰਟੀ ਹੈ। ਉਹ ਕੀ ਕਰਦੇ ਰਹੇ? ਸੋ 3 ਸਾਲ ਇਹ ਪਰਚਾ ਦਰਜ ਕਰਕੇ ਮੁੜ ਕੇ ਜਿਹੜਾ ਬਹਿਬਲ ਕਰਾਉਣ ਵਾਲਾ ਉਹ ਸ਼ਹੀਦ ਹੋਏ 3 ਸਾਲ ਹੋ ਗਏ। ਪੰਜਾਬ ਗੌਰਮੈਂਟ ਨੇ ਕੁਛ ਨਹੀਂ ਕੀਤਾ। ਸਾਡੀ ਆਪਣੀ ਅਕਾਲੀ ਸਰਕਾਰ ਸੀ। ਉਹਦੀ ਰਿਪੋਰਟ ਪੜ੍ਹ ਲਓ ਕਮਿਸ਼ਨ ਦੀ। ਸੋ ਇਸ ਕਰਕੇ ਕਿਸ ਸਰਕਮਸਟੈਂਸਿਸ ਕੀ ਹੁੰਦਾ, ਕਾਨੂੰਨ ਨੂੰ ਹੀ ਸਾਰੀ ਕਾਨੂੰਨ ਨੂੰ ਮਾਨਤਾ ਦੇਣੀ ਚਾਹੀਦੀ ਹੈ। ਕਾਨੂੰਨ ਅੱਗੇ ਝੁਕਣਾ ਚਾਹੀਦਾ, ਕਾਨੂੰਨ ਨੂੰ ਮੰਨਣਾ ਵੀ ਚਾਹੀਦਾ। ਜਦੋਂ ਤੱਕ ਅਸੀਂ ਕਾਨੂੰਨ ਦੇ ਲਾਗੂ ਕਰਨ ਵਿੱਚ ਕੋਈ ਕੁਤਾਹੀ ਕਰਦੇ ਰਹਾਂਗੇ ਉਦੋਂ ਚਿਰ ਸਾਡਾ ਮੁਲਕ ਵੀ ਨਹੀਂ ਤਰੱਕੀ ਕਰ ਸਕਦਾ। ਸਾਨੂੰ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ, ਜਦ ਮੈਂ ਇੱਕ ਸਟੇਜ ਤੋਂ ਨਿਊਯਾਰਕ ਦੀ ਕਿਸੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਆ ਗਿਆ ਸੀ ਵੀ ਸਾਡੇ ਕਥਾਵਾਚਕ, ਸਾਡੇ ਜਿਹੜੇ ਜਥੇਦਾਰ ਨੇ ਸਟੇਜ ਤੋਂ ਉੱਪਰੋਂ ਵੀ ਹਿੰਦੂ ਮਾੜੇ, ਆਹ ਕਰਤਾ ਉਹ ਕਰਤਾ, ਸਾਨੂੰ ਗੁਰੂ ਸਾਹਿਬ ਨੇ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਸਿੱਖ ਕਿਸੇ ਸਟੇਜ ਤੋਂ ਇਹ ਨਾ ਕਹਿਣ ਹਿੰਦੂ ਮਾੜੇ, ਮੁਸਲਮਾਨ ਮਾੜੇ, ਅੰਗਰੇਜ਼ ਮਾੜੇ, ਪੁਰਾਣੇ ਮਾੜੇ। ਸਿੱਖਾਂ ਨੂੰ ਸਿਰਫ ਇਹ ਚਾਹੀਦਾ ਸਿੱਖ ਚੰਗੇ ਕੰਮ ਕਰਕੇ ਦਿਖਾਓ, ਲੋਕ ਆਖਣ ਸਿੱਖ ਚੰਗੇ ਹੈ। ਜਿੱਦਾਂ ਹੁਣ ਖਾਲਸਾ ਏਡ ਵਾਲੇ ਆ ਜੋ ਸੇਵਾ ਕਰ ਰਹੇ ਨਾ, UN ਨੂੰ ਕਿਹਾ ਚੰਗੇ ਹੈ। ਅਸੀਂ ਆਪਣੇ ਮੂੰਹ ਆਖਾਂਗੇ ਵੀ ਅਸੀਂ ਚੰਗੇ ਹਾਂ, ਕੰਮ ਇਸ ਤਰ੍ਹਾਂ ਦੇ ਕਰੀਏ ਲੋਕ ਕਹਿਣ ਵੀ ਸਿੱਖ ਚੰਗੇ ਹੈ। ਮੈਂ ਤਾਂ ਇਸ ਪ੍ਰਿੰਸੀਪਲ ਦਾ ਧਾਰਨੀ ਹਾਂ, ਬਜਾਏ ਇਸ ਦੇ ਕਿ ਆਪਾਂ ਸਟੇਜ 'ਤੇ ਕਿ ਸਿੱਖ ਸਾਹਿਬ ਤੋਂ ਚੰਗੇ ਤੇ ਸਾਡਾ ਆਪਣਾ ਕਿਰਦਾਰ ਕਹਿਣੀ ਤੇ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਸੋ ਇਹ ਜਿਹੜੀ ਗੱਲਬਾਤ ਆ ਵਕੀਲ ਸਰਦਾਰ ਪੂਰਨ ਸਿੰਘ ਹੁੰਦਲ ਨਾਲ ਕੀਤੀ। ਉਹਨਾਂ ਨੇ ਸਿੱਖ ਵਜੋਂ ਵੀ ਗੱਲਾਂ ਕਹੀਆਂ ਤੇ ਕੁਝ ਵਕਾਲਤ ਦੇ ਪੇਸ਼ੇ ਦੇ ਨਜ਼ਰੀਏ ਨਾਲ ਵੀ ਕਹੀਆਂ। ਇਹ ਵਿਚਾਰ ਉਹਨਾਂ ਦੇ ਆਪਣੇ ਆ, ਜ਼ਰੂਰੀ ਨਹੀਂ ਕਿ ਮੈਂ ਉਹਨਾਂ ਦੀਆਂ ਹਰੇਕ ਗੱਲ ਨਾਲ ਸਹਿਮਤ ਵੀ ਹੋਵਾਂ। ਪੱਤਰਕਾਰ ਵਜੋਂ ਸਵਾਲ ਕਰਨੇ ਬਣਦੇ ਸੀ, ਉਹ ਕੀਤੇ ਗਏ। ਜਿਹੜੀ 1978 ਦੀ ਘਟਨਾ ਵਾਪਰੀ, 13 ਸਿੰਘਾਂ ਦੀ ਸ਼ਹਾਦਤ ਹੋਈ, 40 ਸਾਲ ਤੋਂ ਵਧੇਰੇ ਸਮਾਂ ਹੋ ਚੁੱਕਾ। ਉਸ ਵੇਲੇ ਦੇ ਜਿਹੜਾ ਉਸ ਤੋਂ ਬਾਅਦ ਕੇਸ ਚੱਲਿਆ ਸਟੇਟ ਵਰਸਸ ਜਿਹੜਾ ਨਿਰੰਕਾਰੀ ਜਿਹੜਾ ਇੱਕ ਕਲਟ ਆ, ਡੇਰਾ ਵਾ, ਉਹਦੇ ਅਗੇਂਸਟ ਚੱਲਿਆ। ਉਸ ਕੇਸ ਦੇ ਵਿਚਾਲੇ ਆਪਾਂ ਜਾਣਕਾਰੀ ਹਾਸਲ ਕੀਤੀ ਕਿ ਉਸ ਦੇ ਜਿਹੜੇ ਦੋਸ਼ੀ ਸਨ, 13 ਸਿੰਘਾਂ ਦੀ ਸ਼ਹਾਦਤ ਦੇ ਦੋਸ਼ੀ ਸਨ, 64 ਬੰਦੇ ਜਿਹੜੇ ਆ ਉਹਨਾਂ 'ਚੋਂ 63 ਜਿਹੜੇ ਆ ਬਰੀ ਕਰ ਦਿੱਤੇ ਗਏ ਤੇ ਇੱਕ ਨੂੰ ਸਜ਼ਾ ਮਾਮੂਲੀ ਜਿਹੜੀ ਕੋਈ ਹੋਈ ਹੋਊਗੀ। ਸੋ ਇਹ ਸਾਰੇ ਪਹਿਲੂਆਂ 'ਤੇ ਗੱਲਬਾਤ ਕੀਤੀ। ਵਕੀਲ ਸਰਦਾਰ ਪੂਰਨ ਸਿੰਘ ਹੁੰਦਲ ਹੋਣਾ ਦਾ ਲੰਮਾ ਤਜਰਬਾ 1978 ਤੋਂ ਲੈ ਕੇ ਉਹ ਅੱਜ ਵੀ ਵਕਾਲਤ, ਪਹਿਲਾਂ ਤੋਂ ਹੀ 1968 ਤੋਂ ਵਕਾਲਤ ਕਰ ਰਹੇ, ਪਰ ਜੇ ਆਪਾਂ ਪੰਥਕ ਕੇਸਾਂ ਦੀ ਗੱਲ ਕਰੀਏ ਤਾਂ ਉਹ 1978 ਤੋਂ ਲੈ ਕੇ ਅੱਜ ਤੱਕ ਵਕਾਲਤ ਦੇ ਵਿੱਚ ਸਰਗਰਮ ਨੇ। ਮੈਂ ਮੰਨਦਾ ਕਿ ਇੱਕ ਬੈਠਕ ਦੇ ਵਿੱਚ ਕੋਈ ਬਹੁਤੀਆਂ ਗੱਲਾਂ ਨਹੀਂ ਹੋ ਸਕਦੀਆਂ। ਅੱਜ ਵਿਸ਼ਾ ਸੀ ਸਿਰਫ ਤਕਰੀਬਨ 1978 ਦੇ ਬਾਰੇ ਹੀ, ਕਿਉਂਕਿ ਆਪਾਂ ਜਾਣਦੇ ਹਾਂ ਕਿ ਵਿਸਾਖੀ ਦਾ ਸਮਾਂ ਆ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਸ ਕਰਦਾ ਕਿ ਅਸੀਂ ਫਿਰ ਇੰਝ ਹੀ ਬਵਾਂਗੇ, ਵੱਖ-ਵੱਖ ਜਿਹੜੇ ਕੇਸ ਨੇ ਉਹਨਾਂ ਦੇ ਉੱਤੇ ਕੁਛ ਹੋਰ ਵਧੇਰੇ ਡੀਟੇਲ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਜਿਹੜੀ ਗੱਲਬਾਤ ਆ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ, ਮੈਂ ਉਹਨਾਂ ਦਾ ਧੰਨਵਾਦੀ ਹਾਂ ਇਸ ਸਾਰੀ ਗੱਲਬਾਤ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।